ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਤੇ ਮੋਹਾਲੀ ਤੋਂ ਸ਼ਬਦੀਸ਼ ਜੀ। ਸ਼ਬਦੀਸ਼ ਜੀ ਸਵਾਗਤ ਹੈ ਜੀ ਤੁਹਾਡਾ। ਸੀਪੀ ਜੀ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਤੇ ਨਾਲ ਹੀ ਮੇਰੇ ਨਾਲ ਪਰਮੀਤ ਸਿੰਘ ਲੁਥਰਾ ਜੀ ਵੀ ਜੁੜ ਚੁੱਕੇ ਨੇ ਮੋਹਾਲੀ ਤੋਂ। ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਜੀ ਭਖ ਦੀਆਂ ਖਬਰਾਂ ਵਿੱਚ। ਪਰਮੀਤ ਜੀ ਸਵਾਗਤ ਹੈ ਜੀ ਤੁਹਾਡਾ ਵੀ ਭਖ ਦੀਆਂ ਖਬਰਾਂ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਅੱਜ ਜਿਸ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਇਹ ਮੁੱਦਾ ਪੰਜਾਬ ਦਾ ਸਾਲਾਂ ਪੁਰਾਣਾ ਮੁੱਦਾ। ਇਹਦੇ ਬਹੁਤ ਸਾਰੇ ਅਸੀਂ ਪ੍ਰਭਾਵ ਪੰਜਾਬ ਦੇ ਉੱਪਰ ਦੇਖ ਚੁੱਕੇ ਹਾਂ। ਬਹੁਤ ਸਾਰੇ ਪੰਜਾਬ ਨੂੰ ਸੰਤਾਪ ਹੰਢਾਉਣੇ ਪਏ ਨੇ ਇਸ ਮੁੱਦੇ ਦੇ ਉੱਪਰ ਜੀ। ਮੈਂ ਗੱਲ ਕਰ ਰਿਹਾ SYL ਨਹਿਰ ਦੀ ਜੀ, ਸਤਲੁਜ ਜਮਨਾ ਲਿੰਕ ਨਹਿਰ ਦੀ। ਜੇ ਆਪਾਂ ਯਾਦ ਕਰੀਏ ਤਾਂ ਪਿਛਲੇ ਜ਼ਿਆਦਾ ਪਿੱਛੇ ਨਾ ਜਾਂਦੇ ਹੋਏ ਜੇ ਆਪਾਂ ਪਿਛਲੇ ਕੁਛ ਮਹੀਨੇ ਪਹਿਲਾਂ ਦੀ ਗੱਲਬਾਤ ਯਾਦ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਅਸੈਂਬਲੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਗਿਆ ਸੀ ਤੇ ਉਸ ਰੈਜ਼ੋਲੂਸ਼ਨ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਜ਼ਮੀਨ ਸੀ ਉਹ ਕਿਸਾਨਾਂ ਨੂੰ ਜਿਹੜੀ ਵਾਪਸ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਸੀ। ਔਰ ਸਰਕਾਰ ਨੇ ਕਹਿਤਾ ਸੀ ਕਿ ਜਿਹੜੀ ਨਹਿਰ ਦੀ ਜ਼ਮੀਨ ਹੈ, ਜਿਹੜੀ ਪਹਿਲਾਂ ਪੁੱਟੀ ਹੋਈ ਨਹਿਰ ਹੈਗੀ, ਉਹਨੂੰ ਪੂਰ ਕੇ ਜਿਹੜੀ ਹੈਗੀ ਹੈ ਜ਼ਮੀਨ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ। ਇਹਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਉਦੋਂ ਤੋਂ ਹੀ ਜਿਹੜਾ ਇਹ ਕੋਰਟ ਦੇ ਵਿੱਚ ਇਹ ਕੇਸ ਜਿਹੜਾ ਸੀਗਾ ਹਰਿਆਣਾ ਵੱਲੋਂ ਰੱਖਿਆ ਗਿਆ ਸੀ। ਕੋਰਟ ਵੱਲੋਂ ਪੰਜਾਬ ਨੂੰ ਇਹਦੇ ਉੱਪਰ ਜਵਾਬ ਦੇਣ ਲਈ ਕਿਹਾ ਸੀ, ਪਰ ਪੰਜਾਬ ਸਰਕਾਰ ਨੇ ਰਿਕੁਐਸਟ ਕੀਤੀ ਸੀ ਕਿ 11 ਮਾਰਚ ਤੱਕ ਜਿਹੜਾ ਹੈ ਕੋਰਟ ਜਿਹੜਾ ਹੈ ਇਸ ਦੇ ਉੱਪਰ ਕੋਈ ਕਾਰਵਾਈ ਨਾ ਕਰੇ, ਤਾਂ ਕਿ ਇਲੈਕਸ਼ਨ ਦਾ ਰਿਜ਼ਲਟ ਆਉਣ ਤੋਂ ਬਾਅਦ ਇਹਦੇ ਉੱਪਰ ਕਾਰਵਾਈ ਕੀਤੀ ਜਾਵੇ। ਪਰ ਕੋਰਟ ਦੇ ਅਨੁਸਾਰ ਕੋਰਟ ਕਹਿੰਦਾ ਹੈ ਕਿ ਇਲੈਕਸ਼ਨ ਦਾ ਇਸ ਫੈਸਲੇ ਦੇ ਨਾਲ ਕੋਈ ਸੰਬੰਧ ਨਹੀਂ ਤੇ ਕੋਰਟ ਨੇ 22 ਤਰੀਕ ਨੂੰ ਜਿਹੜਾ ਹੈ ਉਹ ਤਰੀਕ ਪਾ ਦਿੱਤੀ ਹੈ ਇਹਦੇ ਉੱਪਰ ਆਪਣਾ ਅਗਲਾ ਫੈਸਲਾ ਦੇਣ ਦੀ। ਉਨੀ ਦੇਰ ਤੱਕ ਜਿਹੜਾ ਸਟੇਟਸ ਕੋ ਹੈ, ਜਿਹਦੇ ਵਿੱਚ ਕੋਰਟ ਨੇ ਪਿੱਛੇ ਫੈਸਲਾ ਲਿਆ ਸੀ ਪੰਜਾਬ ਅਸੈਂਬਲੀ ਦੇ ਜਿਹੜੇ ਰੈਜ਼ੋਲੂਸ਼ਨ ਤੋਂ ਬਾਅਦ ਕਿ ਜਿਹੜਾ ਨਹਿਰ ਦਾ ਕੰਮ ਹੈ, ਜਿਹੜਾ ਰੁਕਿਆ ਹੋਇਆ ਕੰਮ ਆ, ਉਹਨੂੰ ਜਲਦ ਤੋਂ ਜਲਦ ਸਟਾਰਟ ਕੀਤਾ ਜਾਵੇ। ਉਸੇ ਸਟੇਟਸ ਕੋ ਨੂੰ ਉਹਨਾਂ ਨੇ ਕੰਟੀਨਿਊ ਕੀਤਾ ਤੇ 20 ਤਰੀਕ ਤੱਕ ਪੰਜਾਬ ਨੂੰ ਆਪਣਾ ਰਿਸਪੌਂਸ ਦੇਣ ਲਈ ਕਿਹਾ। ਜਿਹੜੀ ਮੁੱਦੇ ਦੀ ਗੱਲ ਹੈ ਅੱਜ ਇਸ ਦੇ ਉੱਪਰ, ਮੁੱਦੇ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ INLD ਦੇ ਅਭੈ ਚੌਟਾਲਾ ਨੇ ਇੱਕ ਧਮਕੀ ਦਿੱਤੀ ਹੈ ਪੰਜਾਬ ਨੂੰ ਕਿ ਉਹ 23 ਫਰਵਰੀ ਨੂੰ ਅੰਬਾਲਾ ਦੇ ਵਿੱਚ ਆਪਣੇ ਵਰਕਰਾਂ ਨੂੰ ਇਕੱਠੇ ਕਰਨਗੇ, ਆਪਣੇ ਵਲੰਟੀਅਰਸ ਨੂੰ ਇਕੱਠੇ ਕਰਨਗੇ ਤੇ ਪੰਜਾਬ ਵੱਲ ਨੂੰ ਮਾਰਚ ਕਰਨਗੇ ਤੇ ਜਿਹੜਾ ਨਹਿਰ ਦਾ ਰੁਕਿਆ ਹੋਇਆ ਕੰਮ ਹੈ ਉਹਨੂੰ ਆਪ ਆ ਕੇ ਉਹ ਸ਼ੁਰੂ ਕਰਵਾਉਣਗੇ। ਇਸ ਗੱਲ ਦੇ ਉੱਪਰ ਜਿਹੜੀ ਸਥਿਤੀ ਹੈ ਉਹ ਕਾਫੀ ਤਣਾਅਪੂਰਨ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਹਦੇ ਉੱਪਰ ਰਿਐਕਸ਼ਨ ਆ ਗਿਆ। ਉਹਨਾਂ ਨੇ ਸੈਂਟਰ ਨੂੰ ਇਨਵੋਲਵ ਹੋਣ ਲਈ ਕਿਹਾ। ਉਹਨਾਂ ਨੇ ਪੰਜਾਬ ਦੇ ਬਾਰਡਰਾਂ ਦੀ ਰਾਖੀ ਵਾਸਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹੈ ਉਹ ਕਿਹਾ ਕਿ ਉਹਨੂੰ ਆਪਣੇ ਬਾਰਡਰ ਜਿਹੜੇ ਹੈਗੇ ਆ ਸੁਰੱਖਿਅਤ ਕਰਨੇ ਚਾਹੀਦੇ ਆ। ਇਸ ਤਰੀਕੇ ਦੇ ਨਾਲ ਜਿਹੜਾ ਹੈ ਹਰਿਆਣੇ ਤੋਂ ਆ ਕੇ ਪੰਜਾਬ ਦੇ ਵਿੱਚ ਕੋਈ ਵੀ ਵਾਇਲੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ। ਅਗਰ ਅਕਾਲੀ ਦਲ ਸਰਕਾਰ ਦੀ ਗੱਲ ਕਰੀਏ ਤਾਂ ਦਲਜੀਤ ਸਿੰਘ ਚੀਮਾ ਹੋਣਾ ਨੇ ਇਹਦੇ ਉੱਪਰ ਰਿਐਕਸ਼ਨ ਕਰਦਿਆਂ ਸੈਂਟਰ ਤੋਂ ਜਿਹੜੀਆਂ ਹੈਗੀਆਂ ਪੈਰਾਮਿਲਟਰੀ ਫੋਰਸਿਸ ਦੀ ਡਿਮਾਂਡ ਵੀ ਕੀਤੀ ਹੈ ਤੇ ਬਾਰਡਰਸ ਦੇ ਉੱਪਰ ਵੀ ਪੰਜਾਬ ਪੁਲਿਸ ਫੋਰਸ ਨੂੰ ਜਿਹੜਾ ਤੈਨਾਤ ਕਰ ਦਿੱਤਾ ਗਿਆ ਹੈ। ਤੇ ਉਹਨਾਂ ਨੇ ਹਰਿਆਣੇ ਨੂੰ ਵੀ ਕਿਹਾ, ਹਰਿਆਣਾ ਸਰਕਾਰ ਨੂੰ ਵੀ ਕਿਹਾ ਕਿ ਉਹ ਅਭੈ ਚੌਟਾਲਾ ਨੂੰ ਇਸ ਐਕਸ਼ਨ ਤੋਂ ਰੋਕਣ। ਪਰ ਅਜੇ ਤੱਕ BJP ਹਰਿਆਣਾ ਵੱਲੋਂ ਜਾਂ ਕੇਂਦਰ ਦੀ BJP ਸਰਕਾਰ ਵੱਲੋਂ ਇਹਦੇ ਉੱਪਰ ਕੋਈ ਵੀ ਰਿਐਕਸ਼ਨ ਨਹੀਂ ਆਇਆ। ਜੇ ਆਪਾਂ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਦਲ ਖਾਲਸਾ ਤੋਂ HS ਧਾਮੀ ਹੋਣਾ ਵੱਲੋਂ ਵੀ ਇਹਦੇ ਉੱਪਰ ਰਿਐਕਸ਼ਨ ਆਇਆ। ਉਹਨਾਂ ਨੇ ਕਿਹਾ ਕਿ ਨੈਕਸਟ ਟੂ ਇੰਪੋਸੀਬਲ ਆ ਪੰਜਾਬ ਦੇ ਵਿੱਚ ਦੁਬਾਰਾ ਨਹਿਰ ਪੁੱਟਣੀ, ਕਿਉਂਕਿ ਇਹਦੇ ਵਾਸਤੇ ਬਹੁਤ ਸਾਰੇ ਲੋਕਾਂ ਦਾ ਖੂਨ ਡੁੱਲਿਆ ਹੋਇਆ ਔਰ ਪੰਜਾਬੀ ਕਦੀ ਵੀ ਇਸ ਨਹਿਰ ਨੂੰ ਵੰਡ ਨਹੀਂ ਦੇਣਗੇ। ਸਥਿਤੀ ਜਿਹੜੀ ਹੈਗੀ ਆ ਕਾਫੀ ਤਣਾਅਪੂਰਨ ਹੋ ਸਕਦੀ ਆ, ਕਿਉਂਕਿ ਅਗਰ ਹਰਿਆਣਾ ਦੇ ਵਿੱਚੋਂ ਲੋਕ ਪੰਜਾਬ ਦੇ ਵਿੱਚ ਐਂਟਰ ਕਰਦੇ ਆ ਨਹਿਰ ਨੂੰ ਬਣਾਉਣ ਵਾਸਤੇ ਤਾਂ ਪੰਜਾਬ ਦੇ ਵਿੱਚੋਂ ਸਾਹਮਣਿਓਂ ਦਲ ਖਾਲਸਾ ਵੱਲੋਂ ਵੀ ਜਿਹੜੀ ਹੈਗੀ ਆ ਤਿਆਰੀ ਕੀਤੀ ਗਈ ਆ ਕਿ ਉਹ ਵੀ ਜਿਹੜਾ ਹੈ ਉੱਥੇ ਜਾ ਕੇ ਪ੍ਰੋਟੈਸਟ ਕਰਨਗੇ ਜਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਹਾਲਾਤ ਕਿੱਧਰ ਨੂੰ ਜਾਂਦੇ ਨੇ ਆਪਾਂ ਉਹਦੇ ਉੱਪਰ ਵੀ ਡਿਸਕਸ ਕਰਾਂਗੇ। ਪਰ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਮੈਂ ਸ਼ੁਰੂ ਕਰੂੰਗਾ ਜੀ ਸ਼ਬਦੀਸ਼ ਜੀ ਤੋਂ। ਸ਼ਬਦੀਸ਼ ਜੀ, ਬਾਦਲ ਸਰਕਾਰ ਨੇ ਚਲਦਿਆਂ ਸਰਕਾਰ ਦੇ ਖਤਮ ਹੁੰਦਿਆਂ SYL ਦੇ ਮੁੱਦੇ ਨੂੰ ਸਿਆਸਤ ਦੇ ਤੌਰ ਤੇ ਵਰਤਣ ਲਈ, ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਸੀ, ਉਹਦੇ ਵਿੱਚ ਵੋਟਾਂ ਨੂੰ ਪੋਲਰਾਈਜੇਸ਼ਨ ਕਰਨ ਵਾਸਤੇ ਵਰਤਣ ਵਾਸਤੇ ਇੱਕ ਰੈਜ਼ੋਲੂਸ਼ਨ ਪਾਸ ਕਰ ਦਿੱਤਾ। ਉਸ ਰੈਜ਼ੋਲੂਸ਼ਨ ਤੋਂ ਬਾਅਦ ਸਥਿਤੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਹੈਗੀ ਲਗਾਤਾਰ ਤਣਾਅਪੂਰਨ ਬਣੀ ਹੋਈ ਆ। ਔਰ ਇਹ ਵੀ ਆ ਕਿ
ਪੰਜਾਬ ਦੇ ਲੋਕੀ ਵੀ ਦੁਚਿੱਤੀ ਦੇ ਵਿੱਚ ਹੈਗੇ ਨੇ, ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਉਹਦੇ ਵਿੱਚ ਸੀ ਉਹ ਵੀ ਦੁਚਿੱਤੀ ਦੇ ਵਿੱਚ ਨੇ ਕਿ ਕੀ ਕਰਨ, ਕੀ ਇਹ ਕਾਨੂੰਨੀ ਤੌਰ ਤੇ ਸਹੀ ਹੈ, ਕਾਨੂੰਨੀ ਤੌਰ ਤੇ ਨਹੀਂ ਸਹੀ ਹੈ। ਕੋਰਟ ਕੁਛ ਕਹਿੰਦਾ ਹੈ, ਪੰਜਾਬ ਦੀ ਅਸੈਂਬਲੀ ਕੁਛ ਕਹਿੰਦੀ ਹੈ, ਪੰਜਾਬ ਦੀ ਸਰਕਾਰ ਕੁਛ ਕਹਿੰਦੀ ਹੈ, ਹਰਿਆਣਾ ਸਰਕਾਰ ਕੁਛ ਕਹਿੰਦੀ ਹੈ। ਕੀ ਲੱਗਦਾ ਤੁਹਾਨੂੰ ਕਿ ਜੋ ਪੰਜਾਬ ਸਰਕਾਰ ਵੱਲੋਂ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਦੇਣ ਦਾ, ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਮੁੱਦਾ ਇਹ ਖਤਮ ਹੋ ਚੁੱਕਿਆ ਕਿਉਂਕਿ ਅਸੈਂਬਲੀ ਜਿਹੜੀ ਹੈਗੀ ਆ ਇਹਦੇ ਉੱਪਰ ਆਪਣੀ ਮੋਹਰ ਲਾ ਚੁੱਕੀ ਆ, ਕੀ ਲੱਗਦਾ ਤੁਹਾਨੂੰ ਕਿ ਪੰਜਾਬ ਸਰਕਾਰ ਦਾ ਉਹ ਰੈਜ਼ੋਲੂਸ਼ਨ ਸਟੈਂਡ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਹਰਿਆਣਾ ਸਰਕਾਰ ਜਿਹੜੀ ਕਿ ਇਸ ਵੇਲੇ ਕੋਰਟ ਦੇ ਵਿੱਚ ਜਿੱਤਦੀ ਹੋਈ ਨਜ਼ਰ ਆਈ ਹੈ, ਉਹ ਜਿਹੜੀ ਹੈਗੀ ਆ ਇਸ ਕੇਸ ਨੂੰ ਦੁਬਾਰਾ SVL ਦੇ ਕੰਮ ਨੂੰ ਦੁਬਾਰਾ ਸ਼ੁਰੂ ਕਰਾਉਣ ਦੇ ਵਿੱਚ ਜਿਹੜੀ ਹੈਗੀ ਪੰਜਾਬ ਦੇ ਉੱਪਰ ਦਬਾਅ ਬਣਾ ਸਕਦੀ ਹੈ? ਕੁਲਬੀਰ ਜੀ, ਜਦੋਂ ਬੀਤੇ ਕੁਝ ਮਹੀਨਿਆਂ ਦੌਰਾਨ ਪੰਜਾਬ ਬਹੁਤ ਤੇਜ਼ੀ ਨਾਲ ਚੋਣਾਂ ਵੱਧ ਰਿਹਾ ਸੀ, ਬਹੁਤ ਸਾਰੇ ਮੁੱਦੇ ਸੱਤਾਧਾਰੀ ਧਿਰ ਦੇ ਖਿਲਾਫ ਉੱਠ ਕੇ ਖੜੇ ਹੋ ਗਏ ਸਨ, ਜਿਨ੍ਹਾਂ ਦੇ ਵਿੱਚ ਨਸ਼ੇ ਦਾ ਵੀ ਇੱਕ ਅਹਿਮ ਮੁੱਦਾ ਸੀ। ਅਸੀਂ ਅੱਜ ਉਹਦੇ ਤੇ ਚਰਚਾ ਨਹੀਂ ਕਰਾਂਗੇ, ਉਹ ਮੁੱਦੇ ਕਿਵੇਂ ਪੈਦਾ ਹੋਏ, ਉਹਨਾਂ ਦੀ ਵਜ੍ਹਾ ਕੀ ਹੈ, ਉਹਨਾਂ 'ਚ ਸੱਚਾਈ ਕਿੰਨੀ ਹੈ, ਅਸੀਂ ਇਸ ਬਹਿਸ ਵੱਲ ਨਹੀਂ ਜਾਵਾਂਗੇ। ਪਰ ਇੱਕ ਗੱਲ ਬਹੁਤ ਕਲੀਅਰ ਹੈ ਕਿ ਉਹਨਾਂ ਮੁੱਦਿਆਂ ਦੇ ਮੱਦੇਨਜ਼ਰ ਸੱਤਾਧਾਰੀ ਗੱਠਜੋੜ ਕੋਲੇ ਹੋਰ ਕੋਈ ਚਾਰਾ ਬਾਕੀ ਨਹੀਂ ਸੀ ਬਚਿਆ ਕਿ ਉਹ ਕਿਸੇ ਐਸੇ ਮੁੱਦੇ ਨੂੰ ਸਾਹਮਣੇ ਲੈ ਕੇ ਆਉਣ ਜਿਸ ਮੁੱਦੇ ਦੇ ਆਧਾਰ ਦੇ ਉੱਤੇ ਉਹ ਆਪਣੇ ਵਿਰੋਧੀਆਂ ਨਾਲ ਨਜਿੱਠ ਸਕਣ। ਉਹਨਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਉਹਨਾਂ ਨੂੰ ਪਾਣੀਆਂ ਦਾ ਨਜ਼ਰ ਆਇਆ, ਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਕੇਜਰੀਵਾਲ ਦੇ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ ਬਦਲਦੇ ਹੋਏ ਜਿਹੜੇ ਉਸ ਦੌਰ ਦੇ ਸਟੈਂਡ ਸੀ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੁਝ ਐਸੇ ਸਵਾਲ ਖੜੇ ਕਰ ਦਿੱਤੇ ਜਿਨ੍ਹਾਂ ਸਵਾਲਾਂ ਨੂੰ ਖੜੇ ਕਰਨ ਦੀ ਸ਼ਾਇਦ ਜ਼ਰੂਰਤ ਨਹੀਂ ਸੀ, ਔਰ ਉਹਨਾਂ ਦੀ ਤਕਨੀਕੀ ਤੌਰ ਤੇ ਕੋਈ ਬਹੁਤ ਜ਼ਿਆਦਾ ਅਹਿਮੀਅਤ ਵੀ ਨਹੀਂ ਸੀ, ਪਰ ਫਿਰ ਵੀ ਉਹਨਾਂ ਮੁੱਦਿਆਂ ਨੂੰ ਉਠਾ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚ ਜ਼ਮੀਨਾਂ ਵਾਪਸੀ ਦਾ ਇੱਕ ਨੋਟੀਫਿਕੇਸ਼ਨ ਵੀ ਸੀ, ਔਰ ਬਹੁਤ ਟੇਢੇ ਤਰੀਕੇ ਦੇ ਨਾਲ ਸਰਕਾਰੀ ਹੈਲਪ ਦੇ ਨਾਲ ਇਸ ਤਰੀਕੇ ਦੇ ਨਾਲ ਮਾਹੌਲ ਕ੍ਰੀਏਟ ਕੀਤਾ ਗਿਆ। ਬਾਅਦ ਦੇ ਵਿੱਚ ਕਹਿ ਦਿੱਤਾ ਗਿਆ ਕਿ ਕਿਸਾਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਨਹਿਰ ਨੂੰ ਪੂਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸੱਚਾਈ ਇਹੀ ਹੈ, ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਕਿਸਾਨਾਂ ਦਾ ਕੋਈ ਅਚਨਚੇਤੀ ਰਿਐਕਟ ਨਹੀਂ ਸੀ। ਜੇ ਕਿਸਾਨਾਂ ਦੇ ਅਚਨਚੇਤੀ ਰਿਐਕਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਜਦੋਂ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਸੀ, ਜਦੋਂ ਉਹਨਾਂ ਜ਼ਮੀਨਾਂ ਦੇ ਉੱਤੇ ਇੰਦਰਾ ਗਾਂਧੀ ਨਹਿਰ ਦਾ ਟੱਕ ਲਾਉਣ ਆ ਰਹੀ ਸੀ, ਜਦੋਂ ਟੱਕ ਲਾਉਣ ਆਈ ਇੰਦਰਾ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਸਵਾਗਤ ਦੇ ਇਸ਼ਤਿਹਾਰ ਜਾਰੀ ਕਰ ਰਹੇ ਸਨ, ਉਦੋਂ ਪੰਜਾਬ ਦੇ ਕਿਸਾਨਾਂ ਨੇ ਇਸ ਤਰ੍ਹਾਂ ਦਾ ਕੋਈ ਤਿੱਖਾ ਰਿਐਕਸ਼ਨ ਨਹੀਂ ਸੀ। ਅਕਾਲੀ ਦਲ ਤੇ CPIM ਦੀ ਅਗਵਾਈ 'ਚ ਉਹਨੂੰ ਧਰਮ ਯੁੱਧ ਮੋਰਚਾ ਸ਼ੁਰੂ ਕਰਦੇ ਕਰਦੇ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਤਰ੍ਹਾਂ ਵਾਪਸ ਲੈ ਲਿਆ ਸੀ। ਹੁਣ ਅਕਾਲੀ ਦਲ ਉਸੇ ਮੁੱਦੇ ਨੂੰ ਭੁਨਾਉਣ ਦੀ ਕੋਸ਼ਿਸ਼ ਕਰ ਰਿਹਾ। ਇਸੇ ਮੌਕੇ ਦੇ ਉੱਤੇ ਬਹੁਤ ਅਚੰਭਾਜਨਕ ਵੀ ਆ ਕੁਝ ਲੋਕਾਂ ਲਈ ਕਿ ਅਜੇ ਚੌਟਾਲਾ ਜਿਹੜਾ ਨਾਲ ਮੰਨਿਆ ਜਾਂਦਾ ਕਿ ਬਾਦਲ ਪਰਿਵਾਰ ਦੀ ਤੇ ਚੌਟਾਲਾ ਪਰਿਵਾਰ ਦੀ ਬਹੁਤ ਪੁਰਾਣੀ ਸਾਂਝ ਆ, ਉਹ ਸਾਂਝ ਸਿਆਸਤ ਨੂੰ ਵੀ ਦਰਕਿਨਾਰ ਕਰ ਦਿੰਦੀ ਹੈ, ਪੰਜਾਬ ਤੇ ਹਰਿਆਣੇ ਦੇ ਹਿੱਤਾਂ ਨੂੰ ਵੀ ਦਰਕਿਨਾਰ ਕਰ ਦਿੰਦੀ ਹੈ। ਪਰ ਅੱਜ ਦੀ ਤਰੀਕ ਦੇ ਵਿੱਚ ਹਰਿਆਣਾ ਦੇ ਵਿੱਚ ਆਪਣੀ ਸਪੇਸ ਜਿਹੜੀ ਲਗਭਗ ਗਵਾਚ ਚੁੱਕੀ ਹੈ, ਉਹਨੂੰ ਵਾਪਸ ਲੈਣ ਦੇ ਲਈ ਲੋਕ ਦਲ ਚੌਟਾਲਾ ਵਾਲੇ ਵੀ ਇਸ ਸਿਚੁਏਸ਼ਨ ਦੇ ਵਿੱਚ ਆ ਗਏ ਨੇ ਕਿ ਉਹ ਪੰਜਾਬ ਦੇ ਵਿੱਚ ਨਹਿਰ ਪੂਰਨ ਜਿਹੜੀ ਪੂਰੀ ਜਾ ਚੁੱਕੀ ਆ ਉਹਨੂੰ ਦੁਬਾਰਾ ਪੁੱਟਣ ਦੀ ਕਾਰਵਾਈ ਸ਼ੁਰੂ ਕਰਨਗੇ। ਇਹ ਇੱਕ ਤਰ੍ਹਾਂ ਦੇ ਨਾਲ ਮਾਹੌਲ ਨੂੰ ਗਰਮ ਕਰਨ ਦੀ ਇੱਕ ਕਹਿ ਲਓ ਰਣਨੀਤੀ ਕਹਿ ਸਕਦੇ ਹਾਂ, ਰਾਜਨੀਤੀ ਕਹਿ ਸਕਦੇ ਹਾਂ। ਹਾਲਾਂਕਿ ਰਿਐਲਿਟੀ ਦੇ ਵਿੱਚ ਸ਼ਾਇਦ ਨਾ ਤਾਂ ਉਹਨਾਂ ਕੋਲੇ ਇੰਨੀ ਜ਼ਿਆਦਾ ਕੋਈ ਸਿਆਸੀ ਜਿਹੜੀ ਹੈਗੀ ਤਾਕਤ ਹੈ ਕਿ ਉਹ ਪੰਜਾਬ ਦੇ ਵਿੱਚ ਦਾਖਲ ਹੋ ਕੇ ਪੰਜਾਬ ਦੇ ਵਿੱਚ ਆ ਕੇ ਐਡੀ ਵੱਡੀ ਕਾਰਵਾਈ ਕਰ ਲੈਣ। ਪੰਜਾਬ ਪੁਲਿਸ ਉਹਨਾਂ ਨੂੰ ਰੋਕ ਦੇਵੇਗੀ। ਹੋ ਸਕਦਾ ਕੇਂਦਰ ਸਰਕਾਰ ਵੀ ਐਨ ਆਖਰੀ ਦਿਨਾਂ ਦੇ ਵਿੱਚ ਆ ਕੇ ਪੈਰਾਮਿਲਟਰੀ ਫੋਰਸਿਸ ਦਾ ਤਾਇਨਾਤ ਕਰਨ ਦਾ ਕੰਮ ਕਰ ਦੇਵੇ। ਪਰ ਹਾਲੇ ਤੱਕ ਭਾਜਪਾ ਦੀ ਸਰਕਾਰ ਦੀ ਹਰਿਆਣੇ ਦੇ ਵਿੱਚ ਖਾਮੋਸ਼ੀ ਤੇ ਕੇਂਦਰ ਸਰਕਾਰ ਦੀ ਖਾਮੋਸ਼ੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਮਾਅਨੇ ਰੱਖਦੀ ਹੈ। ਸ਼ਾਇਦ ਇਹ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਮਾਮਲਾ ਗਰਮ ਹੋਵੇ ਤੇ ਗਰਮ ਹੋਏ ਮਾਮਲੇ ਦੇ ਵਿੱਚ ਜਿੱਦਾਂ ਦਾ ਮਾਹੌਲ ਹੋਵੇ ਉਹਦੇ ਮੁਤਾਬਕ ਗੱਲ ਕਰ ਲਈ ਜਾਵੇ। ਬਹੁਤ ਸੰਭਾਵਨਾ ਹੈ ਕਿ ਇਸ ਖਾਮੋਸ਼ੀ ਨੂੰ ਤੋੜਨ ਵੇਲੇ ਕੇਂਦਰ ਤੇ ਹਰਿਆਣਾ ਸਰਕਾਰ ਫਾਈਨਲੀ ਇੱਥੇ ਆ ਕੇ ਗੱਲ ਮੁਕਾ ਦੇਣ ਕਿ ਚੌਟਾਲੇ ਨੂੰ ਵੀ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਅਦਾਲਤ ਨੇ ਸਟੇਟਸ ਕੋ ਦੀਆਂ ਗੱਲਾਂ ਕਰ ਰੱਖੀਆਂ ਨੇ। ਮੈਨੂੰ ਲੱਗਦਾ ਚੌਟਾਲਾ ਦੀ ਰਣਨੀਤੀ ਅਸਲ 'ਚ ਆਪਣੀ ਗਵਾਚੀ ਸਪੇਸ
ਜਿਹੜੀ ਹੈ ਉਹਨੂੰ ਵਾਪਸ ਲੈਣ ਦੀ ਹੈ। ਔਰ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਚੋਣਾਂ ਤੋਂ ਬਾਅਦ ਬੇਸ਼ੱਕ ਰਿਜ਼ਲਟ ਕੁਝ ਵੀ ਆਉਣ, ਤਕਨੀਕੀ ਤੌਰ ਤੇ ਹਾਲੇ ਸੱਤਾ ਵਿੱਚ ਆ, ਔਰ ਉਹ ਕਦੇ ਵੀ ਅਫੋਰਡ ਨਹੀਂ ਕਰੇਗਾ ਕਿ ਪੰਜਾਬ ਦੇ ਸਵਾਲ ਦੇ ਉੱਤੇ, ਉਹ ਪੰਜਾਬ ਦੇ ਇਸ ਪਾਣੀ ਦੇ ਸਵਾਲ ਦੇ ਉੱਤੇ ਚੁਟਾਲੇ ਦੀ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਉਹ ਦਖਲ ਅੰਦਾਜ਼ੀ ਨੂੰ ਸਵੀਕਾਰ ਕਰ ਲੈਣ। ਬਾਕੀ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਸਾਜ਼ਿਸ਼ ਕੀ ਹੈ। ਕਿਉਂਕਿ ਇੱਕ ਗੱਲ ਤਾਂ ਸਭ ਨੂੰ ਪਤਾ ਕਿ ਪਾਣੀਆਂ ਦਾ ਮਾਮਲਾ ਸਿਰਫ ਅਦਾਲਤ ਵਿੱਚ ਹੀ ਨਹੀਂ ਹੈ, ਪਾਣੀਆਂ ਦੇ ਮਾਮਲੇ ਨਾਲ ਸੰਬੰਧਿਤ ਇੱਕ ਬਕਾਇਦਾ ਭਾਰਤੀ ਸੰਵਿਧਾਨ ਦੇ ਵਿੱਚ ਕਾਨੂੰਨ ਹੈ। ਪਰ ਮੈਂ ਬਿਲਕੁਲ ਕਲੀਅਰ ਕਹਾਂਗਾ ਕਿ ਉਹ ਕਾਨੂੰਨ ਤੋੜ ਕੇ ਹੀ ਇਹ ਨਹਿਰ ਪੁੱਟੀ ਗਈ ਹੈ ਹੁਣ ਤੱਕ। ਔਰ ਜਿਵੇਂ ਕਿਹਾ ਜਾਂਦਾ ਕਿ ਬਹੁਤ ਸਾਰਾ ਪਾਣੀ ਵਹਿ ਗਿਆ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ, ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹਦੇ ਪੁੱਟੇ ਹੋਏ ਥਾਂ ਦੇ ਵਿੱਚ ਦੀ ਬਹੁਤ ਸਾਰਾ ਪੰਜਾਬੀਆਂ ਦਾ ਖੂਨ ਵੀ ਵਹਿ ਗਿਆ, ਜਿਹਦੇ ਵਿੱਚ ਗੈਰ ਪੰਜਾਬੀ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਦਹਿਸ਼ਤਗਰਦਾਂ ਨੇ ਉਦੋਂ ਕਤਲ ਕਰ ਦਿੱਤਾ ਸੀ ਜਦੋਂ ਨਹਿਰ ਦੀ ਖੁਦਾਈ ਚੱਲ ਰਹੀ ਸੀ। ਪਰ ਮੈਂ ਸਮਝਦਾ ਤੇ ਦੋਨਾਂ ਰਾਜਾਂ ਦੇ ਵਿੱਚ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਨੂੰ ਘੱਟੋ ਘੱਟ ਬਾਜ਼ ਆਉਣਾ ਚਾਹੀਦਾ। ਔਰ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੇ ਉਹਨੂੰ ਕਾਨੂੰਨ ਦੇ ਆਧਾਰ ਦੇ ਉੱਤੇ ਇਸ ਮੁੱਦੇ ਉੱਤੇ ਕੇਸ ਕਰਨਾ ਚਾਹੀਦਾ। ਨਹਿਰ ਦੇ ਬਾਰੇ ਅਵਾਰਡ ਦੇ ਆਧਾਰ ਉੱਤੇ ਲੜਾਈ ਨਹੀਂ ਲੜਨੀ ਚਾਹੀਦੀ। ਕਾਨੂੰਨ ਜਿਹੜਾ ਕੁਦਰਤੀ ਸਾਧਨਾਂ ਦੀ ਰਾਖੀ ਦਾ ਹੈ ਹਰ ਰਾਜ ਦਾ, ਉਹਦੇ ਆਧਾਰ ਤੇ ਸਾਨੂੰ ਕੇਸ ਕਰਨਾ ਚਾਹੀਦਾ ਸੀ। ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜੀ ਸਰਕਾਰਾਂ ਆਮ ਤੌਰ ਤੇ ਕਾਂਗਰਸ ਤੇ ਇਲਜ਼ਾਮ ਲਾਉਂਦੀਆਂ ਨੇ ਉਸ ਆਧਾਰ ਤੇ ਲੜਾਈ ਲੜਨ ਤੋਂ ਪਿਛਲੇ 10 ਸਾਲਾਂ ਤੋਂ ਗੁਰੇਜ਼ ਕਿਉਂ ਕਰ ਰਹੀਆਂ ਨੇ। ਜੀ ਮੇਰੇ ਨਾਲ ਇੱਕ ਕਾਲਰ ਜੁੜ ਗਏ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਸਾਡੇ ਨਾਲ ਜੁੜੇ ਰਹਿਣ। ਅਸੀਂ ਇੱਕ ਵਾਰੀ ਸਾਡੇ ਜਿਹੜੇ ਸਾਡੇ ਨਾਲ ਸਾਡੇ ਪੈਨਲਿਸਟ ਜੁੜੇ ਹੋਏ ਨੇ ਉਹਨਾਂ ਦਾ ਓਪਨਿੰਗ ਕਮੈਂਟ ਲੈ ਲਈਏ। 810 ਨੰਬਰ ਹੈ ਜੀ ਕਾਲਰ ਦਾ, ਮੇਰੇ ਨਾਲ ਰਹਿਣਾ ਜੀ। ਸੀਪੀ ਜੀ ਕੀ ਕਹਿਣਾ ਤੁਹਾਡਾ ਚੌਟਾਲਾ ਸਾਹਿਬ ਦੀ ਧਮਕੀ ਦੇ ਉੱਪਰ? ਕੁਲਬੀਰ ਜੀ ਬਿਲਕੁਲ ਜਿਵੇਂ ਸ਼ਬੀਰ ਜੀ ਨੇ ਕਿਹਾ ਕਿ ਕੋਰਟ ਦਾ ਮਸਲਾ ਕੋਰਟ ਦੇ ਵਿੱਚ ਹੈ, ਕੋਰਟ ਦਾ ਕੀ ਡਿਸੀਜਨ ਆਉਂਦਾ ਹੈ ਜਾਂ ਜਿਹੜੇ ਰੂਲਿੰਗ ਜਾਂ ਜਿਹੜੀਆਂ ਟ੍ਰੀਟੀਆਂ ਹੋਈਆਂ ਆਪਸ ਦੇ ਵਿੱਚ ਉਹਦੇ ਬੇਸ ਦੇ ਉੱਪਰ ਜੇ ਫੈਸਲਾ ਲਿਆ ਜਾਵੇ ਤਾਂ ਸ਼ਾਇਦ ਜ਼ਿਆਦਾ ਵਧੀਆ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਪਲੱਸ ਜਿਹੜਾ INLD ਗਰੁੱਪ ਹੈ, ਜਿਹੜਾ ਚੌਟਾਲਾ ਗਰੁੱਪ ਹੈਗਾ ਹਰਿਆਣੇ ਦੇ ਵਿੱਚ, ਇਹਨਾਂ ਦੀ ਬਹੁਤ ਪੁਰਾਣੀ ਨੇੜਤਾ ਹੈ। ਔਰ ਬਿਲਕੁਲ ਨੇੜਤਾ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਉਹਦਾ ਮੇਨ ਮੁੱਦਾ ਜਿਹੜਾ ਰਿਹਾ ਉਹ ਸਾਰੇ ਮੁੱਦਿਆਂ ਦੇ ਵਿੱਚੋਂ ਇੱਕ ਮੇਨ ਮੁੱਦਾ ਜਿਹੜਾ ਪਾਣੀਆਂ ਦਾ ਮੁੱਦਾ ਵੀ ਰਿਹਾ। ਔਰ ਸ਼ਾਇਦ ਇਸੇ ਕਰਕੇ ਚੌਟਾਲਾ ਨੇ ਪਰਸੋਂ ਕਾਨਫਰੰਸ ਕਰਕੇ ਜੀ 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 ਅਭੈ ਚੌਟਾਲਾ ਨੇ ਸ਼ਾਇਦ ਇਸੇ ਕਰਕੇ ਇਸ ਚੀਜ਼ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਸ਼ਾਇਦ ਉਹ ਹਰਿਆਣੇ ਕੋਲ ਕਹਿ ਲਓ ਜਾਂ ਜਿਹੜੇ ਪਟਿਆਲੇ ਦੇ ਨਾਲ ਲੱਗਦੇ ਜਿਹੜੇ ਸਾਡੇ ਬਾਰਡਰ ਏਰੀਆ ਨੇ ਹਰਿਆਣੇ ਦੇ ਵਿੱਚ, ਕਪੂਰੀ ਹੋ ਗਿਆ ਜਾਂ ਸ਼ੰਭੂ ਬਾਰਡਰ ਏਰੀਆ ਹੋ ਗਿਆ, ਉਸ ਏਰੀਆ ਦੇ ਵਿੱਚ ਤੁਸੀਂ ਜੇ ਦੇਖਿਆ ਜਾਵੇ ਤਾਂ INLD ਕੋਲ ਜਾਂ ਉਹਨਾਂ ਦੇ ਜਿਹੜੇ SYL ਦੀ ਫੇਵਰ ਦੇ ਵਿੱਚ ਜਿਹੜੇ ਸੰਗਠਨ ਹੈਗੇ ਨੇ ਹਰਿਆਣੇ ਦੇ ਵਿੱਚ, ਉਹ ਇੰਨੇ ਸક્ષਮ ਨਹੀਂ ਹੋਣਗੇ ਜਿੰਨੀ ਕਿ ਧਮਕੀ ਦੇ ਨਾਲ ਅਭੈ ਚੌਟਾਲਾ ਨੇ ਸਟੇਟਮੈਂਟ ਦਿੱਤੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਪ੍ਰੈਕਟੀਕਲ ਹੋਊਗਾ। ਲੇਕਿਨ ਬੀਇੰਗ ਇਨ ਰੂਲਿੰਗ ਗਵਰਨਮੈਂਟ, ਪੰਜਾਬ ਗਵਰਨਮੈਂਟ ਵੱਲੋਂ ਜਿਹੜੇ ਮੈਜਰਮੈਂਟ ਸਟੈਪਸ ਚੱਕੇ ਗਏ ਨੇ ਉਹ ਸ਼ਾਇਦ ਉਹ ਇਸੇ ਕਰਕੇ ਚੱਕੇ ਗਏ ਨੇ ਕਿਉਂਕਿ ਅੱਜ ਦੀ ਡੇਟ ਹੈ ਕਿ ਜਦੋਂ ਇਹਨਾਂ 3-4 ਬਾਰਡਰ ਏਰੀਆਜ਼ ਦੇ ਵਿੱਚ ਜਿਹੜੀ ਪੈਰਾਮਿਲਟਰੀ ਫੋਰਸਿਸ ਨੂੰ ਉਹਨਾਂ ਨੇ ਮੰਗਿਆ ਸੈਂਟਰ ਤੋਂ, ਪਲੱਸ ਉਹਨਾਂ ਨੇ ਪੰਜਾਬ ਪੁਲਿਸ ਜਾਂ ਹੋਰ ਜਿਹੜੇ ਆਰਮਡ ਫੋਰਸਿਸ ਹੈਗੀਆਂ ਨੇ ਉਹਨਾਂ ਨੂੰ ਉੱਥੇ ਤਾਇਨਾਤ ਕਰ ਦਿੱਤਾ ਹੈ। ਪਰ ਮੈਨੂੰ ਇਹਦੇ ਵਿੱਚ ਕੋਈ ਬਹੁਤਾ ਇਫੈਕਟਿਵ ਵੇ ਨਹੀਂ ਲੱਗਦਾ ਔਰ ਨਾ ਹੀ ਇਦਾਂ ਦਾ ਕੁਝ ਹੋਣ ਵਾਲਾ, ਕਿਉਂਕਿ SYL ਦਾ ਮੁੱਦਾ ਜਿਹੜਾ ਉਹ ਇਹਨਾਂ 4-5-10 ਦਿਨਾਂ ਦਾ ਨਹੀਂ ਹੈ। ਆਈ ਥਿੰਕ ਕਿੰਨੇ ਸਾਲਾਂ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ ਔਰ ਸ਼ਾਇਦ ਇਸੇ ਕਰਕੇ ਇਹਨੂੰ ਬਹੁਤ ਜ਼ਿਆਦਾ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦਾ ਕੋਈ ਵੀ ਟਵੀਟ ਹਾਲੇ ਤੱਕ ਨਹੀਂ ਆਇਆ, ਸਿਰਫ ਦਲਜੀਤ ਸਿੰਘ ਚੀਮਾ ਨੇ ਇਹਦੇ ਉੱਪਰ ਥੋੜੀ ਜਿਹੀ ਗੱਲ ਕੀਤੀ ਹੈ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਇੱਕ ਕਹਿ ਲਓ ਕਿ ਅੱਗ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕੀਤਾ ਜਾ ਰਿਹਾ, ਬਟ ਅਦਰਵਾਈਜ਼ ਇਹਦੇ ਵਿੱਚ ਰਿਐਲਿਟੀ ਦੇਖੋ ਤਾਂ ਮੈਨੂੰ ਕੋਈ ਖਾਸ ਨਹੀਂ ਲੱਗਦਾ। ਸ਼ਿਵਪੀ ਸਿੰਘ ਜੀ ਪੰਜਾਬ ਸਰਕਾਰ ਵੱਲੋਂ ਤਾਂ ਫਿਰ ਵੀ ਜਿਹੜਾ ਇਹਦੇ ਉੱਪਰ ਰਿਐਕਸ਼ਨ ਆ ਗਿਆ, ਪਰ ਜਿਸ ਤਰੀਕੇ ਨਾਲ ਸ਼ਬਦੀਪ ਜੀ ਨੇ ਗੱਲ ਕੀਤੀ ਸੀ ਕਿ ਬਾਦਲਾਂ ਨੇ ਇਹ ਜਿਹੜਾ SYL ਦਾ ਪੈਂਤਰਾ ਸੀ ਉਹ ਇੱਕ ਸਿਰਫ ਤੇ ਸਿਰਫ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣ ਰਹੀ ਚੜ੍ਹਤ ਨੂੰ ਰੋਕਣ ਵਾਸਤੇ ਇੱਕ ਮੁੱਦਾ ਕ੍ਰੀਏਟ ਕੀਤਾ ਸੀ ਤਾਂ ਕਿ ਅਰਵਿੰਦ ਕੇਜਰੀਵਾਲ ਨੂੰ ਧਰਮ ਸੰਕਟ ਵਿੱਚ ਪਾਇਆ ਜਾਵੇ ਕਿ ਉਹ ਹਰਿਆਣੇ ਦੇ ਨਾਲ ਨੇ, ਦਿੱਲੀ ਦੇ ਨਾਲ ਨੇ ਜਾਂ ਪੰਜਾਬ ਦੇ ਨਾਲ ਨੇ। ਇਸ ਕਰਕੇ ਮੁੱਦੇ ਨੂੰ ਜਿਹੜਾ ਸੀ ਉਹ ਇਲੈਕਸ਼ਨ ਤੋਂ ਪਹਿਲਾਂ ਤੂਲ ਦਿੱਤੀ ਗਈ ਸੀ। ਪਰ ਜੇ ਅੱਜ ਦੀ ਗੱਲ ਵੀ ਕਰੀਏ ਤਾਂ ਸ਼ਾਇਦ ਬਾਦਲਾਂ ਦਾ ਜਿਹੜਾ ਉਸ ਵੇਲੇ ਵਾਲੀ ਉਹ ਕਾਰਵਾਈ ਸੀ ਉਹ ਅੱਜ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆਮ ਆਦਮੀ ਪਾਰਟੀ ਨੂੰ ਪ੍ਰਭਾਵਿਤ ਕਰਤੀ, ਕਿਉਂਕਿ ਹਰ ਪੰਜਾਬ ਦੀ ਸਿਆਸੀ ਪਾਰਟੀ ਵੱਲੋਂ ਇਹਦੇ ਉੱਪਰ ਹੁਣ ਤੱਕ ਰਿਐਕਸ਼ਨ ਦੇ ਦਿੱਤਾ ਗਿਆ, ਪਰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਜਾਂ ਦਿੱਲੀ ਦੀ ਉਹਨਾਂ ਦੀ ਇਕਾਈ ਵੱਲੋਂ ਅਜੇ ਤੱਕ ਇਹਦੇ ਉੱਪਰ ਕੋਈ ਜਿਹੜਾ ਹੈ ਪੁਖਤਾ ਬਿਆਨ ਨਹੀਂ ਆਇਆ। ਮੇਰੀ ਨੌਲੇਜ ਦੇ ਮੁਤਾਬਕ ਅਜੇ ਤੱਕ ਕਿਸੇ ਨੇ ਵੀ ਇਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ। ਇੱਥੋਂ ਇੱਕ ਗੱਲ ਤੇ ਸਪਸ਼ਟ ਆ ਕਿ ਆਮ ਆਦਮੀ ਪਾਰਟੀ
SYL ਦੇ ਮੁੱਦੇ ਦੇ ਉੱਪਰ ਕਿਤੇ ਨਾ ਕਿਤੇ ਜਿਹੜੀ ਅਜੇ ਵੀ ਕਨਫਿਊਜ਼ ਆ ਕਿ ਉਹਨੂੰ ਕਿੱਦਾਂ ਦੇ ਸਟੈਪਸ ਜਿਹੜੇ ਲੈਣੇ ਚਾਹੀਦੇ। ਪਰ ਮੇਰਾ ਖਿਆਲ ਆ ਅਭੈ ਚੌਟਾਲਾ ਨੇ ਜਿਹੜੀ ਗੱਲਬਾਤ ਕੀਤੀ ਆ, ਇਸ ਗੱਲਬਾਤ ਦੇ ਉੱਪਰ ਚਾਹੇ ਉਹ ਪੰਜਾਬ ਦੇ ਹੱਕ 'ਚ ਹੋਣ ਜਾਂ ਨਾ ਹੋਣ, ਪਰ ਜਿਹੜੀ ਅਭੈ ਚੌਟਾਲਾ ਦੀ ਧਮਕੀ ਆ ਦੇ ਉੱਪਰ ਰਿਐਕਟ ਕਰਨਾ ਜ਼ਰੂਰ ਬਣਦਾ। ਮੇਰੇ ਨਾਲ ਇਹ ਕਾਲਰ ਜੁੜੇ ਨੇ ਜੀ, 810 ਉਹਨਾਂ ਦਾ ਹੈਗਾ ਜੀ ਲਾਸਟ ਨੰਬਰ। ਪਰਮਜੀਤ ਜੀ ਵੀ ਮੇਰੇ ਨਾਲ ਜੁੜ ਚੁੱਕੇ ਨੇ। ਪਰਮਜੀਤ ਜੀ, ਮੈਂ ਤੁਹਾਡੇ ਵੱਲ ਦੁਬਾਰਾ ਆ ਰਿਹਾ ਜੀ, ਸਿਰਫ ਇੱਕ ਵਾਰੀ ਕਾਲਰ ਪਹਿਲਾਂ ਆਪਾਂ ਲੈ ਲੈਣੇ ਜੀ। ਹੈਲੋ ਹੈਲੋ, ਲਾਸਟ 4 ਨੰਬਰ ਨੇ 0810। ਹੈਲੋ, ਤੁਸੀਂ ਆਨ 에ਅਰ ਹੋ ਜੀ ਮੇਰੇ ਨਾਲ 0810। ਮੇਰਾ ਖਿਆਲ ਹੈ ਉਹਨਾਂ ਦੀ ਕਾਲ ਜਿਹੜੀ ਡਿਸਕਨੈਕਟ ਹੋ ਗਈ, ਕਿਉਂਕਿ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਉਹ। ਪਰਮਜੀਤ ਜੀ, ਕੀ ਲੱਗਦਾ ਤੁਹਾਨੂੰ? ਹੈਲੋ ਹੈਲੋ, ਕਾਲਰ ਮੇਰੇ ਨਾਲ ਨੇ ਜੀ। ਹੈਲੋ, ਹਾਂਜੀ, ਥੋੜਾ ਲਾਊਡ ਬੋਲੋਗੇ ਜੀ, ਤੁਹਾਨੂੰ ਸੁਣ ਨਹੀਂ ਪਾ ਰਿਹਾ ਮੈਂ। ਹਾਂਜੀ, ਮੈਂ ਮਲਵਾਕੀ ਤੋਂ ਬੋਲ ਰਹੇ ਹਾਂ, ਸੁਦੀਪ ਸਿੰਘ ਮਾਨ ਜੀ। ਹਾਂਜੀ, ਥੋੜਾ ਲਾਊਡ ਜੀ। ਤੁਹਾਡੇ ਪਾਣੀ ਦਾ ਵਿਸ਼ੇ ਤੇ ਮੈਂ ਜਿਹੜਾ ਸੁਣਿਆ ਸਾਰਾ ਇਹ, ਹਾਂਜੀ, ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਪਾਣੀ ਦਾ ਜਿਹੜਾ ਮਸਲਾ ਹੈ ਇਹ, ਹੈਲੋ, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਜੀ, ਤੁਸੀਂ ਕੰਟੀਨਿਊ ਰੱਖੋ ਜੀ। ਹਾਂਜੀ, ਦੇਖੋ ਜਿਹੜਾ ਪਾਣੀ ਦਾ ਮਸਲਾ ਹੈ, ਹਾਂਜੀ, ਇਹ ਮਸਲਾ ਇਕੱਲਾ ਆਪਣੇ ਪੰਜਾਬ ਦਾ ਨਹੀਂ, ਪਾਣੀ ਕੀ ਪੰਜਾਬੀਆਂ ਨੂੰ ਚਾਹੀਦਾ, ਇਹ ਸਾਰੇ ਇੰਡੀਆ ਨੂੰ ਪਾਣੀ ਚਾਹੀਦਾ। ਇਹ ਜੇ ਆਪਾਂ ਇਹ ਗੱਲ ਸੋਚੀਏ ਕਿ ਪੰਜਾਬ ਨੂੰ ਪਾਣੀ ਦੇ ਦਿਓ ਬਾਕੀ, ਹਾਂਜੀ, ਜੇ ਆਪਾਂ ਇਹ ਸੋਚੀਏ ਕਿ ਹਰਿਆਣੇ ਵਾਲਿਆਂ ਨੂੰ ਪਾਣੀ ਨਾ ਦੇਈਏ ਜਾਂ ਕਰਨਾਟਕ ਵਾਲਿਆਂ ਨੂੰ ਪਾਣੀ ਨਾ ਦੇਈਏ, ਕਿ ਉਹ ਸਾਡੇ ਭਾਈ ਭੈਣ ਨਹੀਂ ਹੈਗੇ, ਕਿ ਉਹਨਾਂ ਦਾ ਰਾਈਟ ਨਹੀਂ ਹੈ। ਇਹ ਸੈਂਟਰਲ ਗੌਰਮੈਂਟ ਦੀ ਡਿਊਟੀ ਹੈ ਕਿ ਪਾਣੀ ਪ੍ਰੋਵਾਈਡ ਕਰਨਾ ਸਾਰੇ ਹਿੰਦੁਸਤਾਨ ਨੂੰ ਹੈ, ਨਾ ਕਿ ਇਹਦੇ ਤੇ ਕੋਈ ਇਹ ਨੇਤਾਗਿਰੀ ਕਰਨ ਪਾਣੀ ਦੇ ਉੱਤੇ। ਬਾਦਲ ਨੇ ਬਹੁਤ ਨੇਤਾਗਿਰੀ ਕੀਤੀ ਹੈ ਪਾਣੀ ਤੇ, ਇਸ ਕਰਕੇ ਪਾਣੀ ਦਾ ਇਸ਼ੂ ਨਾ ਬਣਾਇਆ ਜਾਵੇ ਹਿੰਦੁਸਤਾਨ ਦੇ ਵਿੱਚ। ਇਹ ਇੱਕ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਹਰ ਘਰ ਦੇ ਵਿੱਚ ਪਾਣੀ ਪਹੁੰਚਾਉਣਾ। ਸੈਂਟਰਲ ਗੌਰਮੈਂਟ ਦਾ ਜੋ ਪ੍ਰਾਈਮ ਮਿਨਿਸਟਰ ਮੋਦੀ ਹੈ ਕਿ ਉਹ ਗੱਲ ਨੂੰ ਸਮਝੇ ਕਿ ਮੈਂ ਪਾਣੀ ਪ੍ਰੋਵਾਈਡ ਕਰਨਾ। ਜੇ ਪਾਣੀ ਪੰਜਾਬ ਵਾਲੇ ਪਾਣੀ ਬੰਦ ਕਰ ਦੇਣਗੇ ਤੇ ਸਾਡੇ ਦੂਜੇ ਜਿਹੜੇ ਭਰਾ ਨੇ ਉਹ ਪਾਣੀ ਤੋਂ ਪਿਆਸੇ ਰਹਿ ਜਾਣਗੇ ਜੀ। ਪੰਜਾਬ ਪਹਿਲਾਂ ਹੀ ਬਹੁਤ ਸਾਰਾ ਪਾਣੀ ਦਿੰਦਾ ਜੀ ਉਹਨਾਂ ਨੂੰ। ਇੱਕ ਮੈਂ ਤੁਹਾਨੂੰ ਦੱਸਦਾ ਜੀ, ਇੱਕ ਕਾਨੂੰਨ ਹੁੰਦਾ ਰਾਈਪੇਰੀਅਨ ਲਾ, ਉਹਦੇ ਅਕੋਰਡਿੰਗ ਜਿੰਨਾ ਪੰਜਾਬ ਨੇ ਪਾਣੀ ਪਹਿਲਾਂ ਦਿੱਤਾ ਹੋਇਆ ਉਹ ਵੀ ਜ਼ਿਆਦਾ। ਜਦੋਂ ਤੁਹਾਡੇ ਕੋਲ ਆਪਣੇ ਕੋਲ ਪਾਣੀ ਹੋਵੇ ਉਦੋਂ ਜਿਹੜਾ ਹੈ ਤੁਸੀਂ ਵਾਧੂ ਪਾਣੀ ਕਿਸੇ ਨੂੰ ਦੇ ਸਕਦੇ ਹੋ। ਸੈਂਟਰਲ ਗੌਰਮੈਂਟ ਨਾਲ ਲੜਾਈ ਇਸ ਗੱਲ ਦੀ ਹੈ ਕਿ ਕਾਨੂੰਨ ਦੇ ਆਧਾਰ ਦੇ ਉੱਪਰ ਜਿਹੜਾ ਕਿਸੇ ਦਾ ਹੱਕ ਬਣਦਾ ਉਹਨੂੰ ਦੇ ਦਿੱਤਾ ਜਾਵੇ। ਮੇਰਾ ਖਿਆਲ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ ਆ। ਹਾਂਜੀ, ਪਰਮਜੀਤ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ, ਕੀ ਲੱਗਦਾ ਤੁਹਾਨੂੰ ਕਿ ਜਿਹੜੀ ਬਾਦਲ ਨੇ ਅਸੈਂਬਲੀ ਦੇ ਵਿੱਚ ਬੀਜੇਪੀ ਬਾਦਲ ਸਰਕਾਰ ਵੱਲੋਂ ਰੈਜ਼ੋਲੂਸ਼ਨ ਪਾ ਕੇ ਕਿਸਾਨਾਂ ਦੀ ਜਿਹੜੀ ਜ਼ਮੀਨ ਵਾਪਸ ਕਰਨ ਦੀ ਗੱਲ ਕਰ ਦਿੱਤੀ ਸੀਗੀ, ਉਹ ਬਹੁਤ ਵੱਡੀ ਕਨਫਿਊਜ਼ਨ ਤਿਆਰ ਕਰਨ ਵਾਲੀ ਹੈ ਸਾਡੇ ਵਾਸਤੇ, ਪੰਜਾਬੀਆਂ ਵਾਸਤੇ, ਜਾਂ ਦੁਬਾਰਾ ਪੰਜਾਬ ਦੇ ਲਈ ਇੱਕ ਬਹੁਤ ਵੱਡਾ ਮੁੱਦਾ ਖੜਾ ਕਰ ਦੇਗੀ? ਕਿਉਂਕਿ ਸਿਚੁਏਸ਼ਨ ਇਹ ਹੋ ਜਾਏਗੀ ਕਿ ਹਰਿਆਣਾ ਕਹੇਗਾ ਕਿ ਸਾਡਾ ਹੱਕ ਬਣਦਾ, ਅਸੀਂ ਲੈਣਾ। ਪੰਜਾਬ ਸਰਕਾਰ ਵੱਲੋਂ ਇਸ ਮੁੱਦੇ ਨੂੰ ਬੰਦ ਕਰ ਦਿੱਤਾ ਗਿਆ। ਦੋਨਾਂ ਸਟੇਟਾਂ ਦੇ ਵਿੱਚ ਇੱਕ ਜਿਹੜਾ ਤਣਾਅ ਹੈ ਉਹ ਦੁਬਾਰਾ ਸ਼ੁਰੂ ਹੋ ਸਕਦਾ। ਮੈਂ ਇਹਦੇ ਬਾਰੇ ਇਹੀ ਕਹਿਣਾ ਚਾਹੂੰਗਾ ਜੀ ਕਿ ਇੱਕ ਤਾਂ ਪਹਿਲਾਂ ਆਪਾਂ ਇਸ ਚੀਜ਼ ਵੱਲ ਧਿਆਨ ਦਈਏ ਕਿ ਭ੍ਰਸ਼ਟਾਚਾਰ ਦੇ ਮੁੱਦੇ ਤੇ ਹਰਿਆਣੇ ਦੀ ਸਿਆਸਤ ਬੈਕਫੁੱਟ ਤੇ ਗਈ INLD ਇੱਕ ਵਾਰੀ ਦੁਬਾਰਾ ਤੋਂ ਆਪਣੀ ਸਿਆਸਤ ਦੀ ਜ਼ਮੀਨ ਖੋਜਣ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ 11 ਮਾਰਚ ਨੂੰ ਬਣੇਗੀ ਔਰ ਜੋ ਵੀ ਸਰਕਾਰ ਬਣੇਗੀ ਉਹਦੇ ਵਾਸਤੇ ਇਹ ਇੱਕ ਵੱਡਾ ਚੈਲੰਜ ਬਣ ਕੇ ਸਾਹਮਣੇ ਆਏਗਾ। ਇਸ ਗੱਲ ਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੂੰ ਵੀ ਪਤਾ, ਇਸ ਗੱਲ ਦਾ ਕਾਂਗਰਸ ਨੂੰ ਵੀ ਪਤਾ, ਇਸ ਗੱਲ ਦਾ ਆਮ ਆਦਮੀ ਪਾਰਟੀ ਨੂੰ ਵੀ ਪਤਾ। ਬਿਲਕੁਲ, ਆਮ ਆਦਮੀ ਪਾਰਟੀ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਉਹ ਹਲੇ ਅਰਵਿੰਦ ਕੇਜਰੀਵਾਲ ਧਰਮ ਸੰਕਟ ਨੇ ਕਿ ਉਹ ਕਿਸ ਪਾਸੇ ਦੀ ਗੱਲ ਕਰਨ, ਕਿਸ ਪਾਸੇ ਦੀ ਗੱਲ ਨਾ ਕਰਨ। ਬਾਦਲ ਸਰਕਾਰ ਇਸ ਮੁੱਦੇ ਨੂੰ ਇਲੈਕਸ਼ਨਾਂ ਤੋਂ ਬਿਲਕੁਲ ਪਹਿਲਾਂ ਇਸ ਕਰਕੇ ਲੈ ਕੇ ਆਈ ਤਾਂ ਜੋ ਉਹਨਾਂ ਤੇ ਲੱਗ ਰਹੇ ਜਿਹੜੇ ਬਾਕੀ ਦੇ ਇਲਜ਼ਾਮ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਫੇਡ ਆਊਟ ਕਰ ਦਿੱਤਾ ਜਾਵੇ ਜੀ। SYL ਦਾ ਇਸ਼ੂ ਇੱਕ ਇਸ ਤਰ੍ਹਾਂ ਦਾ ਇਸ਼ੂ ਹੈਗਾ ਕਿ ਜਿਹੜਾ ਮੇਰੀ ਨਜ਼ਰ ਦੇ ਵਿੱਚ ਇਹ ਪਾਣੀ ਦੇ ਵਿੱਚ ਮਧਾਣੀ ਮਾਰਨ ਵਾਲੀ ਗੱਲ ਹੈ, ਸ਼ਾਇਦ ਇੰਨੀ ਜਲਦੀ ਹੱਲ ਨਹੀਂ ਹੋਏਗਾ। ਔਰ ਜਿਸ ਤੱਕ ਰਹੀ ਚੌਟਾਲਾ ਸਾਹਿਬ ਵੱਲੋਂ 23 ਫਰਵਰੀ ਨੂੰ ਪੰਜਾਬ ਦੇ ਬਾਰਡਰ ਤੇ ਆ ਕੇ ਕੁਝ ਵੀ ਪ੍ਰੋਟੈਸਟ ਕਰਨ ਦੀ ਗੱਲ, ਉਹਦੇ ਵਿੱਚ ਮੇਰਾ ਇਹ ਕਹਿਣਾ ਕਿ ਸਰਕਾਰਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੁੰਦਾ। ਜੇ ਖੱਟਰ ਸਾਹਿਬ ਚਾਹਣ ਤਾਂ ਲਾਅ ਐਂਡ ਆਰਡਰ ਖਰਾਬ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ।
ਦੂਸਰੀ ਚੀਜ਼ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਜੀ SYL ਖੋਦਾਂਗੇ, ਦਲ ਖਾਲਸਾ ਵੱਲੋਂ ਬਿਆਨ ਆਇਆ, ਕਾਂਗਰਸ ਪਾਰਟੀ ਵੱਲੋਂ ਬਿਆਨ ਆਇਆ, ਉਹ ਸਾਰੀ ਕਿਤੇ ਨਾ ਕਿਤੇ ਇੱਕ ਸਿਆਸਤ ਦਾ ਹੀ ਹਿੱਸਾ ਹੈ। ਮੈਂ ਇੰਨੇ ਸਾਲਾਂ ਤੋਂ ਪੱਤਰਕਾਰੀ ਦੇ ਵਿੱਚ ਇਹੀ ਚੀਜ਼ ਦੇਖ ਰਿਹਾ, ਇਹ ਸਾਰਾ ਕੁਝ ਕਿਤੇ ਨਾ ਕਿਤੇ ਫਰੈਂਡਲੀ ਮੈਚ ਹੁੰਦਾ ਇਸ ਤਰ੍ਹਾਂ ਦਾ। ਬਾਦਲ ਸਾਹਿਬ ਨੇ ਖੱਡੇ ਖੋਦ ਦਿੱਤੇ ਨਵੀਂ ਸਰਕਾਰ ਵਾਸਤੇ, ਚੌਟਾਲਾ ਸਾਹਿਬ ਉਹਨਾਂ ਖੱਡਿਆਂ ਦੇ ਵਿੱਚ ਆਪਣੀ ਜ਼ਮੀਨ ਤਲਾਸ਼ ਕਰ ਰਹੇ ਨੇ, ਤੇ ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ ਹੈਗੀ ਹੈ ਉਹ ਸਿਰਫ ਔਰ ਸਿਰਫ ਲਾਅ ਐਂਡ ਆਰਡਰ ਵਾਸਤੇ ਇੱਕ ਚੈਲੰਜ ਖੜਾ ਕਰੇਗੀ। ਇਸ ਤੋਂ ਬਾਅਦ ਇਹਦੇ ਵਿੱਚ ਕੁਝ ਨਹੀਂ ਹੋਣ ਵਾਲਾ, ਕਿਉਂਕਿ ਮੈਟਰ ਜਿਹੜਾ ਹੈਗਾ ਕੋਰਟ ਦੇ ਵਿੱਚ ਹੈ, ਤਾਂ ਕੋਈ ਵੀ ਸਰਕਾਰ, ਕੋਈ ਵੀ ਐਡਮਿਨਿਸਟ੍ਰੇਸ਼ਨ, ਕੋਈ ਵੀ ਬਿਊਰੋਕ੍ਰੇਸੀ ਜਿਹੜੀ ਹੈ ਉਹ ਇਹਦੇ ਤੇ ਆਪਣੇ ਲੈਵਲ ਤੇ ਕੁਝ ਵੀ ਨਹੀਂ ਕਰਨ ਲਈ ਅਥੋਰਾਈਜ਼ ਨਹੀਂ ਹੈਗੀ। ਜੀ ਪਰਮਜੀਤ ਜੀ, ਤੁਸੀਂ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਆ, ਮੈਂ ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੈਗੀ ਆ, ਬੇਸ਼ੱਕ ਤੁਹਾਡਾ ਕਹਿਣਾ ਹੈ ਕਿ ਇਹਦੇ ਪਾਣੀ ਵਿੱਚ ਮਧਾਣੀ ਹੈ, ਇਹਦੇ 'ਚੋਂ ਕੁਛ ਨਹੀਂ ਨਿਕਲਣਾ, ਲੋਕ ਸਿਆਸੀ ਇਹਦੇ ਉੱਪਰ ਆਪਣੀਆਂ ਚਾਲਾਂ ਚੱਲਦੇ ਆ, ਸਿਆਸੀ ਫਾਇਦੇ ਲੈਣ ਲਈ ਜਿਹੜੀ ਹੈਗੀ ਆ ਇਹੋ ਜਿਹੀਆਂ ਗੱਲਾਂ ਦੇ ਉੱਪਰ ਬਿਆਨਬਾਜ਼ੀ ਕਰਦੇ ਆ, ਪਰ ਜਿਹੜੀ ਇੱਕ ਚੀਜ਼ ਇਹਦੇ ਵਿੱਚੋਂ ਨਿਕਲ ਕੇ ਪੰਜਾਬ ਨੇ ਭੁਗਤੀ ਆ ਉਹ ਬਹੁਤ ਬਹੁਤ ਦੁਖਦਾਇਕ ਆ, ਔਰ ਥੋੜੀ ਨਹੀਂ ਭੁਗਤੀ ਆ, ਉਹ 3 ਦਹਾਕੇ ਭੁਗਤੀ ਆ ਇੱਕ ਨਹਿਰ ਦੇ ਇਸ ਸਿਲਸਿਲੇ ਦੇ ਵਿੱਚੋਂ। ਇਸ ਵੇਲੇ ਜਿਹੜੇ ਹਾਲਾਤ ਬਣ ਰਹੇ ਨੇ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਉਦਾਂ ਦੇ ਹਾਲਾਤਾਂ ਵੱਲ ਦੁਬਾਰਾ ਧੱਕ ਸਕਦੇ ਆ ਜੇ ਹਰਿਆਣੇ ਵੱਲੋਂ, ਕਿਉਂਕਿ ਅਭੈ ਚੌਟਾਲਾ ਅਗਰ ਪੰਜਾਬ ਦੇ ਵਿੱਚ ਬਾਦਲ ਸਰਕਾਰ ਜਿਹੜੀ ਹੈਗੀ, ਜਿਹੜਾ ਕਿ ਲੱਗ ਰਿਹਾ ਨਹੀਂ ਰਹੇਗੀ 11 ਮਾਰਚ ਤੋਂ ਬਾਅਦ, ਅਗਰ ਅਭੈ ਚੌਟਾਲਾ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਵਾਸਤੇ ਹਰਿਆਣਵੀ ਲੋਕਾਂ ਨੂੰ ਜਾਂ ਆਪਣੇ ਜਿਹੜੇ ਉਹਨਾਂ ਦੇ ਵਰਕਰਸ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਇਸੇ ਤਰੀਕੇ ਨਾਲ ਪ੍ਰਵੋਕ ਕਰਦਾ ਰਿਹਾ, ਤੇ ਆਉਣ ਵਾਲੇ ਹਾਲਾਤਾਂ ਦੇ ਵਿੱਚ 30 ਸਾਲ ਅਸੀਂ ਪਹਿਲਾਂ ਇਸ ਨਹਿਰ ਨੂੰ, ਜਿਹਨੂੰ ਆਪਾਂ ਪਾਣੀ 'ਚ ਮਧਾਣੀ ਕਹਿੰਦੇ ਆ, ਇਸ ਨਹਿਰ ਦੇ ਵਿੱਚ 30 ਸਾਲ ਅਸੀਂ ਲੋਕਾਂ ਨੇ, ਪੰਜਾਬੀਆਂ ਨੇ ਪਤਾ ਨਹੀਂ ਕਿੰਨਾ ਖੂਨ ਜਿਹੜਾ ਹੈਗਾ ਇਸ ਨਹਿਰ ਦੇ ਮੁੱਦੇ ਦੇ ਉੱਪਰ ਬਹਾ ਦਿੱਤਾ, ਇਹ ਦੁਬਾਰਾ ਵੀ ਉੱਠ ਸਕਦਾ? ਬਿਲਕੁਲ 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 ਉੱਠ ਸਕਦਾ ਜੀ। ਮੈਂ ਇਹੀ ਗੱਲ ਉਦੋਂ ਵੀ ਆਪਣੇ ਕਮੈਂਟ 'ਚ ਅਖੀਰ 'ਚ ਕਹੀ ਸੀ ਕਿ ਇਹ ਲਾਅ ਐਂਡ ਆਰਡਰ ਵਾਸਤੇ ਇੱਕ ਸਿਚੁਏਸ਼ਨ ਖਰਾਬ ਕਰਨ ਦੀ ਹਾਲਾਤ ਆ ਜਾਣਗੇ ਕਿ ਮੁੜ ਤੋਂ ਲਾਅ ਐਂਡ ਆਰਡਰ ਖਰਾਬ ਹੋਏਗਾ, ਕਿਉਂਕਿ ਮੈਟਰ ਕੋਰਟ ਦੇ ਵਿੱਚ ਹੈ, ਕੋਈ ਬੰਦਾ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੈਗਾ, ਤੇ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਪੰਜਾਬੀ ਲੋਕ ਨੇ ਉਹ ਹੀ ਸਫਰਰ ਹੋਣਗੇ। ਇਸ ਤੋਂ ਪਹਿਲਾਂ ਇੱਕ ਕਾਲਰ ਨੇ ਇੱਕ ਗੱਲ ਕਹੀ ਸੀ ਕਿ ਪਾਣੀ ਸਾਰਿਆਂ ਵਾਸਤੇ ਬਰਾਬਰ ਹੈ, ਸਭ ਕੁਝ ਹੈ। ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ, ਇਨਸਾਨੀਅਤ ਦੇ ਨਾਤੇ ਉਹ ਬਿਲਕੁਲ ਠੀਕ ਕਹਿ ਰਹੇ ਨੇ, ਪਰ ਜਦੋਂ ਤੱਕ ਸਾਡੇ ਆਪਣੇ ਕੋਲ ਆਪਣੇ ਜਿੰਨਾ ਪਾਣੀ ਨਹੀਂ ਹੈਗਾ, ਅਸੀਂ ਕਿਸੇ ਦੂਸਰੇ ਨੂੰ ਕਿਵੇਂ ਵੰਡ ਸਕਦੇ ਹਾਂ? ਬਿਲਕੁਲ। ਔਰ ਦੂਸਰਾ ਕਾਨੂੰਨ ਔਰ ਲਾਅ ਵੀ ਕੋਈ ਚੀਜ਼ ਹੈ ਜਿਹੜੀ ਬਣੀ ਹੋਈ ਹੈ, ਔਰ ਉਹਦੇ ਅਕੋਰਡਿੰਗ ਪੰਜਾਬ ਪਹਿਲਾਂ ਹੀ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਰਾਜਸਥਾਨ ਜਿਹੜਾ ਕਿ ਬਿਲਕੁਲ ਹੱਕ ਨਹੀਂ ਆ ਉਹਨੂੰ ਵੀ ਦਿੰਦਾ, ਦਿੱਲੀ ਜਿਹਦਾ ਬਿਲਕੁਲ ਹੱਕ ਨਹੀਂ ਉਹਨੂੰ ਵੀ ਦਿੰਦਾ, ਹਰਿਆਣੇ ਨੂੰ ਪੰਜਾਬ ਦੇ ਵਿੱਚੋਂ ਨਿਕਲਿਆ ਸੀ ਪਾਰਟ, ਉਹਦੇ ਅਕੋਰਡਿੰਗਲੀ ਜਿੰਨਾ ਹਰਿਆਣੇ ਨੂੰ ਉਸ ਵੇਲੇ ਹਿੱਸਾ ਦਿੱਤਾ ਗਿਆ ਸੀ ਉਹਦੇ ਵਿੱਚ ਵੀ ਹਿੱਸੇਦਾਰੀ ਵਧਾ ਕੇ ਹਰਿਆਣੇ ਨੂੰ ਪਾਣੀ ਉਹ ਪਹਿਲਾਂ ਹੀ ਦੇ ਰਿਹਾ। ਤੇ ਮੁੱਦਾ ਇਸ ਵੇਲੇ ਇਸੇ ਗੱਲ ਦੇ ਉੱਪਰ ਅੜਿਆ ਹੋਇਆ ਹੈ ਕਿ ਇਹ ਵਾਧੂ ਪਾਣੀ ਕਿਉਂ ਮੰਗਿਆ ਜਾ ਰਿਹਾ ਪੰਜਾਬ ਤੋਂ। ਸੀਪੀ ਜੀ, ਸ਼ਬਦੀਪ ਜੀ ਨੂੰ ਪਹਿਲਾਂ ਮੈਂ ਲੈਣਾ ਚਾਹਾਂਗਾ। ਸ਼ਬਦੀਪ ਜੀ, ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ ਇਸ ਵੇਲੇ ਪੰਜਾਬ ਦੇ ਵਿੱਚ, ਕਿ ਬਾਦਲਾਂ ਵੱਲੋਂ ਇਹ ਜਿਸ ਤਰੀਕੇ ਨਾਲ ਪ੍ਰਭਜੀਤ ਜੀ ਹੁਣਾਂ ਨੇ ਕਿਹਾ ਕਿ ਬਾਦਲਾਂ ਵੱਲੋਂ ਇਹ ਖੱਡਾ ਖੋਦ ਦਿੱਤਾ ਗਿਆ ਆਉਣ ਵਾਲੀ ਸਰਕਾਰ ਬਦਲੇ, ਬਾਦਲਾਂ ਨੂੰ ਇੱਕ ਗੱਲ ਤੇ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੇ ਜ਼ਿਹਨ ਦੇ ਵਿੱਚ ਕਿਤੇ ਪਿਛਲੇ ਖੂੰਜੇ 'ਚ ਪਈ ਹੋਏਗੀ ਕਿ ਸ਼ਾਇਦ ਉਹਨਾਂ ਦੀ ਸਰਕਾਰ ਨਾ ਆਵੇ, ਪਰ ਅਗਰ ਬਾਦਲਾਂ ਦੀ ਸਰਕਾਰ ਨਹੀਂ ਆਉਂਦੀ, ਆਪਾਂ ਮੰਨ ਕੇ ਚੱਲਦੇ ਹਾਂ ਕਿ 11 ਮਾਰਚ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਨਹੀਂ ਆ ਰਿਹਾ, ਕਾਂਗਰਸ ਜਾਂ ਆਮ ਆਦਮੀ ਪਾਰਟੀ ਦੋਨਾਂ ਵਿੱਚੋਂ ਵੀ ਕੋਈ ਆਉਂਦੀ ਆ, ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡਾ ਮੁੱਦਾ ਜਿਹੜੀ ਵੀ ਸਰਕਾਰ ਆਊਗੀ ਉਹਦੇ ਵਾਸਤੇ SYL ਹੋ ਜਾਊਗਾ, ਅਗਰ ਅਭੈ ਚੌਟਾਲਾ ਇਸੇ ਤਰੀਕੇ ਨਾਲ ਅੱਗੇ ਚੱਲਦੇ ਰਹੇ। ਕੀ ਲੱਗਦਾ ਤੁਹਾਨੂੰ? ਕਹਿਣੀ ਚਾਹਾਂਗਾ ਕਿ ਸਿਆਸੀ ਪਾਰਟੀਆਂ ਲਈ ਪੰਜਾਬ ਦੇ ਪਾਣੀਆਂ ਦਾ ਸਵਾਲ ਸਿਆਸਤ ਦਾ ਮੁੱਦਾ ਹੋ ਸਕਦਾ, ਉਹ ਸਿਆਸਤ ਦੇ ਮੱਦੇਨਜ਼ਰ ਆਪਣੇ ਸਟੈਂਡ ਲੈ ਵੀ ਸਕਦੇ ਨੇ, ਸਟੈਂਡ ਲੋੜ ਪੈਣ ਤੇ ਬਦਲ ਵੀ ਸਕਦੇ ਨੇ, ਇਹ ਕੇਜਰੀਵਾਲ ਸਾਹਿਬ ਵਾਂਗ ਤਾਂ ਧਰਮ ਸੰਕਟ ਦੇ ਸ਼ਿਕਾਰ ਵੀ ਹੋ ਸਕਦੇ ਨੇ। ਪਰ ਮੇਰੇ ਲਈ ਪਾਣੀਆਂ ਦਾ ਮੁੱਦਾ ਪੰਜਾਬ ਦੀ ਸਿਆਸਤ ਦਾ ਮੁੱਦਾ ਨਹੀਂ ਹੈ, ਪੰਜਾਬ ਦੇ ਹੱਕ ਦਾ ਮੁੱਦਾ ਹੈ। ਇਹ ਜਦੋਂ ਵਾਰ-ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਮਾਮਲਾ ਕੋਰਟ ਦੇ ਵਿੱਚ ਹੈ, ਤੇ ਮੈਂ ਬਿਲਕੁਲ ਕਲੀਅਰਲੀ ਇਹ ਕਹਿਣਾ ਚਾਹੁੰਦਾ ਵੀ ਕੋਰਟ ਦੇ ਵਿੱਚ ਵੀ ਮਾਮਲਾ ਜਿਸ ਗਲਤ ਆਧਾਰ ਦੇ ਉੱਤੇ ਹੈ, ਉਹ ਆਧਾਰ ਹੀ ਬਿਲਕੁਲ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈ, ਉਹ ਮਾਮਲਾ ਹੀ ਗਲਤ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਹੈ। ਸਵਾਲ ਇਹ ਹੈ ਕਿ ਅਸੀਂ ਜਦੋਂ ਪਾਣੀਆਂ ਦੇ ਰਿਪੇਰੀਅਨ ਲਾਅ ਦੀ ਗੱਲ ਕਰਦੇ ਹਾਂ ਤਾਂ ਉਹ ਬਿਲਕੁਲ ਕੁਦਰਤੀ ਜਿਹੜੀਆਂ ਚੀਜ਼ਾਂ ਕੁਦਰਤ ਵੱਲੋਂ ਕਿਸੇ ਰਾਜ ਨੂੰ, ਕਿਸੇ ਦੇਸ਼ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਹੱਕਾਂ ਦੀ ਰਾਖੀ ਦਾ ਸਵਾਲ ਹੈ। ਜੇ ਹਿਮਾਚਲ ਵੱਲੋਂ ਜਾਂ ਹੋਰ ਪਾਸਿਆਂ ਵੱਲੋਂ ਪੰਜਾਬ ਨੂੰ ਪਾਣੀ ਆ ਰਿਹਾ ਹੈ, ਪੰਜਾਬ ਦੇ ਵਿੱਚ ਦਰਿਆ ਵਗ ਰਹੇ ਨੇ, ਤਾਂ ਉਹਨਾਂ ਉੱਤੇ ਪਹਿਲਾ ਹੱਕ ਪੰਜਾਬ ਦਾ
ਬਣਦਾ ਹੈ। ਇਹ ਕੁਦਰਤ ਵੱਲੋਂ ਦਿੱਤਾ ਗਿਆ ਹੱਕ ਹੈ। ਇਹ ਕਿਸੇ ਸਰਕਾਰ ਦੀ ਸਾਡੇ ਉੱਤੇ ਕੋਈ ਜਿਹੜੀ ਹੈਗੀ ਤਰਸ ਭਾਵਨਾ ਨਹੀਂ ਹੈ ਕਿ ਸਾਨੂੰ ਹਿਮਾਚਲ ਵੱਲੋਂ ਜਾਂ ਹੋਰਨਾਂ ਥਾਵਾਂ ਵੱਲੋਂ ਜਿੱਥੋਂ ਵੀ ਪਾਣੀ ਆ ਰਿਹਾ ਉਹਨਾਂ ਨੇ ਸਾਡੇ ਉੱਤੇ ਕੋਈ ਕਿਰਪਾ ਕੀਤੀ ਹੋਈ ਹੈ। ਇਹ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਉਸੇ ਤਰ੍ਹਾਂ ਦਾ ਹੱਕ ਹੈ ਜਿਵੇਂ ਛੱਤੀਸਗੜ੍ਹ ਬਿਹਾਰ ਦੇ ਲੋਕਾਂ ਦਾ ਕੋਲੇ ਉੱਤੇ ਹੱਕ ਹੈ। ਬਿਲਕੁਲ ਉਸੇ ਤਰ੍ਹਾਂ ਦਾ ਹੱਕ ਹੈ ਜਿਵੇਂ ਰਾਜਸਥਾਨ ਦੇ ਲੋਕਾਂ ਦਾ ਮਾਰਬਲ ਉੱਤੇ ਹੱਕ ਹੈ। ਬੇਸ਼ੱਕ ਕੋਲੇ ਦਾ ਹੱਕ, ਮਾਰਬਲ ਦਾ ਹੱਕ ਗਰੀਬਾਂ ਦੇ ਹੱਕ 'ਚ ਉੱਥੇ ਵੀ ਨਹੀਂ ਭੁਗਤਦਾ, ਉਹਦਾ ਫਾਇਦਾ ਵੀ ਅਮੀਰ ਹੀ ਲੈਂਦੇ ਨੇ। ਪਰ ਪੰਜਾਬ ਦੇ ਵਿੱਚ ਪਾਣੀਆਂ ਦਾ ਸਵਾਲ ਉਸ ਨੁਕਤੇ ਤੋਂ ਹੈ। ਜਦੋਂ ਦਰਬਾਰਾ ਸਿੰਘ ਦੀ ਸਰਕਾਰ ਨੇ ਕੇਸ ਕੀਤਾ ਹੋਇਆ ਸੀ ਉਦੋਂ ਇੰਦਰਾ ਗਾਂਧੀ ਦੇ ਦਬਾਅ ਹੇਠ ਦਰਬਾਰਾ ਸਿੰਘ ਨੇ ਉਹ ਵਾਪਸ ਲੈ ਲਿਆ ਸੀ। ਉਹ ਕੇਸ ਬਿਲਕੁਲ ਕਾਨੂੰਨੀ ਆਧਾਰ ਦੇ ਉੱਤੇ, ਮਨੁੱਖੀ ਅਧਿਕਾਰਾਂ ਦੇ ਆਧਾਰ ਦੇ ਉੱਤੇ ਤੇ ਕੁਦਰਤ ਵੱਲੋਂ ਦਿੱਤੇ ਗਏ ਅਧਿਕਾਰ ਦੇ ਉੱਤੇ ਕੇਸ ਕੀਤਾ ਗਿਆ ਸੀ, ਜਿਹੜੇ ਕੇਸ ਨੂੰ ਵਾਪਸ ਕਰਕੇ ਕੋਰਟ ਦੇ ਵਿੱਚੋਂ ਇੱਕ ਇੰਦਰਾ ਗਾਂਧੀ ਅਵਾਰਡ ਦੀ ਸ਼ਕਲ ਦੇ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਪਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕੋਰਟ ਦੇ ਵਿੱਚ ਇਹ ਗਲਤ ਆਧਾਰ ਦੇ ਉੱਤੇ ਕੇਸ ਕੀਤਾ ਗਿਆ। ਇਸ ਗਲਤ ਆਧਾਰ ਤੇ ਹਰਿਆਣਾ ਨੂੰ ਤਾਂ ਇਹ ਕੇਸ ਪੁੱਗਦਾ ਵਾ, ਪਰ ਜੇ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੇ ਕੇਸ ਵਾਪਸ ਲੈ ਕੇ ਪੰਜਾਬ ਦੇ ਨਾਲ ਗਦਾਰੀ ਕੀਤੀ ਤਾਂ ਸਵਾਲ ਇਹ ਵੀ ਉੱਠਦਾ ਵਾ ਕਿ ਉਦੋਂ ਤੋਂ ਬਾਅਦ ਹੁਣ ਤੱਕ ਜਿੰਨੀ ਵਾਰ ਵੀ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਉਸੇ ਆਧਾਰ ਦੇ ਉੱਤੇ, ਬੇਸਿਕ ਕਾਨੂੰਨ ਦੇ ਆਧਾਰ ਦੇ ਉੱਤੇ ਅੱਜ ਤੱਕ ਕੇਸ ਕਰਨ ਤੋਂ ਗੁਰੇਜ਼ ਕਿਉਂ ਕੀਤਾ ਹੋਇਆ ਵਾ। ਇਹ ਸਭ ਤੋਂ ਮੇਰੇ ਲਈ ਇੱਕ ਵੱਡਾ ਸਵਾਲ ਹੈ। ਦੂਸਰੀ ਗੱਲ ਜਿਹੜੀ ਲਾ ਐਂਡ ਆਰਡਰ ਦੀ ਹੈ ਉਹ ਸਮੱਸਿਆ ਉਨੀ ਗੰਭੀਰ ਨਹੀਂ ਹੈ ਜਿੰਨੀ ਪਾਣੀਆਂ ਦੀ ਲੁੱਟ ਦੇ ਸਵਾਲ ਦੀ ਆ। ਜਦੋਂ ਬਹੁਤ ਮਾਮੂਲੀ ਤਰੀਕੇ ਦੇ ਨਾਲ ਇਹ ਗੱਲ ਕਹਿ ਦਿੱਤੀ ਜਾਂਦੀ ਆ ਕਿ ਪਾਣੀਆਂ ਦੇ ਉੱਤੇ ਉਹਨਾਂ ਦਾ ਵੀ ਅਧਿਕਾਰ ਆ, ਸਾਡਾ ਵੀ ਅਧਿਕਾਰ ਆ, ਜਾਂ ਜੀ ਜੇ ਦੋ ਭਰਾ ਅੱਡ ਹੋ ਜਾਂਦੇ ਨੇ ਤਾਂ ਦੂਜੇ ਭਰਾ ਨੂੰ ਹਿੱਸੇਦਾਰੀ ਕਿਉਂ ਨਾ ਦਿੱਤੀ ਜਾਵੇ। ਗੱਲ ਐਨੀ ਸਿੰਪਲ ਨਹੀਂ ਹੈ। ਅਸੀਂ ਪੰਜਾਬ ਵੱਲੋਂ ਕਦੇ ਵੀ ਯਮੁਨਾ ਦੇ ਪਾਣੀ ਦੀ ਮੰਗ ਨਹੀਂ ਕੀਤੀ, ਕਿਉਂਕਿ ਯਮੁਨਾ ਦਾ ਪਾਣੀ ਕੁਦਰਤੀ ਤੌਰ ਤੇ ਉਹਦਾ ਵਹਾਅ ਪੰਜਾਬ ਵੱਲ ਨੂੰ ਬਿਲਕੁਲ ਵੀ ਨਹੀਂ ਹੈ। ਸਵਾਲ ਇਹ ਆ ਕਿ ਜੇ ਤਾਂ ਕਿਸੇ ਦਰਿਆ ਦਾ ਵਹਾਅ ਕੁਦਰਤੀ ਤੌਰ ਤੇ ਹਰਿਆਣਾ ਵੱਲ ਹੁੰਦਾ, ਅਸੀਂ ਉਸ ਦਰਿਆ ਦੇ ਉੱਤੇ ਨਜਾਇਜ਼ ਤਰੀਕੇ ਦੇ ਨਾਲ ਬੰਨ ਲਾ ਕੇ ਉਹਨਾਂ ਦਾ ਪਾਣੀ ਰੋਕ ਲੈਂਦੇ ਤਾਂ ਅਸੀਂ ਇੱਕ ਉਲੰਘਣਾ ਕਰ ਰਹੇ ਸੀ ਕੁਦਰਤ ਦੇ ਕਾਨੂੰਨ ਦੀ ਵੀ ਤੇ ਦੇਸ਼ ਦੇ ਕਾਨੂੰਨ ਦੀ ਵੀ। ਪਰ ਜਦੋਂ ਹਰਿਆਣੇ ਵੱਲ ਨੂੰ ਕੁਦਰਤ ਵੱਲੋਂ ਕੋਈ ਵਹਾਅ ਇਸ ਤਰੀਕੇ ਦਾ ਨਹੀਂ ਦਿੱਤਾ ਗਿਆ ਤਾਂ ਅਸੀਂ ਉਸ ਨੂੰ ਪਾਲਣਾ ਕਰਨ ਦੇ ਜਿਹੜੇ ਪਾਬੰਦ ਨਹੀਂ ਆ। ਇਹ ਜੇ ਪਾਣੀ ਦਿੱਤਾ ਵੀ ਜਾ ਸਕਦਾ ਵਾ ਤਾਂ ਉਹ ਇੱਕ ਨਿਯਮਾਂ ਦੇ ਮੁਤਾਬਕ ਦਿੱਤਾ ਜਾ ਸਕਦਾ ਵਾ, ਧੱਕੇ ਨਾਲ ਨਹੀਂ ਦਿੱਤਾ ਜਾ ਸਕਦਾ ਜਿਵੇਂ ਇੰਦਰਾ ਗਾਂਧੀ ਨੇ ਖੋਹਣ ਦਾ ਯਤਨ ਕੀਤਾ ਹਰਿਆਣਾ ਦੇ ਹੱਕ ਦੇ ਵਿੱਚ। ਬਿਲਕੁਲ ਜੇ 47 ਤੋਂ ਪਹਿਲਾਂ ਦੀ ਗੱਲ ਕਰੀਏ ਰਾਜਸਥਾਨ ਨੂੰ ਪਾਣੀ ਜਾਂਦਾ ਸੀ, ਅੰਗਰੇਜ਼ਾਂ ਦਾ ਰਾਜ ਸੀ, ਪਰ ਪਾਣੀ ਉਦੋਂ ਮੁੱਲ ਜਾਂਦਾ ਸੀ। ਜਦੋਂ ਦੀ ਸਾਡੀ ਆਪਣੀ ਸਰਕਾਰ ਆਈ ਆ, ਸੋ ਕਾਲਡ ਆਜ਼ਾਦੀ ਆਈ ਆ, ਮੈਂ ਕਹਾਂਗਾ ਇਸ ਮਾਮਲੇ ਦੇ ਵਿੱਚ ਤਾਂ ਸਾਡੇ ਲਈ ਸੋ ਕਾਲਡ ਆਜ਼ਾਦੀ ਹੋ ਗਈ। ਜਦੋਂ ਸਾਡੇ ਹੱਕ ਖੋਏ ਗਏ ਉਦੋਂ ਰਾਜਸਥਾਨ ਦਾ ਪਾਣੀ ਵੀ ਮੁਫਤ ਜਾਣ ਲੱਗ ਗਿਆ ਤੇ ਹਰਿਆਣੇ 66 ਤੋਂ ਬਾਅਦ ਹਰਿਆਣੇ ਨੂੰ ਪਾਣੀ ਵੀ ਅਸੀਂ ਇੱਕ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਦੇਣ ਲੱਗ ਜਾਂਦੇ। ਜੇ ਬਾਈ ਚਾਂਸ ਪੰਜਾਬ ਤੇ ਹਰਿਆਣੇ ਦੀ ਵੰਡ ਨਾ ਹੋਈ ਹੁੰਦੀ, ਜਿਹੜੇ ਏਰੀਏ ਨੂੰ ਹੁਣ ਯਮੁਨਾ ਸਿੰਜਦੀ ਆ ਉਸ ਏਰੀਏ ਨੂੰ ਯਮੁਨਾ ਨੇ ਪਹਿਲਾਂ ਵੀ ਸਿੰਜਦੇ ਰਹਿਣਾ ਸੀ। ਪੰਜਾਬ ਤੇ ਹਰਿਆਣੇ ਦੇ ਜੇ ਇਕੱਠਾ ਹੁੰਦਾ ਤਾਂ ਅਸੀਂ ਬਿਲਕੁਲ ਉਸ ਤਰੀਕੇ ਦੇ ਨਾਲ ਹੀ ਪਾਣੀ ਦੇ ਸਕਦੇ ਸੀ ਜਿਸ ਤਰੀਕੇ ਦੇ ਨਾਲ ਅਸੀਂ ਮਾਲਵਾ ਖੇਤਰ ਦੇ ਵਿੱਚ ਨਹਿਰਾਂ ਦੀ ਪਟਾਈ ਕਰਕੇ, ਖਾਲਿਆਂ ਦੀ ਪਟਾਈ ਕਰਕੇ ਕਿਸਾਨਾਂ ਨੂੰ ਪਾਣੀ ਦਿੱਤਾ। ਪਰ ਜਦੋਂ ਇੱਕ ਬਾਰਡਰ ਬਣ ਗਿਆ ਭਾਸ਼ਾ ਦੇ ਆਧਾਰ ਦੇ ਉੱਤੇ ਤਾਂ ਫਿਰ ਕੁਦਰਤੀ ਤੌਰ ਦੇ ਉੱਤੇ ਹਰਿਆਣਾ ਉਸ ਹੱਕ ਤੋਂ ਬਿਰਵਾ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਹੋ ਜਾਣਾ ਚਾਹੀਦਾ ਸੀ, ਕਿਉਂਕਿ ਬਾਰਡਰ ਹੀ ਇਸ ਤਰੀਕੇ ਦੇ ਨਾਲ ਬਣਿਆ ਵਾ ਕਿ ਉਹ ਆਪਣੇ ਆਪ ਬਿਰਵਾ ਹੋ ਗਿਆ, ਦਰਿਆਵਾਂ ਦਾ ਵਹਿਣ ਉਧਰ ਨੂੰ ਨਹੀਂ ਹੈ। ਇਸ ਕਰਕੇ ਨਾ ਤਾਂ ਸੁਪਰੀਮ ਕੋਰਟ ਵਾਲੇ ਮਾਮਲੇ ਨੂੰ ਅੜਿੱਕਾ ਬਣਾਏ ਜਾਣ ਦੀ ਜ਼ਰੂਰਤ ਹੈ, ਪਰ ਅਮਨ ਕਾਨੂੰਨ ਦੇ ਆਧਾਰ ਦੇ ਉੱਤੇ ਜਿਹੜੀ ਕੋਈ ਗੁੰਡਾਗਰਦੀ ਹੁੰਦੀ, ਚਾਹੇ ਉਹ ਅਨੈਲੋ ਦੀ ਹੋਵੇ, ਚਾਹੇ ਉਹ ਧੱਕੇ ਦੇ ਨਾਲ ਜ਼ਮੀਨਾਂ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰਨ ਦੀ ਹੋਵੇ, ਕਾਨੂੰਨੀ ਤਰੀਕੇ ਦੀ ਗੁੰਡਾਗਰਦੀ ਮੈਂ ਉਹਨੂੰ ਕਹਿ ਸਕਦਾ ਜਿਹੜੀ ਸਾਡੀ ਸਰਕਾਰ ਨੇ ਕੀਤੀ ਹੈ, ਉਹਨੂੰ ਅਸੀਂ ਸਿਆਸਤ ਕਹਿ ਸਕਦੇ ਹਾਂ। ਪੰਜਾਬ ਦੇ ਪਾਣੀਆਂ ਦੀ ਲੜਾਈ ਦਾ ਇੱਕ ਲੌਜੀਕਲ ਐਂਡ ਉੱਤੇ ਜਾਣ ਵਾਲੀ ਗੱਲ ਨਹੀਂ ਹੈ। ਜੇ ਬਾਦਲ ਸਰਕਾਰ ਸੱਚਮੁੱਚ ਇਮਾਨਦਾਰ ਹੁੰਦੀ ਪਿਛਲੇ 10 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਅਕਾਲੀਆਂ ਦੀਆਂ ਸਰਕਾਰਾਂ ਬਣੀਆਂ ਉਹਨਾਂ ਦੇ ਵਿੱਚ ਉਹ ਬੇਸਿਕ ਕਾਨੂੰਨ ਦੇ ਆਧਾਰ ਦੇ ਉੱਤੇ ਕੇਸ ਕਰ ਸਕਦੀ ਸੀ। ਪਾਣੀਆਂ ਦੇ ਸਵਾਲ ਨੂੰ ਇਸ ਤਰੀਕੇ ਦੇ ਨਾਲ ਸਮਝੇ ਜਾਣ ਦੀ ਜ਼ਰੂਰਤ ਹੈ
ਸਿਰਫ ਮਾਨਵੀ ਆਧਾਰ ਉੱਤੇ ਨਹੀਂ ਸਮਝ ਸਕਦੇ ਤੇ ਨਾ ਅਸੀਂ ਇਸ ਆਧਾਰ ਦੇ ਉੱਤੇ ਰੱਦ ਕਰ ਸਕਦੇ ਹਾਂ ਕਿ ਪਾਣੀ ਸਾਡੇ ਕੋਲੇ ਘੱਟ ਆ, ਅਸੀਂ ਦੇ ਨਹੀਂ ਸਕਦੇ। ਜੇ ਪਾਣੀ ਸਾਡੇ ਕੋਲੇ ਦਰਿਆਵਾਂ ਦੇ ਬਾਵਜੂਦ ਘੱਟ ਹੁੰਦਾ ਫਿਰ ਵੀ ਅਸੀਂ ਜਿਸ ਤਰੀਕੇ ਦੇ ਨਾਲ ਜੀਣਾ ਸੀ ਉਸ ਤਰੀਕੇ ਦੇ ਨਾਲ ਹੀ ਜੀਣਾ ਸੀ। ਜੇ ਹੁਣ ਰਾਜਸਥਾਨ ਕੋਲੇ ਨਹਿਰੀ ਪਾਣੀ ਨਹੀਂ ਹੈ ਤਾਂ ਅਸੀਂ ਰਾਜਸਥਾਨ ਆਪਣੇ ਤਰੀਕੇ ਦੇ ਨਾਲ ਸਦੀਆਂ ਤੋਂ ਜੀ ਰਿਹਾ, ਇਦਾਂ ਦੀ ਕੋਈ ਗੱਲ ਨਹੀਂ। ਸਵਾਲ ਇਹ ਨਹੀਂ ਹੈ, ਪਰ ਲੌਜਿਕ ਦੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਕੋਲ ਕੋਈ ਪਾਣੀ ਨਹੀਂ ਹੈ, ਇਸ ਕਰਕੇ ਅਸੀਂ ਦੇ ਨਹੀਂ ਸਕਦਾ। ਲੋਕਾਂ ਨੇ ਤਾਂ ਕੈਪਟਨ ਸਾਹਿਬ ਨੂੰ ਵੀ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਸੀ। ਮੇਰੇ ਮੁਤਾਬਕ ਉਹ ਮਤਾ ਬਿਲਕੁਲ ਪੰਜਾਬ ਦੇ ਖਿਲਾਫ ਕਿਉਂਕਿ ਉਸ ਮਤੇ ਵਿੱਚ ਪਹਿਲੀ ਵਾਰ ਸਾਡੇ ਪੰਜਾਬ ਦੀ ਵਿਧਾਨ ਸਭਾ ਨੇ ਇਹ ਗੱਲ ਸਵੀਕਾਰ ਕੀਤੀ ਕਿ ਜਿਹੜਾ ਪਾਣੀ ਜਾ ਰਿਹਾ ਉਹ ਜਾਏਗਾ, ਫਰਦਰ ਅਸੀਂ ਇੱਕ ਬੂੰਦ ਪਾਣੀ ਦੀ ਨਹੀਂ ਦੇ ਸਕਦੇ। ਸਵਾਲ ਇਹ ਉਠਾਏ ਜਾਣ ਦੀ ਜ਼ਰੂਰਤ ਹੈ ਕਿ ਜਿਹੜਾ ਪਾਣੀ ਹੁਣ ਤੱਕ ਜਾਂਦਾ ਰਿਹਾ ਉਹ ਵੀ ਮੁਫਤ ਜਾਂਦਾ ਰਿਹਾ, ਉਹ ਨਜਾਇਜ਼ ਜਾਂਦਾ ਰਿਹਾ। ਇਸ ਕਰਕੇ ਮਹੱਤਵਪੂਰਨ ਗੱਲ ਉਸ ਨਜਾਇਜ਼ ਪਾਣੀ ਨੂੰ ਰੋਕਣ ਦੀ ਹੈ। ਕੁਲਵੀਰ ਜੀ, ਮੇਰੀ ਫੋਨ ਲਾਈਨ ਕੱਟੀ ਗਈ ਹੈ ਤੇ ਇਸ ਕਰਕੇ ਮੈਂ ਆਪਣੀ ਗੱਲ ਇੱਥੇ ਖਤਮ ਕਰਦਾ, ਕਿਉਂਕਿ ਮੈਨੂੰ ਪਤਾ ਨਹੀਂ ਲੱਗੇਗਾ ਕਿ ਤੁਹਾਡੇ ਵੱਲੋਂ ਕੋਈ ਰਿਐਕਸ਼ਨ ਆ ਰਿਹਾ ਜਾਂ ਤੁਸੀਂ ਫਰਦਰ ਸਵਾਲ ਜੋੜ ਰਹੇ ਹੋ। ਤੇ ਮੈਂ ਚਾਹਾਂਗਾ ਕਿ ਜਦੋਂ ਮੇਰੀ ਲਾਈਨ ਫੋਨ ਤੇ ਜੁੜ ਜਾਏਗੀ ਦੈਨ ਮੈਂ ਤੁਹਾਡੇ ਨਾਲ ਅਗਲੀ ਗੱਲ ਕਰ ਸਕਾਂਗਾ ਜੀ। ਟੈਕਨੀਕਲ ਟੀਮ ਨੂੰ ਕਹਾਂਗਾ ਕਿ ਸ਼ਬਦੀਪ ਜੀ ਦੀ ਲਾਈਨ ਜਿਹੜੀ ਹੈਗੀ ਦੁਬਾਰਾ ਜਿਹੜੀ ਹੈਗੀ ਆ ਜੋੜ ਦਿੱਤੀ ਜਾਵੇ। ਮੇਰੇ ਨਾਲ ਕਾਲਰ ਜੁੜੇ ਹੋਏ ਨੇ ਜੀ, ਲਾਸਟ 4 ਨੰਬਰ ਆ ਜੀ 3602 3602 ਜੀ। ਹੈਲੋ ਹੈਲੋ 3602। ਸਤਿ ਸ਼੍ਰੀ ਅਕਾਲ ਜੀ ਸਿੰਘ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਰ, ਆਪਣਾ ਨਾਮ ਦੱਸੋਗੇ ਜੀ? ਹਾਂਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ, ਬਰਜਿੰਦਰ ਜੀ। ਹਾਂਜੀ ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ ਸਾਡੇ ਅੱਜ ਦੀ ਇਸ ਗੱਲਬਾਤ ਦੇ ਵਿੱਚ? ਮੈਂ ਗੱਲਬਾਤ ਨੂੰ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਕਿਹੜੇ ਸਿਰੇ ਤੋਂ ਸ਼ੁਰੂ ਕਰਾਂ। ਪਹਿਲਾਂ ਤਾਂ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਇਹ ਕਹਿਣਾ ਕਿ ਜਦੋਂ ਪਿੱਛੇ ਹਰਿਆਣੇ ਦੀਆਂ ਇਲੈਕਸ਼ਨਾਂ ਹੋਈਆਂ ਸੀ, ਹਾਂਜੀ, ਉਦੋਂ ਅਕਾਲੀ ਦਲ ਨੇ ਆਪਣੇ ਸਾਂਝੀਵਾਲ ਬੀਜੇਪੀ ਨੂੰ ਛੱਡ ਕੇ ਤੇ ਚਟਾਲੇ ਦੀ ਲੋਕ ਦਲ ਨਾਲ ਸਮਝੌਤਾ ਕੀਤਾ ਸੀ। ਬਿਲਕੁਲ। ਔਰ 3 ਸੀਟਾਂ ਲਈਆਂ ਸੀ, ਜਿਸ ਤੋਂ 1 ਸੀਟ ਇਹਨਾਂ ਜਿੱਤੀ ਸੀਗੀ ਜੀ। ਉਸ ਤੋਂ ਬਾਅਦ ਜਦੋਂ ਵੀ ਕਿਤੇ ਪੰਜਾਬ 'ਚ ਇਲੈਕਸ਼ਨ ਹੁੰਦੀ ਸੀ, ਫਾਜ਼ਿਲਕਾ ਬੋਰਡ 'ਚ ਹਰਿਆਣੇ 'ਚੋਂ ਬੰਦੇ ਆ ਕੇ ਵੋਟਾਂ ਪਾਉਂਦੇ ਸੀ, ਕਿਉਂਕਿ ਇਹਨਾਂ ਦੀ ਪੁਰਾਣੀ ਯਾਰੀ ਆ ਜੀ। ਹੁਣ ਇਸ ਵੇਲੇ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ, ਮੈਨੂੰ ਕਈ ਚਿਰ ਦਾ ਸਵਾਲ ਮੇਰੇ ਮਨ 'ਚ ਆਉਂਦਾ ਕਾਫੀ ਦਿਨਾਂ ਦਾ ਕਿ ਉਹਨੂੰ ਅਸੀਂ ਕਿਸ ਪਾਸੇ ਗਿਣੀਏ। ਹਰਿਆਣਾ ਆਪਣਾ ਹਿੱਸਾ ਪੂਰਾ ਮੰਗੀ ਬੈਠਾ, ਲਈ ਬੈਠਾ। ਰਾਜਸਥਾਨ ਵਾਲਾ ਪਾਣੀ ਰਾਜਸਥਾਨ ਵਾਧੂ ਲਈ ਬੈਠਾ। ਸਾਡਾ ਜਿਹੜਾ ਪਾਣੀ ਸਾਡੇ ਹਿੱਸੇ ਦਾ ਸੀ ਉਹ ਜੋ ਰਾਜਸਥਾਨ ਵੀ ਲੈ ਗਿਆ। ਯਮੁਨਾ ਲਿੰਕ ਨਹਿਰ ਵੀ ਨਿਕਲ ਰਹੀ ਆ, ਔਰ ਜਿਹੜਾ ਯਮੁਨਾ ਦਾ ਪਾਣੀ ਆ ਸਾਨੂੰ ਉਹਦਾ ਸ਼ੇਅਰ ਕਿਉਂ ਨਹੀਂ ਮਿਲਿਆ? ਜੇ ਸਾਂਝੇ ਪੰਜਾਬ 'ਚ ਉਹਨਾਂ ਦਾ ਹਿੱਸਾ ਸਤਲੁਜ 'ਚ ਬਣਦਾ, ਹਿੱਸਾ ਹੋਰ ਹਿੱਸਾ ਬਣਦਾ, ਸਾਨੂੰ ਯਮੁਨਾ ਦਾ ਹਿੱਸਾ ਕਿਉਂ ਨਹੀਂ ਮਿਲਿਆ? ਜੇ ਯਮੁਨਾ ਦਾ ਹਿੱਸਾ ਸਾਨੂੰ ਨਹੀਂ ਦਿੱਤਾ ਤਾਂ ਫਿਰ ਇਹ ਲਿੰਕ ਨਹਿਰ ਬਣਨ ਦਾ ਕੀ ਮਤਲਬ ਆ? ਉਹ ਤਾਂ ਹਿੱਸਾ ਸਾਰਾ ਲਈ ਬੈਠੇ ਨੇ। ਨਾਲੇ ਕੋਈ ਦਰਿਆ ਜਿਹੜੇ ਸਟੇਟ 'ਚੋਂ ਨਹੀਂ ਲੰਘਦਾ ਉਹਦਾ ਹਿੱਸਾ ਬਣਦਾ ਹੀ ਨਹੀਂ। ਤੇ ਸਾਂਝੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਹੜ੍ਹ ਆਉਂਦੇ ਨੇ ਉਹ ਪੰਜਾਬ 'ਚ ਆਉਂਦੇ ਨੇ, ਪੰਜਾਬ ਦਾ ਨੁਕਸਾਨ ਹੁੰਦਾ। ਹਰਿਆਣੇ ਦਾ ਤਾਂ 1 ਪੈਸੇ ਦਾ ਵੀ ਨੁਕਸਾਨ ਨਹੀਂ ਹੁੰਦਾ। ਫਿਰ ਸਾਰਾ ਜਿਹੜਾ ਖਰਚਾ ਆ ਉਹ ਅਸੀਂ ਕਰਦੇ ਹਾਂ। ਯਮੁਨਾ ਲਿੰਕ ਦਾ ਜ਼ਮੀਨ ਵੀ ਸਾਡੀ ਗਈ, ਬੰਦੇ ਵੀ ਸਾਡੇ ਮਰੇ। ਪੰਜਾਬ ਦੇ ਹਾਲਾਤ ਦੇਖੋ, 84 ਤੋਂ ਬਾਅਦ ਕਿੰਨੇ ਵਿਗੜੇ, ਕਿ ਸਾਡੇ ਕਿੰਨੇ ਨੌਜਵਾਨ ਮਰੇ ਨੇ, ਸ਼ਹੀਦ ਹੋਏ ਨੇ। ਉਹ ਸਿਰਫ ਇਹੀ ਮਸਲਾ ਸੀ ਕਿ ਪਾਣੀ ਦੇ ਮਸਲੇ ਤੋਂ ਕੰਮ ਚੱਲਿਆ, ਕਿੱਥੇ ਤੱਕ ਪਹੁੰਚੇ ਅਸੀਂ ਜੀ। ਹੁਣ ਸੈਂਟਰ ਵੀ ਇਸ ਚੀਜ਼ ਦੇ ਵਿੱਚ ਇਨਵੋਲਵ ਹੈਗਾ ਕਿ ਉਹ ਖੁਸ਼ ਨਹੀਂ ਪੰਜਾਬ ਦੇ ਹੱਕ 'ਚ, ਭਾਵੇਂ ਬਾਦਲ ਹੋਣਾ ਦੀ ਯਾਰੀ ਪੂਰੀ ਸੀ ਤੇ ਇਸ ਕਰਕੇ ਸੈਂਟਰ ਚਾਹੁੰਦਾ ਕਿ ਪੰਜਾਬ ਦੇ ਨਾਲ ਧੱਕਾ ਕਰੀਏ ਹਰ ਤਰੀਕੇ ਨਾਲ। ਔਰ ਇਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਚਲੀ ਗਈ ਆ, ਇਹ ਸਾਰੀ ਛੇੜ ਜਿਹੜੀ ਛਿੜੀ ਹੈ ਨਾ ਪਿੱਛੋਂ ਆ ਕੇ, ਚਟਾਲਾ ਸਾਹਿਬ ਨੇ ਕਿਹਾ ਜੀ ਅਸੀਂ ਉਹ ਕਰਾਂਗੇ, ਆਹ ਕਰਾਂਗੇ। ਇਹ ਸਾਰੇ ਜਾਣ ਲੱਗੇ, ਜਦੋਂ ਹਾਰਦੇ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਜਾਂਦੇ 81 ਜਿਹੜੀ ਛੇੜ ਜਾਓ ਵੀ ਅਸੀਂ ਤੇ ਚੱਲੇ ਆ। ਉਸ ਤੋਂ ਬਾਅਦ ਜਿਹੜਾ ਪੰਜਾਬ ਸੁਖੀ ਨਾ ਵਸੇ, ਅਸੀਂ ਮੁੜ ਕੇ ਫਿਰ ਆਪਣੇ ਜਿਹੜੇ ਬੰਦੇ ਨੇ ਉਹਨਾਂ ਨੂੰ ਨਾਲ ਚਟਾਲੇ ਦੇ ਜੋੜ ਕੇ ਗੜਬੜ ਕਰਾਈਏ ਗਈ ਹੈ ਸਰਕਾਰ ਨੇ ਜੀ, ਚੱਲੀਏ ਤੇ ਆਪਣੀਆਂ ਅਸੀਂ ਰੋਟੀਆਂ ਦੇਖੀਏ। ਇਹ ਸਾਰਾ ਡਰਾਮਾ ਨਾ ਰਲ ਮਿਲ ਕੇ ਹੋ ਰਿਹਾ ਜੀ, ਪੰਜਾਬ ਨੂੰ ਬਦਨਾਮ ਕਰਨ ਲਈ ਔਰ ਪੰਜਾਬ ਨੂੰ ਖਰਾਬ ਕਰਨ ਲਈ। ਔਰ ਜੇ ਇਹਨਾਂ ਨੇ ਕੋਈ ਐਸੀ ਗੱਲ ਕੀਤੀ ਤੇ ਇਹਦੇ ਨਾਲ ਪੰਜਾਬ ਨੂੰ ਕੀ ਹਿੰਦੁਸਤਾਨ ਨੂੰ ਖਮਿਆਜ਼ਾ ਭੁਗਤਣਾ ਪੈਣਾ ਅੱਗੇ ਨੂੰ, ਇਹ ਆਪਣੀ ਸੋਚ ਲੈਣ। ਬੜੀ ਵੱਡੀ ਮਾੜੀ ਗੱਲ ਆ। ਥੈਂਕ ਯੂ ਜੀ। ਪਰਮਜੀਤ ਜੀ, ਇੱਕ ਚੀਜ਼ ਜਿਹੜੀ ਹੈਗੀ ਆ ਨਿਕਲ ਕੇ ਬਾਰ-ਬਾਰ ਸਾਹਮਣੇ ਆ ਰਹੀ ਹੈ ਕਿ ਬਾਦਲ ਜਿਹੜੇ ਹੈਗੇ ਆ ਚਟਾਲਿਆਂ ਦੇ ਇੰਨੇ ਨੇੜੇ ਹੋਣ ਦੇ ਬਾਵਜੂਦ ਇਹੋ ਜਿਹੀ ਜਿਹੜੀ ਪੰਜਾਬ ਦੇ ਵਿੱਚ ਚਟਾਲਿਆਂ ਵੱਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਆ। ਔਰ
ਐਨ ਉਸ ਮੌਕੇ ਤੇ ਜਦੋਂ ਨਵੀਆਂ ਸਰਕਾਰ ਆ ਰਹੀਆਂ, ਮੈਂ ਸ਼ਬਦੀਪ ਜੀ ਤੋਂ ਪਹਿਲਾਂ ਵੀ ਇਹੀ ਗੱਲ ਕੀਤੀ ਸੀ ਕਿ ਚਾਹੇ ਕਾਂਗਰਸ ਆਵੇ ਚਾਹੇ ਆਮ ਆਦਮੀ ਪਾਰਟੀ ਆਵੇ, ਪਰ ਬਾਦਲਾਂ ਵੱਲੋਂ ਇਹ ਜਿਹੜੀ ਇੱਕ ਛੇੜ ਦਿੱਤੀ ਗਈ ਹੈ ਐਸਵੀਐਲ ਦੀ, ਔਰ ਇਹਦੀ ਜਿਹੜੀ ਆਪਾਂ ਇਹ ਕਹਿ ਸਕਦੇ ਕਿ ਜਿਹੜੀ ਇਹ ਲੜਾਈ ਸੀ, ਇਸ ਲੜਾਈ ਨੂੰ ਹੋਰ ਵਧਾ ਦਿੱਤਾ ਗਿਆ। ਇਹਨੂੰ ਕੋਰਟ ਦੇ ਵਿੱਚ ਅਲੱਗ ਰਹਿ ਗਈ ਆ ਤੇ ਇਹਨਾਂ ਨੇ ਜ਼ਮੀਨੀ ਤੌਰ ਤੇ ਇਹਨੂੰ ਅਲੱਗ ਕਰ ਦਿੱਤਾ ਗਿਆ। ਕੀ ਲੱਗਦਾ ਤੁਹਾਨੂੰ ਕਿ ਇਹ ਆਉਣ ਵਾਲੀ ਸਰਕਾਰ ਵਾਸਤੇ ਸਿਰਦਰਦ ਬਣੇਗੀ, ਵੱਡਾ ਸਿਰਦਰਦ ਬਣੇਗੀ? ਬਿਲਕੁਲ ਜੀ ਬਿਲਕੁਲ, ਬਹੁਤ ਵੱਡਾ ਸਿਰਦਰਦ ਬਣੇਗੀ ਆਉਣ ਵਾਲੀ ਸਰਕਾਰ ਵਾਸਤੇ। ਔਰ ਇਹ ਲੱਗਦਾ ਤੁਹਾਨੂੰ ਕਿ ਬਾਦਲਾਂ ਦੀ ਇਹਦੇ ਪਿੱਛੇ ਬਹੁਤ ਵੱਡੀ ਸਿਆਸਤ ਹੋ ਸਕਦੀ ਹੈ, ਕਿਉਂਕਿ ਉਹ ਨਹੀਂ ਚਾਹਣਗੇ ਕਿ ਜਿਹੜੀ ਵੀ ਸਰਕਾਰ ਆਵੇ ਉਹ 5 ਸਾਲ ਕੋਈ ਕੰਮ ਕਰ ਸਕੇ, ਉਹਨੂੰ ਅਲੱਗ-ਅਲੱਗ ਤਰੀਕੇ ਦੇ ਜਿਹੜੇ ਮੁੱਦੇ ਹੈਗੇ ਉਹਨਾਂ ਵਿੱਚ ਉਲਝਾ ਕੇ ਰੱਖਿਆ ਜਾਵੇ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਜੀ। ਬਾਦਲ ਸਾਹਿਬ ਕਿਉਂਕਿ ਬਹੁਤ ਮੰਝੇ ਹੋਏ ਸਿਆਸਤਦਾਨ ਨੇ, ਉਹਨਾਂ ਨੂੰ ਹਰ ਚੀਜ਼ ਇੱਕ ਜਿਹੜੀ ਸਾਹਮਣੇ ਪਹਿਲਾਂ ਅਹਿਸਾਸ ਹੋ ਜਾਂਦਾ, ਔਰ ਉਹਨਾਂ ਨੂੰ ਕਿਤੇ ਨਾ ਕਿਤੇ ਅਹਿਸਾਸ ਹੁੰਦਾ ਨਜ਼ਰ ਆ ਰਿਹਾ ਕਿ ਆਉਣ ਵਾਲੇ 5 ਸਾਲ ਉਹਨਾਂ ਦੀ ਸਰਕਾਰ ਨਹੀਂ ਰਹੇਗੀ, ਔਰ ਜੋ ਵੀ ਕੋਈ ਸਰਕਾਰ ਨਵੀਂ ਆਏਗੀ ਉਹ ਸਿਰਫ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਸੀ ਕਿ ਉਹਦੇ ਵਾਸਤੇ ਖੱਡੇ ਖੋਦ ਕੇ ਜਾ ਰਹੇ ਨੇ। ਚੌਟਾਲਾ ਸਾਹਿਬ, ਕਿਉਂਕਿ ਚੌਟਾਲਾ ਤੇ ਬਾਦਲ ਪਰਿਵਾਰ ਦੇ ਰਿਸ਼ਤੇ ਕਿਸੇ ਤੋਂ ਲੁਕੇ ਹੋਏ ਨਹੀਂ ਹੈ, ਔਰ ਚੌਟਾਲਾ ਸਾਹਿਬ ਹਰਿਆਣਾ ਦੀ ਸਿਆਸਤ ਦੇ ਵਿੱਚ ਆ ਕੇ ਬਜਾਏ ਇਸਦੇ ਕਿ ਜਿਸ ਤਰ੍ਹਾਂ ਉੱਥੇ ਜਾਟ ਅੰਦੋਲਨ ਹੋ ਰਿਹਾ ਜਾਂ ਹੋਰ ਵੀ ਉੱਥੇ ਹੋਰ ਪ੍ਰੋਬਲਮਸ ਨੇ, ਉਹਨਾਂ ਪ੍ਰੋਬਲਮਸ ਨੂੰ ਛੱਡ ਕੇ ਆਪਣੀ ਆਪ ਨੂੰ ਹਾਈਲਾਈਟ ਕਰਨ ਵਾਸਤੇ ਉਹ ਇਸ SYL ਦੇ ਇਸ਼ੂ ਤੇ ਕਰ ਰਹੇ ਨੇ। ਔਰ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਦਾ ਹਾਲੇ ਤੱਕ ਰਿਐਕਸ਼ਨ ਨਹੀਂ ਆਇਆ। ਗੱਲ ਤੇ ਧਰਨੇ ਲਾਉਣ ਵਾਲੀ ਆਮ ਆਦਮੀ ਪਾਰਟੀ, ਹਰ ਗੱਲ ਤੇ ਬਿਆਨਬਾਜ਼ੀ ਦੇਣ ਲਈ ਮਸ਼ਹੂਰ ਹੋ ਚੁੱਕੇ ਅਰਵਿੰਦ ਕੇਜਰੀਵਾਲ ਜਾਂ ਜੋ ਵੀ ਉਹਨਾਂ ਦੀ ਬਾਕੀ ਹਾਈ ਕਮਾਂਡ ਦੇ ਲੋਕ ਨੇ, ਉਹ ਸਾਰੇ ਇਸ ਬਾਰੇ ਚੁੱਪ ਨੇ। ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਹਾਸੋਹੀਣੀ ਵੀ ਗੱਲ ਹੈ ਔਰ ਇੱਕ ਬੜੀ ਕਨਫਿਊਜ਼ਨ, ਹੈਰਾਨੀ ਕਰਨ ਵਾਲੀ ਗੱਲ ਵੀ ਹੈ, ਹੈਰਾਨੀਜਨਕ ਵੀ ਹੈ ਜੀ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਕੱਲ ਹੀ ਪੜ੍ਹ ਰਿਹਾ ਸੀ ਕਿ ਆਮ ਆਦਮੀ ਪਾਰਟੀ ਹੁਣ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਅਗਲੇ ਸਾਲ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਉੱਥੇ ਚੋਣਾਂ ਲੜਾਂਗੇ। ਕਿਆ ਪੰਜਾਬ ਦਾ ਇਸ਼ੂ ਖਤਮ ਹੋ ਗਿਆ ਉਹਨਾਂ ਵਾਸਤੇ? ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹਟ ਕੇ ਹੁਣ ਕਦੇ ਪੰਜਾਬ, ਕਦੇ ਗੋਆ, ਕਦੇ ਮੱਧ ਪ੍ਰਦੇਸ਼, ਇਸ ਤੋਂ ਬਾਅਦ ਉਹ ਗੁਜਰਾਤ ਦੀ ਤਿਆਰੀ ਦੇ ਵਿੱਚ ਵੀ ਲੱਗੇ ਹੋਏ ਨੇ। ਇਸ ਗੱਲ ਤੇ ਚੁੱਪ, ਹਿਮਾਚਲ ਵੀ ਉਹਨਾਂ ਨੇ ਕਹਿ ਦਿੱਤਾ ਜੀ, ਹਿਮਾਚਲ ਵੀ ਕਹਿੰਦੇ ਪੰਜਾਬ ਤੋਂ ਬਾਅਦ ਹਿਮਾਚਲ 'ਚ ਵੀ ਜਾ ਸਕਦੇ ਹਾਂ ਅਸੀਂ। ਅਰਵਿੰਦ ਕੇਜਰੀਵਾਲ ਦੀ ਇਸ ਗੱਲ ਤੇ ਚੁੱਪੀ ਰਹਿਣਾ, ਮੈਂ ਇਹ ਨਹੀਂ ਸਮਝਦਾ ਕਿ ਧਰਮ ਸੰਕਟ ਹੈ। ਇਹ ਧਰਮ ਸੰਕਟ ਨਹੀਂ ਹੈ, ਇਹ ਉਹਨਾਂ ਦੀ ਇੱਕ ਸਿਆਸਤ ਦਾ ਹਿੱਸਾ ਹੈ ਕਿ ਜਿੱਥੇ ਤਾਂ ਸਾਨੂੰ ਸੇਕ ਲੱਗੇ ਉੱਥੇ ਚੁੱਪ ਕਰ ਜਾਓ, ਜਿੱਥੇ ਦੂਜੇ ਨੂੰ ਸੇਕ ਲੱਗੇ ਉੱਥੇ ਖੁੱਲ ਕੇ ਬੋਲੋ ਵੀ, ਧਰਨੇ ਵੀ ਲਾਓ, ਅੰਦੋਲਨ ਵੀ ਕਰੋ, ਸਭ ਕੁਝ ਕਰੋ ਜੀ। ਤੇ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਪ੍ਰਭਜੀਤ ਜੀ ਕਿ ਜਾਂ ਕਾਂਗਰਸ ਆਉਣੀ ਹੈ ਜਾਂ ਆਮ ਆਦਮੀ ਪਾਰਟੀ ਆਉਣੀ ਹੈ, ਆਪਾਂ ਕਿਸੇ ਲਈ ਵੀ ਸ਼ੋਰ ਨਹੀਂ ਹੈਗੇ ਇਸ ਵੇਲੇ, ਜਿਹੜੇ ਜਿਸ ਤਰੀਕੇ ਦੇ ਦੋਨਾਂ ਤੋਂ ਕਿਸੇ ਇੱਕ ਨੇ ਸਟਰੋਂਗ ਆਪੋਜੀਸ਼ਨ ਬਣਨਾ ਹੈ। ਹਾਂਜੀ, ਪਰ ਅਗਰ ਆਮ ਆਦਮੀ ਪਾਰਟੀ ਸਟਰੋਂਗ ਆਪੋਜੀਸ਼ਨ ਬਣ ਗਈ ਫਿਰ ਤੇ ਮੇਰਾ ਖਿਆਲ ਹੈ SYL ਮੁੱਦੇ ਦੇ ਉੱਪਰ ਬੜਾ ਸਟਰੋਂਗ ਉਹਨਾਂ ਦਾ ਰਿਐਕਸ਼ਨ ਵੀ ਹੋਏਗਾ, ਹੋਣਾ ਚਾਹੀਦਾ ਜੀ। ਪਰ ਆਈ ਡਾਊਟ ਕਿ ਉਹ ਇਸ ਇਸ਼ੂ ਤੇ ਕੁਝ ਬੋਲਣਗੇ ਕਿ ਨਹੀਂ ਬੋਲਣਗੇ, ਬਿਕੋਜ਼ ਉਹ ਸਾਰੇ ਹੀ ਜਿਹੜੇ ਨੇ ਉਸ ਤਰ੍ਹਾਂ ਨਾਲ ਦਿੱਲੀ ਦੀ ਕਠਪੁਤਲੀ ਬਣੇ ਹੋਏ ਨੇ। ਇੱਥੇ ਜੋ ਉੱਥੋਂ ਆਰਡਰ ਹੁੰਦਾ ਉਹੀ ਇੱਥੇ ਬੋਲਿਆ ਜਾਂਦਾ। ਅਗਰ ਕੁਝ ਵੀ ਹੋਰ ਬੋਲਿਆ ਜਾਂਦਾ ਤਾਂ ਆਪਾਂ ਉਹਨਾਂ ਸਾਰਿਆਂ ਦੇ ਹਸ਼ਰ ਇੱਥੇ ਦੇਖ ਚੁੱਕੇ ਹਾਂ। ਤੇ ਜੇ ਉਹ ਸਟਰੋਂਗ ਆਪੋਜੀਸ਼ਨ ਦੀ ਭੂਮਿਕਾ ਚਾਹੁੰਦੇ ਨੇ ਤਾਂ ਕਿਤੇ ਨਾ ਕਿਤੇ ਜੋ ਵੀ ਪਾਰਟੀ, ਜਿਸ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਆਪੋਜੀਸ਼ਨ 'ਚ ਰਹਿੰਦੇ ਉਸ ਚੀਜ਼ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਉਭਾਰਨ ਦਾ ਮੌਕਾ ਦੇਣਾ ਵੀ ਚਾਹੀਦਾ, ਤਾਂ ਕਿ ਲੋਕਾਂ ਸਾਹਮਣੇ ਇਹ ਆ ਸਕੇ ਕਿ ਕਿਸ ਪਾਰਟੀ ਦੇ ਮਨ ਦੇ ਵਿੱਚ ਕੀ ਛੁਪਿਆ ਹੈ। ਉਸ ਤੋਂ ਪਹਿਲਾਂ ਮੇਰੀ ਵਿੱਚੋਂ ਕਾਲ ਕੱਟ ਗਈ ਸੀ ਤਾਂ ਮੈਨੂੰ ਵਿਚਲੀ ਡਿਸਕਸ਼ਨ ਦਾ ਨਹੀਂ ਪਤਾ। ਸਰਦੀਪ ਜੀ ਮੈਂ ਗੱਲ ਸੁਣ ਰਿਹਾ ਸੀ ਕਿ ਇਹ ਗੱਲ ਉਹੀ ਹੈ ਕਿ ਸਾਰਾ ਫਰੈਂਡਲੀ ਮੈਚ ਹੈ ਜੀ। ਸਰਕਾਰਾਂ ਦਾ ਕੁਝ ਨਹੀਂ ਵਿਗੜਨਾ, ਇਹਦੇ 'ਚ ਆਮ ਲੋਕਾਂ ਦਾ ਵਿਗੜਨਾ। ਪਰ ਸਰਕਾਰਾਂ ਤਾਂ ਚਾਹੁੰਦੀਆਂ ਨੇ ਇਸ਼ੂ ਜਿੰਦਾ ਰਹਿਣ, ਇਲੈਕਸ਼ਨਾਂ ਲੜੀਆਂ ਜਾਣ। ਬਿਲਕੁਲ ਪ੍ਰਮੀਤ ਜੀ, ਮੈਂ ਸੀਪੀ ਸਿੰਘ ਜੀ ਵੱਲ ਜਾਵਾਂਗਾ। ਸੀਪੀ ਸਿੰਘ ਜੀ, ਬਾਦਲ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ ਢੰਡੋਰਾ ਪਿੱਟਣਾ ਸ਼ੁਰੂ ਕੀਤਾ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਆ ਖਰਾਬ ਹੋਣ ਜਾ ਰਹੇ ਆ, ਆਮ ਆਦਮੀ ਪਾਰਟੀ ਨੂੰ ਖਾਲਿਸਤਾਨੀ ਲੀਡਰਸ਼ਿਪ ਨਾਲ ਜੋੜਨ ਦੀ ਗੱਲ ਕੀਤੀ। ਬਾਰ-ਬਾਰ ਇੱਕ ਬਿਆਨ ਆਏ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਟੈਰਰਿਜ਼ਮ ਦੁਬਾਰਾ ਆ ਸਕਦਾ ਹੈ। ਪੰਜਾਬ ਦੀ ਨਾਭਾ ਜੇਲ੍ਹ ਬ੍ਰੇਕ ਦੇ ਵਿੱਚੋਂ ਵੀ ਆਪਾਂ ਜਿਹੜੀ ਹੈਗੀ ਉਹਨੂੰ ਵੀ ਇੱਕ ਪਲੋਟਡ ਜਿਹੜਾ ਹੈਗਾ ਇੱਕ ਆਪਾਂ ਈਵੈਂਟ ਦੇਖ ਸਕਦੇ ਹਾਂ। ਉਹਦੇ ਵਿੱਚੋਂ ਇੱਕ ਖਾਲਿਸਤਾਨੀ ਜਿਹੜਾ ਲੀਡਰ ਸੀ ਉਹਨੂੰ ਭਜਾਇਆ ਗਿਆ, ਫਿਰ ਉਹਦਾ ਉਹਨੂੰ ਜਿਹੜਾ ਪਬਲਿਸਾਈਜ਼ ਕੀਤਾ ਗਿਆ, ਉਹਨੂੰ ਪ੍ਰਮੋਟ ਕੀਤਾ ਗਿਆ ਕਿ ਦੇਖੋ ਖਾਲਿਸਤਾਨੀ ਪੰਜਾਬ ਜਿਹੜੇ ਜੇਲ੍ਹ ਵਿੱਚੋਂ ਦੌੜ ਗਏ ਨੇ, ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ। ਪੰਜਾਬ ਦੇ ਵਿੱਚ ਜਿਹੜਾ ਹੈ ਬੰਬ ਧਮਾਕਾ ਹੋਇਆ, ਉਸ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਆ ਰਿਹਾ। ਔਰ ਹੁਣ SYL ਦਾ ਮੁੱਦਾ ਵੀ ਜਿਹੜਾ ਹੈ ਉਹਨੂੰ ਵੀ ਗਰਮ ਕੀਤਾ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਨੂੰ, ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਵਾਸਤੇ ਅਕਾਲੀ ਦਲ ਜਾਣ ਬੁੱਝ ਕੇ ਇੱਕ ਸਿਚੁਏਸ਼ਨ ਪੈਦਾ ਕਰ ਰਿਹਾ ਕਿ ਉਹ ਆਪਣਾ ਕੰਮ ਜਿਹੜਾ ਹੈ ਉਹ ਸੁਚੱਜੇ ਢੰਗ ਦੇ ਨਾਲ ਨਾ ਕਰ ਸਕਣ, ਜਾਂ ਇਹਨਾਂ ਦੀ ਪੂਰੀ ਤਿਆਰੀ ਹੈ ਕਿ ਪੰਜਾਬ ਨੂੰ ਆਉਣ ਵਾਲੇ 5 ਸਾਲ ਜਿਹੜਾ ਹੈ ਉਹ ਡਿਸਟਰਬ ਕਰਕੇ ਰੱਖਣਾ?
ਕੁਲਵੀਰ ਜੀ, ਸਭ ਤੋਂ ਵੱਡੀ ਸੋਚਣ ਵਾਲੀ ਔਰ ਤਰਾਸਦੀ ਵਾਲੀ ਗੱਲ ਤਾਂ ਇਹੀ ਹੈ ਕਿ ਕੋਈ ਵੀ ਬੰਦਾ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਪੰਜਾਬ ਦੇ ਹਿੱਤਾਂ ਦੇ ਬਾਰੇ ਗੱਲ ਨਹੀਂ ਕਰਦੇ। ਨਾ ਹੀ ਕੋਈ ਇਦਾਂ ਦੀ ਕਿਸੇ ਮੁੱਦੇ ਨੂੰ ਚੱਕਿਆ ਜਾਂਦਾ ਜਿਹੜਾ ਕਿ ਪੰਜਾਬ ਦੇ ਹਿੱਤਾਂ ਦੇ ਨਾਲ ਰਿਲੇਟਡ ਹੋਵੇ। ਤੁਸੀਂ ਬਿਲਕੁਲ ਸਹੀ ਕਿਹਾ, ਜੇ ਇਦਾਂ ਦੀ ਐਕਟੀਵਿਟੀ ਨੂੰ ਤੁਸੀਂ ਕੋਇਨਸੀਡੈਂਟਲੀ ਕਹਿ ਲਓ ਜਾਂ ਇੱਕ ਪ੍ਰੋਵੋਕਡ ਹੋ ਕੇ ਕਹਿ ਲਓ, ਉਹ ਇਸ ਚੀਜ਼ ਨੂੰ ਹੂਲ ਦੇ ਦਿੰਦੀ ਹੈ ਜਾਂ ਇਸ ਚੀਜ਼ ਦੇ ਨਾਲ ਮਿਲਾ ਕੇ ਦੇਖਣ ਨੂੰ ਜੀ ਕਰਦਾ ਹੈ। ਕਿਉਂਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਦਾਂ ਦੀਆਂ ਸਟੇਟਮੈਂਟ ਦੇਣੀਆਂ ਸ਼ੁਰੂ ਕੀਤੀਆਂ ਔਰ ਉਸ ਤੋਂ ਬਾਅਦ ਨਾਭਾ ਜੇਲ੍ਹ ਬ੍ਰੇਕ ਦਾ ਕਾਂਡ ਹੋਇਆ, ਕੱਲ ਇੱਕ ਸੰਗਰੂਰ ਗੈਂਗਸਟਰ ਦਾ ਕੁਝ ਮਰਡਰ ਹੋਇਆ, ਕੁਝ ਇਦਾਂ ਦੀਆਂ ਹੋਰ ਐਕਟੀਵਿਟੀਆਂ ਹੋਈਆਂ, ਜਲੰਧਰ ਦੇ ਵਿੱਚ ਇੱਕ ਮਰਡਰ ਹੋਇਆ। ਸੋ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਹ ਕੋਇਨਸੀਡੈਂਟਲੀ ਚਾਹੇ ਉਹ ਜੀ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਵੀ ਬਹੁਤ ਹੋਈਆਂ ਨੇ, ਉਹਨਾਂ ਨੂੰ ਲਗਾਤਾਰ ਜਿਹੜਾ ਹੈ ਉਹ ਖਾਲਿਸਤਾਨੀਆਂ ਨਾਲ ਜੋੜ ਕੇ ਦੇਖਿਆ ਗਿਆ। ਉਹੀ ਚੀਜ਼ ਹੈ ਨਾ ਸਰ, ਮੈਂ ਇਹੀ ਕਹਿ ਰਿਹਾ ਕਿ ਇਸ ਚੀਜ਼ ਨੂੰ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਕੋਈ ਵੀ ਪਾਰਟੀ ਜਿਹੜੀ ਆਪੋਜੀਸ਼ਨ ਦੇ ਵਿੱਚ ਆਏਗੀ ਉਹ ਰੂਲਿੰਗ ਗਵਰਨਮੈਂਟ ਨੂੰ ਟਿਕਣ ਨਹੀਂ ਦਿੰਦੀ। ਇਹ ਇੱਕ ਸਟ੍ਰੈਟਜੀ ਲੈ ਕੇ ਸਾਡੇ ਪੋਲੀਟੀਸ਼ੀਅਨ ਚੱਲਦੇ ਨੇ, ਜਿਹੜਾ ਕਿ ਸਾਡੇ ਦੇਸ਼ ਵਾਸਤੇ, ਸਾਡੇ ਪੰਜਾਬ ਦੇ ਤੰਤਰ ਵਾਸਤੇ ਬਹੁਤ ਹੀ ਵੱਡਾ ਨੁਕਸਾਨਦਾਇਕ ਸਾਬਤ ਹੁੰਦਾ ਹੈ। ਗੱਲ ਹੋ ਰਹੀ ਸੀ ਕੁਲਵੀਰ ਜੀ ਪਾਣੀਆਂ ਦੇ ਮੁੱਦੇ ਤੇ। ਦੇਖੋ, ਨੈਚੁਰਲ ਰਿਸੋਰਸ ਹੈ, ਨੈਚੁਰਲ ਰਿਸੋਰਸ ਨੂੰ ਪੰਜਾਬ ਦੇ ਵਿੱਚੋਂ ਲੰਘਣ ਕੋਇਨਸੀਡੈਂਟ ਕਹਿ ਲਓ ਜਾਂ ਇੱਕ ਤੁਸੀਂ ਇੱਕ ਕਿਸਮਤ ਕਹਿ ਲਓ ਪੰਜਾਬ ਦੀ, ਜਾਂ ਇੱਕ ਸੁਭਾਵਿਕ ਹੈ ਕਿ ਪੰਜਾਬ ਦੇ ਵਿੱਚੋਂ ਲੰਘ ਰਿਹਾ ਹੈ, ਤਾਂ ਪੰਜਾਬ ਦੇ ਵਿੱਚੋਂ ਲੰਘਣਾ ਕੋਈ ਪੰਜਾਬ ਇਹਦੇ ਵਿੱਚ ਦੋਸ਼ੀ ਨਹੀਂ ਸਾਬਤ ਹੁੰਦਾ, ਜਾਂ ਪੰਜਾਬ ਨੂੰ ਇਹ ਨਹੀਂ ਹੁੰਦਾ ਕਿ ਜੇ ਉਹਦੇ ਵਿੱਚੋਂ ਸਤਲੁਜ ਲੰਘ ਰਹੀ ਹੈ ਤਾਂ ਉਹਦਾ ਜਿਹੜਾ ਪਾਣੀ ਹੈ ਉਹ ਕਰਨਾਟਕਾ ਨੂੰ ਵੀ ਦਿੱਤਾ ਜਾਵੇ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ, ਇਸ ਚੀਜ਼ ਨੂੰ ਉੱਥੇ ਚੱਲਣ ਦਿਓ ਔਰ ਇਹਦੇ ਵਿੱਚ ਪੋਲਿਟਿਕਸ ਜਿਹੜੀ ਹੋ ਰਹੀ ਹੈ ਉਹ ਚੀਜ਼ ਖਰਾਬ ਹੋ ਰਹੀ ਹੈ। ਔਰ ਜਿਵੇਂ ਸ਼ਬਦੀਪ ਜੀ ਨੇ ਕਿਹਾ ਕਿ ਨਹਿਰ ਕੋਈ ਕਾਵੇਰੀ ਚੱਲ ਰਹੀ ਹੋਵੇ ਕਰਨਾਟਕਾ ਦੇ ਵਿੱਚ ਜਾਂ ਸਾਊਥ ਦੇ ਵਿੱਚ, ਉਹਦਾ ਪਾਣੀ ਨੂੰ ਸ਼ੇਅਰ ਕਰਨ ਨੂੰ ਕਿਸੇ ਹੋਰ ਸਟੇਟ ਨੂੰ ਕਹਿ ਦਿਓ, ਤਾਂ ਇਹ ਚੀਜ਼ ਸੁਭਾਵਿਕ ਜੀ ਨਹੀਂ ਲੱਗਦੀ। ਸੋ ਇਸ ਚੀਜ਼ ਦੇ ਉੱਪਰ ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ ਤਾਂ ਸ਼ਾਇਦ ਚੰਗਾ ਵੀ ਲੱਗਦਾ ਹੈ, ਬਟ ਅੱਜ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਯਾਦ ਆ ਜਾਂਦਾ ਹੈ ਕਿ ਅਸੀਂ SYL ਦੇ ਮੁੱਦੇ ਨੂੰ ਹੂਲ ਦਈਏ ਔਰ ਇਸ ਚੀਜ਼ ਨੂੰ ਪੰਜਾਬ ਦੇ ਵਿੱਚ ਹੋਰ ਭੜਕਾਈਏ। ਔਰ ਇਸੇ ਤਰ੍ਹਾਂ ਦੇ ਜਿਹੜੇ ਐਪੀਸੋਡਸ ਹੋਏ ਨੇ, ਚਾਹੇ ਉਹ ਪਾਣੀਆਂ ਵਾਲੇ ਹੋਣ, ਚਾਹੇ ਉਹ ਗੈਂਗਸਟਰ ਵਾਲੇ ਹੋਣ, ਚਾਹੇ ਨਾਭਾ ਜੇਲ੍ਹ ਬ੍ਰੇਕ ਵਾਲੇ ਹੋਣ, ਇਹ ਕਿਤੇ ਨਾ ਕਿਤੇ ਇਹ ਸਰਕਾਰੀ ਜਾਂ ਪੋਲੀਟੀਕਲ ਤੰਤਰ ਨੂੰ ਜੋੜਨ ਦੇ ਵਿੱਚ ਸਾਨੂੰ ਮਜਬੂਰ ਕਰ ਦਿੰਦੇ ਨੇ। ਔਰ ਇਸੇ ਕਰਕੇ ਸ਼ਾਇਦ ਜਿਹੜਾ ਇਸ਼ਾਰਾ ਸਾਡਾ ਜਾਂਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲ ਜਾਂਦਾ ਹੈ ਕਿ ਉਹਨਾਂ ਨੇ ਜੋ ਸਟੇਟਮੈਂਟਾਂ ਦਿੱਤੀਆਂ ਸੀ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਿਗੜ ਜਾਣਗੇ, ਇਹਨਾਂ ਨੂੰ ਲਾਅ ਐਂਡ ਆਰਡਰ ਦੇ ਵਿੱਚ ਕੰਟਰੋਲ ਕਰਨਾ ਮੁਸ਼ਕਲ ਹੋ ਜਾਏਗਾ। ਸੋ ਇਦਾਂ ਦੀਆਂ ਸਟੇਟਮੈਂਟਾਂ ਜਦੋਂ ਇਹੋ ਜਿਹੇ ਇਨਸੀਡੈਂਟ ਨਾਲ ਜੁੜ ਜਾਂਦੀਆਂ ਤਾਂ ਸ਼ੱਕ ਦਾ ਜਿਹੜਾ ਸਾਡਾ ਦਾਇਰਾ ਉਹ ਹੋਰ ਵੱਧ ਜਾਂਦਾ ਹੈ। ਇਸੇ ਕਰਕੇ ਸ਼ਾਇਦ ਅਸੀਂ ਇਹ ਗੱਲ ਅੱਜ ਕਰ ਰਹੇ ਹਾਂ ਔਰ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁੱਦਿਆਂ ਦੀ ਰਾਜਨੀਤੀ ਹੋ ਰਹੀ ਹੈ, ਸਿਰਫ ਤੇ ਸਿਰਫ ਆਪਣੀ ਔਰ ਪੋਲਿਟਿਕਸ ਹੋ ਰਹੀ ਹੈ, ਆਪਣਾ ਵੋਟਰਸ ਨੂੰ ਭਰਮਾਉਣ ਲਈ ਕਹਿ ਲਓ। ਚਲੋ ਉਹ ਤਾਂ ਖੈਰ ਹੁਣ ਟਾਈਮ ਲੰਘ ਗਿਆ, ਬਟ ਕਿਤੇ ਨਾ ਕਿਤੇ ਆਪੋਜੀਸ਼ਨ ਸਟਰੋਂਗ ਨਾ ਆ ਜਾਏ ਜਾਂ ਰੂਲਿੰਗ ਗਵਰਨਮੈਂਟ ਇਦਾਂ ਦੀ ਕੋਈ ਸਟੈਬਲਿਸ਼ ਨਾ ਹੋ ਜਾਏ ਔਰ ਨਾ ਉਹਨਾਂ ਨੂੰ ਟਿਕਣ ਦਿੱਤਾ ਜਾਵੇ, ਇਸੇ ਦੇ ਉੱਪਰ ਇਹ ਚੀਜ਼ ਜਿਹੜੀ ਹੈ ਬੇਸਡ ਹੋ ਕੇ ਗੱਲਾਂ ਹੋ। ਸ਼ਬਦੀਪ ਜੀ, ਆਪਾਂ ਜੇ ਅਭੈ ਚੌਟਾਲਾ ਜੀ ਦੀ ਗੱਲ ਕਰੀਏ ਤੇ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਕੀ ਉਹਨਾਂ ਨੇ ਇਸ ਮਾਰਚ ਦੀ ਜਿਹੜੀ ਉਹਨਾਂ ਨੇ ਮਾਰਚ ਕਰਨਾ ਪੰਜਾਬ ਵੱਲ ਨੂੰ ਉਹਦੀ ਪਰਮਿਸ਼ਨ ਲਈ ਆ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ, ਪਾਣੀਆਂ ਦੇ ਉੱਪਰ ਸਾਡਾ ਹੱਕ ਹੈ। ਔਰ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ DC ਨੂੰ ਇੱਕ ਲੈਟਰ ਲਿਖ ਦਿੱਤਾ ਕਿ ਉਹ ਆਪਣੀ ਜਿਹੜੇ ਟ੍ਰੈਫਿਕ ਦੇ ਬੰਦੋਬਸਤ ਕਰ ਲਏ। ਇਸ ਤਰੀਕੇ ਦਾ ਐਟੀਟਿਊਡ ਆ ਉਹਨਾਂ ਦਾ ਕਹਿਣਾ ਕਿ ਹਰਿਆਣਾ ਦੇ ਵਿੱਚ BJP ਜਿਹੜੀ ਹੈਗੀ ਆ ਉਹਦੇ ਵੱਲੋਂ ਕੋਈ ਵੀ ਜਿਹੜੀ ਖਾਸ ਜਿਹੜੀ ਹੈਗੀ ਆ ਕਾਰਵਾਈ ਨਹੀਂ ਕੀਤੀ ਜਾ ਰਹੀ, ਈਵਨ ਕਿ ਕੋਰਟ ਦੇ ਆਰਡਰਸ ਤੋਂ ਬਾਅਦ, ਨਹਿਰ ਦੀ ਪਟਾਈ ਸ਼ੁਰੂ ਕਰਨ ਦੇ ਆਰਡਰਸ ਤੋਂ ਬਾਅਦ। ਔਰ ਕੇਂਦਰ ਸਰਕਾਰ ਦੇ ਵਿੱਚ BJP ਆ, ਉਹਨਾਂ ਵੱਲੋਂ ਵੀ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ। ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੀ ਇਲੈਕਸ਼ਨ ਨੂੰ ਦੇਖਦਿਆਂ ਹੋਇਆਂ, ਪੰਜਾਬ ਦੀ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਦੇ ਗਠਬੰਧਨ ਨੂੰ ਦੇਖਦਿਆਂ ਹੋਇਆਂ ਸੈਂਟਰ ਦੀ BJP ਤੇ ਹਰਿਆਣੇ ਦੀ BJP ਇਸ ਵੇਲੇ ਤੱਕ ਚੁੱਪ ਸੀ, ਜਾਂ ਤੁਹਾਨੂੰ ਲੱਗਦਾ ਕਿ ਉਹ ਇਸ ਵੇਲੇ ਜਿਹੜਾ ਹੈ ਇਸ ਮੁੱਦੇ ਨੂੰ ਛੇੜਨਾ ਹੀ ਨਹੀਂ ਚਾਹੁੰਦੀ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਇਲੈਕਸ਼ਨ ਜਿਹੜੇ ਹੈ ਅਜੇ ਚੱਲ ਰਹੀ ਹੈ? ਕੁਲਬੀਰ ਜੀ, ਮਸਲਾ ਇਹ ਹੈ ਕਿ ਚਾਹੇ BJP ਹੋਵੇ ਤੇ ਚਾਹੇ ਅਨੈਲੋ ਹੋਵੇ, ਇੱਕ ਮੁੱਦੇ ਦੇ ਉੱਤੇ ਉਹਨਾਂ ਦੀ ਸਾਂਝ ਹੈ ਕਿ ਉਹ ਪੰਜਾਬ ਦੇ ਪਾਣੀ ਖੋਣ ਦੇ ਮਾਮਲੇ ਵਿੱਚ ਇੱਕੋ ਜੀ ਸੋਚ ਦੇ ਧਾਰਨੀ ਨੇ, ਕਿਉਂਕਿ ਉਹਨੂੰ ਉਹ ਹਰਿਆਣੇ ਦੇ ਹਿੱਤ ਦੇ ਤੌਰ ਦੇ ਉੱਤੇ ਪੇਸ਼ ਕਰਦੇ ਨੇ। ਮੈਂ ਇਸ ਗੱਲ ਲਈ ਬਹੁਤ ਗਰੰਟਡ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਲੱਗਦਾ ਕਿ ਕੇਂਦਰ ਖਾਮੋਸ਼ ਹੈ, ਹਰਿਆਣਾ ਦੀ ਖੱਟੜ ਸਰਕਾਰ ਖਾਮੋਸ਼ ਹੈ, ਪਰ ਮੈਂ ਇਸ ਗੱਲ ਲਈ ਬਹੁਤ ਗਰੰਟਡ ਹਾਂ ਕਿ ਜੇ ਉਹਨਾਂ ਨੂੰ ਇਹ ਲੱਗਿਆ ਕਿ 23 ਤਰੀਕ ਤੱਕ ਅਨੈਲੋ ਆਪਣੇ ਆਪ ਨੂੰ ਬਹੁਤ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ, ਤਾਂ ਮੈਂ ਇਸ ਗੱਲ ਬਾਰੇ ਸਮਝਦਾ ਕਿ ਪੰਜਾਬ ਦੀ ਪੁਲਿਸ ਤੋਂ ਪਹਿਲਾਂ ਪੈਰਾਮਿਲਟਰੀ ਫੋਰਸਿਸ ਜੇ ਕੇਂਦਰ ਸਰਕਾਰ ਭੇਜਦਾ, ਉਹਦੇ ਤੋਂ ਪਹਿਲਾਂ ਹਰਿਆਣਾ ਦੀ ਪੁਲਿਸ ਅੰਬਾਲਾ ਤੋਂ ਚੱਲਣ ਵੇਲੇ ਹੀ ਅਨੈਲੋ ਦੇ ਵਰਕਰਾਂ ਨੂੰ
ਉੱਥੇ ਰੋਕ ਦੇਵੇਗੀ, ਉਹ ਉੱਥੇ ਸੜਕ ਦੇ ਉੱਤੇ ਜਾਮ ਲਾ ਦੇਣਗੇ ਤੇ ਆਪਣੇ ਆਪ ਨੂੰ ਰਿਐਕਟ ਕਰਕੇ ਸਾਬਤ ਕਰ ਦੇਣਗੇ ਕਿ ਅਸੀਂ ਪਾਣੀਆਂ ਲਈ ਲੜਨ ਚੱਲੇ ਸੀ, ਬੀਜੇਪੀ ਨੇ ਸਾਨੂੰ ਰੋਕ ਦਿੱਤਾ ਵਾ। ਉਹ ਇੱਕ ਤਰ੍ਹਾਂ ਨਾਲ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਮੁੜ ਕੇ ਹਰਿਆਣਾ ਦੇ ਵਿੱਚ ਹੋਏਗੀ। ਹਰਿਆਣਾ ਨੂੰ ਲਾ ਐਂਡ ਆਰਡਰ ਦਾ ਮਾਮਲਾ ਕਵੇਗਾ, ਅਨੈਲੋ ਉਹਨੂੰ ਹਰਿਆਣੇ ਦੇ ਹਿੱਤਾਂ ਦੀ ਗੱਲ ਕਰਕੇ ਬੀਜੇਪੀ ਦੇ ਉੱਤੇ ਅਟੈਕ ਕਰੇਗੀ। ਬੇਸਿਕਲੀ ਤਾਂ ਆਪਣੀ ਖੁਸ਼ੀ ਹੋਈ ਜ਼ਮੀਨ ਖੋਣ ਦੀ ਲੜਾਈ ਹੈ। ਦੂਸਰੀ ਗੱਲ ਮੈਂ ਇਹ ਸਮਝਦਾ ਕਿ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਜਿਵੇਂ ਲੋਕਾਂ ਨੂੰ ਨਜ਼ਰ ਆ ਰਿਹਾ ਜੇ ਸੱਚ ਸਾਬਤ ਹੋ ਜਾਂਦਾ ਤਾਂ ਉਹਨੂੰ ਵੀ ਦੁਬਾਰਾ ਆਪਣੀ ਖੁਸ਼ੀ ਹੋਈ ਜ਼ਮੀਨ ਖੋਣੀ ਪੈਣੀ ਹੈ, ਔਰ ਉਹ ਜ਼ਮੀਨ ਖੋਣ ਲਈ ਦਰਿਆਈ ਪਾਣੀਆਂ ਦਾ ਸਵਾਲ ਅਕਾਲੀ ਦਲ ਲਈ ਅਹਿਮ ਹੈ। ਔਰ ਹਰਿਆਣਾ ਦੇ ਵਿੱਚ ਕਿ ਉਹਨੇ ਜਿਹੜੇ ਉਹਨਾਂ ਦੇ ਪੱਕੇ ਦੋਸਤ ਨੇ ਉਹਨਾਂ ਦੇ ਲਈ ਵੀ ਪਾਣੀਆਂ ਦੇ ਸਵਾਲ ਨੂੰ ਵਰਤ ਲੈਣ ਦੀ ਗੱਲ ਹੈ। ਕਿਉਂਕਿ ਇੱਕ ਗੱਲ ਸਾਡੇ ਸਿਆਸਤਦਾਨ ਬਾਖੂਬੀ ਸਮਝਦੇ ਨੇ ਕਿ ਸਿਰਫ ਸਿਆਸਤ ਕਰਨ ਦੇ ਨਾਲ ਨਾ ਤਾਂ ਹਰਿਆਣੇ ਦੇ ਹਿੱਤ ਸਾਧੇ ਜਾ ਸਕਦੇ ਆ, ਨਾ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਇਹ ਇੱਕ ਤਰ੍ਹਾਂ ਦੀ ਪੋਲਿਟਿਕਸ ਹੈ ਜਿਹਦੇ ਵਿੱਚੋਂ ਵੋਟਾਂ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਜਾ ਸਕਦੀਆਂ ਵਾ। ਵੋਟਾਂ ਦਾ ਸ਼ਗਨ ਲੈਣ ਦੇ ਲਈ ਲੋਕਾਂ ਦੇ ਖੂਨ ਦਾ ਟਿੱਕਾ ਉਹ ਆਪਣੇ ਮੱਥੇ ਤੇ ਲਾਉਣਾ ਜ਼ਰੂਰ ਚਾਹੁੰਦੇ ਨੇ, ਪਰ ਮੈਂ ਇਹ ਸਮਝਦਾ ਕਿ ਬੇਸਿਕਲੀ ਇਸ ਗੱਲ ਦਾ ਇਲਮ ਹਰਿਆਣਾ ਦੇ ਸਰਕਾਰ ਨੂੰ ਵੀ ਹੈ, ਕੇਂਦਰ ਦੀ ਸਰਕਾਰ ਨੂੰ ਵੀ ਹੈ, ਖੁਦ ਅਨੈਲੋ ਨੂੰ ਵੀ ਹੈ, ਔਰ ਪੰਜਾਬ ਦੇ ਵਿੱਚ ਕਿਉਂਕਿ ਅੱਜ ਦੀ ਤਰੀਕ ਤੱਕ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਆ, ਇਸ ਕਰਕੇ ਚੀਮਾ ਸਾਹਿਬ ਦਾ ਰਿਐਕਟ ਕਰਨਾ ਜਸਟੀਫਾਈਡ ਆ। ਔਰ ਜਿਵੇਂ ਤੁਸੀਂ ਜੇ ਤੁਹਾਨੂੰ ਯਾਦ ਹੋਵੇ ਤਾਂ ਜਦੋਂ ਖੱਟੜ ਸਾਹਿਬ ਤੋਂ ਇਹ ਪੁੱਛਿਆ ਗਿਆ ਸੀ ਕਿ ਤੁਹਾਡੇ ਗਵਾਂਢ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਤੁਹਾਨੂੰ ਜੇ ਬੁਲਾਇਆ ਜਾਵੇ ਬੀਜੇਪੀ ਵੱਲੋਂ ਉਹਨਾਂ ਰੈਲੀਆਂ ਦੇ ਵਿੱਚ ਬੋਲਣ ਲਈ, ਕੀ ਤੁਸੀਂ ਉੱਥੇ ਜਾ ਕੇ ਪਾਣੀਆਂ ਦੇ ਸਵਾਲ ਨੂੰ ਉਠਾਓਗੇ? ਤਾਂ ਖੱਟੜ ਸਾਹਿਬ ਨੇ ਮੀਡੀਆ ਸਾਹਮਣੇ ਬਹੁਤ ਕਲੀਅਰ ਕਿਹਾ ਸੀ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਇੱਕ ਚੀਜ਼ ਆ, ਪੰਜਾਬ ਦੀਆਂ ਚੋਣਾਂ ਇੱਕ ਚੀਜ਼ ਆ, ਪਾਣੀਆਂ ਦਾ ਸਵਾਲ ਇੱਕ ਚੀਜ਼ ਆ। ਜੇ ਮੈਂ ਜਾਵਾਂਗਾ ਮੈਂ ਉੱਥੇ ਜਾ ਕੇ ਪਾਣੀਆਂ ਦੀ ਗੱਲ ਨਹੀਂ ਕਰਾਂਗਾ। ਮੈਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜੋ ਗਲਤ ਗੱਲਾਂ ਕੀਤੀਆਂ ਉਹਨਾਂ ਦੇ ਬਾਰੇ ਆਪਣੀ ਰਾਏ ਰੱਖਾਂਗਾ, ਬੀਜੇਪੀ ਦੇ ਸਟੈਂਡ ਦੀ ਗੱਲ ਕਰਾਂਗਾ। ਹਰਿਆਣੇ ਦੇ ਵਿੱਚ ਸਾਡਾ ਸਟੈਂਡ ਇਹੀ ਹੈ ਕਿ ਸਾਨੂੰ ਪਾਣੀ ਮਿਲਣਾ ਚਾਹੀਦਾ, ਪਰ ਮੈਂ ਉਹ ਚੀਜ਼ ਜਾ ਕੇ ਪੰਜਾਬ ਦੀ ਜ਼ਮੀਨ ਦੇ ਉੱਤੇ ਨਹੀਂ ਬੋਲਾਂਗਾ। ਇਹ ਸਿਆਸਤਦਾਨ ਇਸੇ ਤਰੀਕੇ ਦੇ ਨਾਲ ਕਰਦੇ ਰਹਿਣਗੇ। ਸਵਾਲ ਸਾਡੇ ਸਾਹਮਣੇ ਆ ਕਿ ਅਸੀਂ ਜਿਨ੍ਹਾਂ ਨੇ ਪੰਜਾਬ ਦੇ ਸੱਚਮੁੱਚ ਹਿੱਤਾਂ ਦੀ ਰਾਖੀ ਕਰਨੀ ਹੈ, ਜਿਵੇਂ ਮੈਂ ਵਾਰ-ਵਾਰ ਕਹਿਣਾ, ਮੇਰੇ ਲਈ ਪਾਣੀਆਂ ਦਾ ਮੁੱਦਾ ਸਿਆਸੀ ਮੁੱਦਾ ਨਹੀਂ ਹੈ, ਪੰਜਾਬ ਦੇ ਹੱਕ ਦਾ ਮੁੱਦਾ ਵਾ। ਮੇਰੇ ਲਈ ਸੁਪਰੀਮ ਕੋਰਟ ਵੀ ਕੋਈ ਮਾਨੇ ਨਹੀਂ ਰੱਖਦੀ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਲੜਾਈ ਹੀ ਗਲਤ ਆਧਾਰ ਦੇ ਉੱਤੇ ਲੜੀ ਜਾ ਰਹੀ ਹੈ। ਔਰ ਦੂਸਰੀ ਗੱਲ, ਸੁਪਰੀਮ ਕੋਰਟ ਦੇ ਜੱਜਾਂ ਦਾ ਫੈਸਲਾ ਵੀ ਕੋਈ ਰੱਬੀ ਇਲਹਾਮ ਦੇ ਉੱਤੇ ਆਧਾਰਿਤ ਨਹੀਂ ਹੈ ਕਿ ਅਸੀਂ ਉਸ ਫੈਸਲੇ ਦੇ ਉੱਤੇ ਹਰ ਹਾਲਤ ਦੇ ਵਿੱਚ ਪਾਬੰਦ ਹੋਈਏ। ਅਸੀਂ ਉਹਦੇ ਤੇ ਸਵਾਲ ਉਠਾ ਸਕਦੇ ਹਾਂ। ਜੇ ਇੰਦਰਾ ਗਾਂਧੀ ਅਵਾਰਡ ਕਾਨੂੰਨ ਤੋੜ ਕੇ ਲਾਗੂ ਕੀਤਾ ਗਿਆ ਵਾ ਤਾਂ ਮੈਂ ਸਮਝਾਂਗਾ ਕਿ ਲੜਾਈ ਸਾਨੂੰ ਬੇਸਿਕ ਕਾਨੂੰਨ ਦੇ ਉੱਤੇ ਆ ਕੇ ਲੜਨੀ ਚਾਹੀਦੀ। ਜੇ ਕੋਈ ਪੰਜਾਬ ਦਾ ਹਮਾਇਤੀ ਆ ਤਾਂ ਉਹਨੂੰ ਪੰਜਾਬ ਦੇ ਹੱਕ ਦੇ ਵਿੱਚ ਬੁਨਿਆਦੀ ਜਿਹੜਾ ਕਾਨੂੰਨ ਆ ਰਫੀਅਨ ਲਾ ਦੇ ਆਧਾਰ ਦੇ ਉੱਤੇ ਲੜਾਈ ਲੜਨੀ ਚਾਹੀਦੀ। ਤੇ ਜੇ ਕੋਈ ਉਸ ਲੜਾਈ ਨੂੰ ਛੱਡ ਕੇ ਅਦਰਵਾਈਜ਼ ਹੋਰ ਤਰੀਕਿਆਂ ਦੀ ਲੜਾਈ ਲੜਨ ਦਾ ਯਤਨ ਕਰ ਰਿਹਾ ਤੇ ਸਾਨੂੰ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਰਾਖੀ ਲਈ ਨਹੀਂ ਲੜ ਰਿਹਾ, ਉਹ ਸਿਰਫ ਮੁੱਦੇ ਨੂੰ ਆਪਣੇ ਹੱਕ ਦੇ ਵਿੱਚ ਵੋਟਿੰਗ ਕਰਾਉਣ ਲਈ ਲੜ ਰਿਹਾ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ। ਕੇਜਰੀਵਾਲ ਦਾ ਧਰਮ ਸੰਕਟ 23 ਤਰੀਕ ਤੱਕ ਕਿੰਨਾ ਕੁ ਸਾਹਮਣੇ ਆ ਜਾਂਦਾ ਉਹ ਅਸੀਂ ਅਜੇ ਦੇਖਾਂਗੇ। ਔਰ ਮੈਂ ਨਹੀਂ ਸਮਝਦਾ ਕਿ ਉਹ ਉਦੋਂ ਤੱਕ ਖਾਮੋਸ਼ ਰਹਿਣਗੇ। ਉਦੋਂ ਤੱਕ ਉਹਨਾਂ ਦੀ ਵੀ ਕੋਈ ਨਾ ਕੋਈ ਆਵਾਜ਼ ਆ ਜਾਵੇਗੀ। ਜਿਵੇਂ ਬੀਜੇਪੀ ਦੀ ਸਰਕਾਰ ਦਾ ਰਿਐਕਸ਼ਨ ਵੀ ਬਹੁਤ ਜਲਦੀ ਸਾਨੂੰ ਇੰਤਜ਼ਾਰ ਰੱਖਣਾ ਚਾਹੀਦਾ ਕਿ ਉਹ ਆਏਗਾ। ਮੈਂ ਨਹੀਂ ਸਮਝਦਾ ਕਿ ਉਹ 23 ਤੱਕ ਵੀ ਖਾਮੋਸ਼ ਬੈਠੇ ਰਹਿਣਗੇ। ਪ੍ਰਭਮੀਤ ਜੀ, ਗੱਲ ਕੀਤੀ ਹੈ ਸਿਆਸਤ ਦੀ। ਸਿਆਸਤ ਤੇ ਬਾਦਲ ਵੀ ਪਾਣੀ ਦੇ ਉੱਪਰ ਹੀ ਕਰਦੇ ਆ ਰਹੇ ਨੇ। ਬਾਦਲਾਂ ਨੇ ਬੜੀ ਦੇਰ ਰਾਜ ਵੀ ਕਰ ਲਿਆ। ਕੈਪਟਨ ਸਾਹਿਬ ਵੀ ਜਦੋਂ ਸਰਕਾਰ ਬਣਾਉਣੀ ਹੁੰਦੀ ਉਦੋਂ ਪਾਣੀਆਂ ਦੇ ਉੱਪਰ ਸਿਆਸਤ ਕਰਦੇ ਨੇ। ਜੇ ਆਪਾਂ ਅੱਜ ਦੇਖੀਏ ਤਾਂ ਹਰਿਆਣੇ ਦੇ ਵਿੱਚ ਚੌਟਾਲਾ ਵੀ ਪਾਣੀ ਦੇ ਉੱਪਰ ਸਿਆਸਤ ਕਰਦੇ ਨੇ। ਨਾ ਕਹਿਣ ਨੂੰ ਪੰਜਾਬ ਦੇ ਹੱਕਾਂ ਦੀ ਗੱਲ, ਹਰਿਆਣੇ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਬੇਸਿਕਲੀ ਇਸ ਮੁੱਦਾ ਜਿਹੜਾ ਪੂਰੇ ਦਾ ਪੂਰਾ ਸਿਆਸਤ ਹੈ, ਪੂਰੀ ਦੀ ਪੂਰੀ ਸਿਆਸਤ ਕੀਤੀ ਜਾਂਦੀ ਹੈ। ਔਰ ਇਸ ਵੇਲੇ ਬੀਜੇਪੀ ਦਾ ਇਹਦੇ ਉੱਪਰ ਅਜੇ ਤੱਕ ਕੋਈ ਵੀ ਰਿਐਕਸ਼ਨ ਨਾ ਆਉਣਾ ਹਰਿਆਣੇ ਦੇ ਵਿੱਚੋਂ ਔਰ ਦਿੱਲੀ ਦੇ ਵਿੱਚੋਂ। ਕੀ ਲੱਗਦਾ ਤੁਹਾਨੂੰ ਕਿ ਬੀਜੇਪੀ ਨੂੰ ਜਿਹੜਾ ਹੈ ਚੌਟਾਲਾ ਜਿਹੜਾ ਹੈ ਉਹ 2-3 ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਫਸਾ ਕੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋ ਜਾਵੇਗਾ? ਕਿਉਂਕਿ ਜਾਟ ਐਜੀਟੇਸ਼ਨ ਦੀ ਗੱਲ ਵੀ ਜਿਹੜੀ ਹੈਗੀ ਆ ਉਹ ਵੀ ਬੀਜੇਪੀ ਦੇ ਵਾਸਤੇ ਇੱਕ ਬਹੁਤ ਵੱਡਾ ਮੁੱਦਾ ਉੱਥੇ ਬਣੀ ਹੋਈ ਹੈ। ਦੂਸਰਾ ਮੁੱਦਾ ਹੁਣ ਚੌਟਾਲਾ ਵੱਲੋਂ ਬੀਜੇਪੀ ਦੇ ਲਈ ਇਹ ਜਿਹੜਾ ਹੈਗਾ 23 ਤਰੀਕ ਨੂੰ SYL ਦਾ ਬਹੁਤ ਵੱਡਾ ਖੜਾ ਕਰ ਦਿੱਤਾ। ਬੀਜੇਪੀ ਨੂੰ ਜਾਂ ਉਹਨੂੰ ਰੋਕਣਾ ਪਏਗਾ, ਜੇ ਪਰਮਿਸ਼ਨ ਤੇ ਉਹਨੂੰ ਦੇ ਹੀ ਨਹੀਂ ਸਕਦੀ। ਦੋਨੋਂ ਤਰੀਕਿਆਂ ਦੇ ਵਿੱਚ ਇੱਥੇ ਤੁਹਾਨੂੰ ਜਿਹੜਾ ਹੈ ਮੈਨੂੰ ਲੱਗਦਾ ਕਿ ਬੀਜੇਪੀ ਦਾ ਨੁਕਸਾਨ ਹੋਣ ਜਾ ਰਿਹਾ।
ਬਿਲਕੁਲ ਬਿਲਕੁਲ, ਮੈਂ ਇਹਦੇ 'ਚ ਇੱਕ ਚੀਜ਼ ਜਿਹੜੀ ਉਹ ਕਲੀਅਰ ਕਰਨੀ ਚਾਹੁੰਦਾ ਕਿ ਆਪਾਂ ਵਾਰ-ਵਾਰ ਇਹ ਕਹਿੰਦੇ ਕਿ ਚੀਮਾ ਸਾਹਿਬ ਦਾ, ਡਾਕਟਰ ਬਲਜੀਤ ਚੀਮਾ ਦਾ ਰਿਐਕਸ਼ਨ ਆਇਆ, ਉਹ ਉਹਨਾਂ ਦਾ ਰਿਐਕਸ਼ਨ ਆਉਣਾ, ਉਹਨਾਂ ਦਾ ਰਿਐਕਸ਼ਨ ਨਹੀਂ ਹੈ, ਉਹ ਅਕਾਲੀ ਦਲ ਦੇ ਅਫੀਸ਼ੀਅਲ ਸਪੋਕਸਪਰਸਨ ਨੇ। ਉਹਨਾਂ ਨੇ ਅਫੀਸ਼ੀਅਲ ਸਪੋਕਸਪਰਸਨ ਦੇ ਨਾਤੇ ਉਹਨਾਂ ਨੇ ਇੱਕ ਰਿਐਕਸ਼ਨ ਦਿੱਤਾ, ਜਿਹਨੂੰ ਕਿ ਆਪਾਂ ਪੰਜਾਬੀ 'ਚ ਕਹਿ ਲਈਏ ਕਿ ਇੱਕ ਸਰਕਾਰੀ ਦਿੱਤਾ ਗਿਆ ਕਿ ਹਾਂਜੀ ਸਰਕਾਰ ਦਾ ਬਿਆਨ ਹੈ ਜੀ। ਹਾਂਜੀ ਹਾਂ, ਇੱਕ ਫਾਰਮੈਲਿਟੀ ਕਰਕੇ ਉਹਨਾਂ ਨੂੰ ਪਰੇ ਕਰ ਦਿੱਤਾ ਗਿਆ। ਜਿੱਥੋਂ ਤੱਕ ਰਹੀ ਬੀਜੇਪੀ ਦੀ ਗੱਲ, ਬੀਜੇਪੀ ਇਸ ਵੇਲੇ ਪੂਰੀ ਤਰ੍ਹਾਂ ਸੇਫ ਗੇਮ ਖੇਡਣ ਦੇ ਮੂਡ ਦੇ ਵਿੱਚ ਹੈ ਔਰ ਉਹ ਸੇਫ ਗੇਮ ਹੀ ਖੇਡ ਰਹੀ ਹੈ। ਹਰਿਆਣਾ ਦੇ ਵਿੱਚ ਜਾਟ ਅੰਦੋਲਨ ਬਹੁਤ ਜ਼ਿਆਦਾ ਇੱਕ ਭਖਿਆ ਹੋਇਆ ਮੁੱਦਾ ਹੈ, ਇਸ ਤੋਂ ਪਹਿਲਾਂ ਵੀ ਹੋਇਆ, ਉੱਥੇ ਕਾਫੀ ਹਿੰਸਾ ਵੀ ਹੋਈ ਹੈ। ਇਸ ਟਾਈਮ ਹਰਿਆਣਾ ਦੀ ਜਿਹੜੀ ਸਾਰੀ ਮਸ਼ੀਨਰੀ ਹੈ ਹਰਿਆਣਾ ਸਰਕਾਰ ਦੀ, ਉਹ ਜਾਟ ਅੰਦੋਲਨ ਵੱਲ ਲੱਗੀ ਹੋਈ ਹੈ। ਤਾਂ ਕਿਤੇ ਨਾ ਕਿਤੇ ਕੱਲ ਅਗਰ ਆਉਣ ਵਾਲੇ ਸਮੇਂ 'ਚ ਕੋਈ ਕਿਸੇ ਕਿਸਮ ਦੀ ਗੜਬੜ ਹੁੰਦੀ ਹੈ, ਕੁਛ ਹੁੰਦਾ, ਤਾਂ ਉਹਨਾਂ ਨੂੰ ਇੱਕ ਗੱਲ ਕਹਿਣ ਦਾ ਮੌਕਾ ਮਿਲ ਜਾਏਗਾ ਕਿ ਸਾਡਾ ਤਾਂ ਜੀ ਧਿਆਨ ਇੱਧਰਲੇ ਪਾਸੇ ਸੀਗਾ। ਚੌਟਾਲਾ ਸਾਹਿਬ, ਹਾਂ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਹੈ, ਬਾਰ-ਬਾਰ ਇਹੀ ਗੱਲ ਕਹਿ ਰਿਹਾ ਕਿ ਚੌਟਾਲਾ ਸਾਹਿਬ ਕਿਉਂਕਿ ਹਰਿਆਣਾ ਦੀ ਸਿਆਸਤ ਦੇ ਵਿੱਚ INLD ਇੱਕ ਬੈਕਫੁੱਟ ਤੇ ਜਾ ਚੁੱਕੀ ਹੈ, ਕਰਪਸ਼ਨ ਦੇ ਚਾਰਜਿਸ ਲੱਗੇ ਆ, ਚੌਟਾਲਾ ਸਾਹਿਬ ਖੁਦ ਵੀ ਅੰਦਰ ਰਹਿ ਕੇ ਆਏ ਨੇ, ਤੇ ਉਹ ਹੁਣ ਇਸ ਮੁੱਦੇ ਨੂੰ ਲੈ ਕੇ ਆਪਣੇ ਆਪ ਨੂੰ ਉਭਾਰਨ ਦੇ ਚੱਕਰ ਦੇ ਵਿੱਚ ਹੈਗੇ ਨੇ। ਔਰ ਇੱਕ ਐਸਾ ਮੁੱਦਾ, ਬਾਰ-ਬਾਰ ਸ਼ਬੀਰ ਜੀ ਨੇ ਵੀ ਉਹੀ ਗੱਲ ਕਹੀ ਕਿ ਇਹ ਮੁੱਦਾ ਕਦੇ ਖਤਮ ਨਹੀਂ ਹੋਏਗਾ। ਜੋ ਵੀ ਵਿਰੋਧੀ ਪਾਰਟੀ ਹੋਏਗੀ ਉਹ ਇਸ ਮੁੱਦੇ ਨੂੰ ਲੈ ਕੇ ਹਰ ਵਾਰੀ ਸੱਤਾ 'ਚ ਆਉਣ ਦੇ ਸੁਪਨੇ ਦੇਖੇਗੀ ਹੀ ਦੇਖੇਗੀ। ਗੱਲ ਉਹੀ ਆ ਜਾਂਦੀ ਪਾਣੀ ਦੇ ਵਿੱਚ ਮਧਾਣੀ ਮਾਰਨ ਵਾਲੀ। ਇਸ ਮੁੱਦੇ ਦਾ ਹੱਲ ਇੰਨੀ ਛੇਤੀ, ਇੰਨੀ ਆਸਾਨੀ ਨਾਲ ਜਾਂ ਹਿੰਸਾਤਮਕ ਤਰੀਕੇ ਨਾਲ ਨਹੀਂ ਹੋਣਾ। ਇਹ ਅਗਰ ਇਹਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਅਸੀਂ ਦੇਖਦੇ ਹਾਂ ਕਿ ਲਾਅ ਐਂਡ ਆਰਡਰ ਖਰਾਬ ਹੁੰਦਾ ਜਾਂ ਕੁਛ ਨਹੀਂ ਹੁੰਦਾ, ਤਾਂ ਉਹਦਾ ਫਾਇਦਾ ਦੋਨਾਂ ਸੂਬਿਆਂ ਦੇ ਵਿੱਚ ਬੈਠੀਆਂ ਓਪੋਜੀਸ਼ਨ ਪਾਰਟੀਆਂ ਹੀ ਚੱਕਣ ਦੇ ਮੂਡ ਵਿੱਚ ਬੈਠੀਆਂ ਨੇ, ਉਹੀ ਚੱਕਣ ਲਈ ਹਮੇਸ਼ਾ ਤਿਆਰ ਰਹਿਣਗੀਆਂ ਦੇ ਵਿੱਚ। ਸੀਪੀ ਜੀ, ਆਪਾਂ ਗੱਲ ਕਰੀਏ ਬੀਜੇਪੀ ਦਾ ਰਿਐਕਸ਼ਨ ਕੋਈ ਨਹੀਂ ਆ ਰਿਹਾ, ਨਾ ਸੈਂਟਰ ਤੋਂ ਨਾ ਹਰਿਆਣਾ ਤੋਂ। ਪਰ ਇੱਕ ਚੀਜ਼ ਆਪਾਂ ਹੋਰ ਦੇਖੀਏ, ਜਦੋਂ ਜਾਟ ਐਜੀਟੇਸ਼ਨ ਪਿਛਲੇ ਸਾਲ ਹੋਇਆ ਸੀਗਾ, 22 ਤਰੀਕ ਸੀ ਮੇਰਾ ਖਿਆਲ ਆ, 22 ਤਰੀਕ ਨੂੰ ਪਿਛਲੇ ਸਾਲ ਜਿਹੜਾ 22 ਨੂੰ ਫੈਸਲਾ ਹੋ ਗਿਆ ਸੀ, ਇਹਨਾਂ ਦਿਨਾਂ ਦੇ ਵਿੱਚ ਐਜੀਟੇਸ਼ਨ ਹੋਇਆ ਸੀ ਪਿਛਲੇ ਸਾਲ। ਉਦੋਂ ਵੀ ਪੰਜਾਬੀਆਂ ਦੇ ਜਿਹੜੇ ਬਿਜ਼ਨਸ ਸੀਗੇ ਹਾਈਵੇ ਦੇ ਉੱਪਰ, ਸਭ ਤੋਂ ਜ਼ਿਆਦਾ ਨੁਕਸਾਨ ਉਹਨਾਂ ਨੂੰ ਪਹੁੰਚਾਇਆ ਗਿਆ ਸੀ। ਪੰਜਾਬ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਪੰਜਾਬ ਦੀਆਂ ਬੱਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਕਿਤੇ ਨਾ ਕਿਤੇ ਇੱਕ ਚੀਜ਼ ਤਾਂ ਕਨਫਰਮ ਹੈ ਕਿ ਹਰਿਆਣੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਜਾਂ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਉਹ ਆਲਰੇਡੀ ਇੱਕ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਜ਼ਹਿਰ ਜਿਹੜਾ ਹੈ ਉਹ ਪਨਪ ਰਿਹਾ। ਕਿਹੜੇ ਮੁੱਦਿਆਂ ਦੇ ਉੱਪਰ ਪਨਪ ਰਿਹਾ, ਇਹ ਬਹੁਤ ਸਾਰੇ ਮੁੱਦੇ ਹੋ ਸਕਦੇ ਨੇ, ਪੁਰਾਣੇ ਨਵੇਂ, ਪਰ SOL ਦੇ ਮੁੱਦੇ ਨੂੰ ਇਸ ਤਰੀਕੇ ਦੇ ਨਾਲ ਚੌਟਾਲਾ ਸਾਹਿਬ ਨੇ ਉਭਾਰ ਕੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਵਿੱਚ ਜਿਹੜੀ ਵਿੱਥ ਹੈਗੀ ਆ ਜਾਂ ਜਿਹੜਾ ਪਾੜਾ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਪੰਜਾਬ ਦੇ ਵਿੱਚੋਂ ਵੀ ਜਿਹੜੇ ਗਰਮ ਦਲੀ ਲੋਕ ਹੈਗੇ ਨੇ ਉਹਨਾਂ ਨੇ ਸਾਹਮਣੇ ਉਹ ਰਿਐਕਟ ਕਰਨ ਦੀ ਗੱਲ ਕਰ ਦਿੱਤੀ ਆ। ਔਰ ਇਹੋ ਜਿਹੀ ਅਗਰ ਸਿਚੁਏਸ਼ਨ ਬਣ ਜਾਂਦੀ ਆ ਖੁਦਾ ਨਾ ਖਾਸਤਾ, ਤੇ ਇਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਵਾਸਤੇ ਮੇਰੇ ਖਿਆਲ ਨਾਲ ਬਹੁਤ ਵੱਡਾ ਦੁਬਾਰਾ ਇੱਕ ਖਲਾਅ ਜਿਹੜਾ ਹੈ ਪੈਦਾ ਹੋ ਜਾਏਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਔਰ ਹਰਿਆਣੇ ਲਈ ਵੀ ਬਹੁਤ ਹਾਨੀਕਾਰਕ ਸਿੱਧ ਹੋਵੇਗਾ। ਕੀ ਲੱਗਦਾ ਤੁਹਾਨੂੰ ਕਿ ਬੀਜੇਪੀ ਇਸ ਚੀਜ਼ ਨੂੰ ਹੋ ਲੈਣ ਦੇਵੇਗੀ? ਕਿਉਂਕਿ ਬੀਜੇਪੀ ਨੂੰ ਇਸ ਵੇਲੇ ਜਿੱਥੇ ਚੌਟਾਲਾ ਨੇ ਲਿਆ ਕੇ ਖੜਾ ਕੀਤਾ, ਬੀਜੇਪੀ ਦੋਨੋਂ ਪਾਸੇ ਨੁਕਸਾਨ ਦੇ ਵਿੱਚ ਹੈ। ਜੇ ਚੌਟਾਲੇ ਨੂੰ ਰੋਕਦੀ ਹੈ ਤਦ ਵੀ ਨੁਕਸਾਨ ਦੇ ਵਿੱਚ ਜਾਏਗਾ, ਕਿਉਂਕਿ ਲੋਕਾਂ ਤੱਕ ਇਹ ਮੈਸੇਜ ਆਏਗਾ ਕਿ ਬੀਜੇਪੀ ਜਿਹੜਾ ਹੈ ਇਹਦੇ ਉੱਪਰ ਕੋਈ ਸਾਰਥਕ ਕਦਮ ਨਹੀਂ ਚੱਕ ਰਹੀ। ਦੂਸਰਾ, ਅਗਰ ਉਹ ਨਹੀਂ ਰੋਕਦੀ ਤਦ ਵੀ ਜਿਹੜਾ ਹੈ ਉਹ ਬੀਜੇਪੀ ਦੇ ਖਿਲਾਫ ਜਾਏਗਾ ਕਿ ਬੀਜੇਪੀ ਨੇ ਇੱਕ ਜਿਹੜੀ ਗੈਰ ਕਾਨੂੰਨੀ ਗੱਲ ਸੀਗੀ ਉਹ ਹੋ ਲੈਣ ਦਿੱਤੀ। ਕੁਲਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਹਰਿਆਣਾ ਔਰ ਪੰਜਾਬ ਜੇ ਅਸੀਂ ਜੁਆਇੰਟਲੀ ਦੇਖੀਏ ਤਾਂ ਕੋਈ ਬਹੁਤਾ ਹੀ ਵੱਖਰੀ ਸਟੇਟ ਨਹੀਂ ਹੈਗੇ, ਦੋਨੋਂ ਅਲੱਗ-ਅਲੱਗ ਸੂਬੇ ਮੰਨੇ ਜਾਂਦੇ ਆ। ਬਟ ਉੱਥੇ ਦਾ ਰਹਿਣ ਸਹਿਣ ਕਹਿ ਲਓ ਜਾਂ ਸਿਰਫ ਇੱਕ ਭਾਸ਼ਾ ਦਾ ਅੰਤਰ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਆ ਜਾਂਦਾ ਹੈ। ਪਰ ਲੋਕਾਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਆਪਸ ਦੇ ਵਿੱਚ ਜਿਹੜਾ ਕਨਫਲਿਕਟ ਪੈਦਾ ਹੁੰਦਾ ਹੈ ਕੁਝ ਮੁੱਦਿਆਂ ਨੂੰ ਲੈ ਕੇ, ਉਹ ਚੀਜ਼ ਨੂੰ ਪੈਦਾ ਕੀਤਾ ਜਾਂਦਾ ਹੈ, ਕਰਵਾਇਆ ਜਾਂਦਾ, ਨਾ ਕਿ ਉਹਨਾਂ ਦੇ ਵਿੱਚ ਇਹ ਆਪਣੇ ਆਪ ਉੱਠਦਾ ਹੈ। ਕੁਝ ਮੁੱਦੇ ਇਦਾਂ ਦੇ ਹੈਗੇ ਨੇ ਕੁਲਵੀਰ, ਜਿਹੜੇ ਕਿ ਪੋਲੀਟੀਕਲੀ ਮੋਟੀਵੇਟਡ ਹੋ ਕੇ ਉਹਨਾਂ ਨੂੰ ਜਿਹੜੇ ਕੰਮ ਕਰਵਾਏ ਜਾਂਦੇ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਵੇਂ ਜਾਟ ਰਕਸ਼ਨ ਸੀਗਾ ਪਿਛਲੇ ਸਾਲ, ਤੁਸੀਂ ਦੇਖੋ ਉਹਦੇ ਵਿੱਚ ਜਿਹੜਾ ਤੁਸੀਂ ਕਿਹਾ ਕਿ ਨੁਕਸਾਨ ਹੈ ਜਿਹੜਾ ਉਹ ਜ਼ਿਆਦਾਤਰ ਪੰਜਾਬੀ ਜਾਂ ਪੰਜਾਬ ਨਾਲ ਸੰਬੰਧਿਤ ਲੋਕਾਂ ਦੇ ਕੰਮਾਂ ਕਾਰਾਂ ਨੂੰ ਹੋਇਆ। ਇਹਦੇ ਵਿੱਚ ਹਰਿਆਣੇ ਦੇ ਲੋਕਾਂ ਦਾ ਵੀ ਨੁਕਸਾਨ ਬਹੁਤ ਹੋਇਆ, ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਕਿਤੇ ਨਾ ਕਿਤੇ ਜਦੋਂ ਮੁੱਦਾ ਆਉਂਦਾ ਹੈ, ਬਾਰਡਰ ਸਟੇਟ ਹੈਗੀ ਹੈ ਔਰ ਬਾਰਡਰ ਸਟੇਟ ਦੇ ਵਿੱਚ ਤੁਸੀਂ ਦੇਖੋ ਪੰਜਾਬ ਤੋਂ ਅਲੱਗ ਹੋਇਆ ਹਰਿਆਣਾ, ਔਰ ਹਰਿਆਣੇ ਦੇ ਵਿੱਚ ਜਿਹੜੀਆਂ ਵੀ ਉਸ ਜਦੋਂ ਵੱਖ ਸੂਬੇ ਬਣੇ ਸੀਗੇ ਉਦੋਂ ਕੀ ਟ੍ਰੀਟੀਆਂ ਹੋਈਆਂ ਸੀ ਆਪਸ ਦੇ ਵਿੱਚ, ਉਸ ਮੁੱਦਿਆਂ ਦੇ ਉੱਪਰ ਜਿਹੜੀ ਰਾਜਨੀਤੀ ਹੈ ਉਹ ਸ਼ੁਰੂ ਤੋਂ ਲੈ ਕੇ
ਅੱਜ ਤੱਕ ਹੋ ਰਹੀ ਹੈ। ਸ਼ਾਇਦ ਉਸੇ ਕਰਕੇ ਜਾਟ ਇਲੈਕਸ਼ਨ ਦੇ ਵਿੱਚ ਵੀ ਸਾਨੂੰ ਇੰਨਾ ਸੰਤਾਪ ਭੋਗਣਾ ਪਿਆ। ਔਰ ਜਿਹੜਾ ਕਰੰਟ ਮੁੱਦਾ ਕੱਲ ਅਜੇ ਅਭੈ ਚੌਟਾਲਾ ਜੀ ਨੇ ਚੱਕਿਆ, ਉਸ ਦੇ ਵਿੱਚ ਵੀ ਜੇ ਤੁਸੀਂ ਦੇਖੀਏ ਤਾਂ ਰੂਲਿੰਗ ਗਵਰਨਮੈਂਟ ਬੀਜੇਪੀ ਦਾ ਸਟੈਂਡ ਜਿਹੜਾ ਉਹ ਹਾਲੇ ਤੱਕ ਕਲੀਅਰ ਨਹੀਂ ਕਰ ਪਾਈ ਉਹ। ਔਰ ਸ਼ਾਇਦ ਜਿਵੇਂ ਪ੍ਰਭਨੀਤ ਜੀ ਨੇ ਕਿਹਾ ਕਿ ਉਹ ਸੇਫ ਗੇਮ ਖੇਲ ਰਹੀ ਹੈ, ਪਰ ਇੰਨੀ ਕੁ ਸੇਫ ਗੇਮ ਨਾ ਖੇਲੇ ਕਿ ਉਹ ਆਪਣੇ ਸਾਥ ਨੂੰ ਹੀ ਜਿਹੜੇ ਨੇ ਦਾਗ ਲਗਾ ਦੇ। ਸੋ ਮੈਨੂੰ ਨਹੀਂ ਲੱਗਦਾ ਕਿ ਉਹ ਸੇਫ ਗੇਮ ਖੇਲ ਰਹੀ ਹੈ, ਕਿਉਂਕਿ ਜੇ ਸੇਫ ਗੇਮ ਖੇਲਦੀ ਤਾਂ ਸ਼ਾਇਦ ਜਿਹੜਾ ਐਸਵਾਈਐਲ ਦਾ ਮੁੱਦਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੇ ਚੱਕਿਆ ਸੀ ਤਾਂ ਉਸ ਨੂੰ ਵੀ ਥੋੜੀ ਬਹੁਤ ਉਹ ਤੋੜ ਦਿੰਦੀ। ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹ ਦੋ ਸਟੈਂਡਸ ਦੇ ਵਿੱਚ ਫਸ ਚੁੱਕੀ ਹੈ। ਔਰ ਤੁਸੀਂ ਬਿਲਕੁਲ ਠੀਕ ਕਿਹਾ, ਜੋ ਇੱਕ ਪਾਸੇ ਜਾਂਦੀ ਹੈ ਤਾਂ ਉਹਦੀ ਜਿਹੜੀ ਰੈਪੋ ਹੈ ਸੈਂਟਰ ਦੇ ਵਿੱਚ ਕਹਿ ਲਓ ਜਾਂ ਸਟੇਟ ਦੇ ਵਿੱਚ ਕਹਿ ਲਓ ਖਰਾਬ ਹੁੰਦੀ ਹੈ। ਔਰ ਸੈਕੰਡਲੀ ਜੇ ਅਸੀਂ ਗੱਲ ਕਰੀਏ ਪਾਣੀਆਂ ਦੇ ਮੁੱਦੇ ਦੀ, ਮੈਂ ਫਿਰ ਦੁਬਾਰਾ ਕਹੂੰਗਾ ਇਹ ਨੈਚੁਰਲ ਰਿਸੋਰਸ ਹੈ, ਕਿੱਥੋਂ ਲੰਘ ਰਿਹਾ ਕਿੱਥੇ ਜਾ ਰਿਹਾ ਹੈ, ਇਹ ਜਿਹੜਾ ਹੱਕ ਹੈ ਸ਼ਾਇਦ ਉਸ ਸਟੇਟ ਦਾ ਬਣਦਾ ਹੈ ਕਿ ਜਿੱਥੋਂ ਉਹ ਨਿਕਲ ਰਿਹਾ ਉਹ ਕਿਸ ਨੂੰ ਦੇਵੇ। ਰਾਜਸਥਾਨ ਦੀ ਗੱਲ ਕੀਤੀ ਸੀ ਸ਼ਬਦੀਸ਼ ਜੀ ਨੇ, ਰਾਜਸਥਾਨ ਫੀਡਰ ਬਣਾਇਆ ਗਿਆ ਸੀ ਪੰਜਾਬ ਦੇ ਵਿੱਚ, ਜਿਹੜਾ ਸਤਲੁਜ ਬਿਆਸ ਜਿੱਥੇ ਇਕੱਠੇ ਹੁੰਦੇ ਨੇ ਉੱਥੋਂ ਇੱਕ ਫੀਡਰ ਨਿਕਲਦਾ ਹੈ ਜਿਹੜਾ ਕਿ ਰਾਜਸਥਾਨ ਨੂੰ ਫੀਡ ਕਰਦਾ ਹੈ। ਸੋ ਇਸ ਤਰ੍ਹਾਂ ਦੇ ਜਿਹੜੀਆਂ ਟ੍ਰੀਟੀਆਂ ਹੁੰਦੀਆਂ ਉਸ ਦੇ ਬੇਸ ਦੇ ਉੱਪਰ ਜੇ ਕੋਈ ਡਿਸੀਜਨ ਲਿੱਤੇ ਜਾਣ ਤਾਂ ਸੁਭਾਵਿਕ ਬਣਦੇ ਨੇ। ਲੇਕਿਨ ਜੇ ਹੁਣ ਮੈਟਰਿਕ ਕੋਰਟ ਦੇ ਵਿੱਚ ਹੈ ਤੇ ਤੁਸੀਂ ਇੱਕ ਡੀਸੀ ਨੂੰ ਲੈਟਰ ਲਿਖ ਕੇ ਤੁਸੀਂ ਇਹ ਧਮਕੀ ਦਿਓ ਕਿ ਅਸੀਂ 23 ਤਰੀਕ ਨੂੰ ਡਿਗਿੰਗ ਕਰਨੀ ਸ਼ੁਰੂ ਕਰ ਦਾਂਗੇ, ਪੁੱਟਣਾ ਸ਼ੁਰੂ ਕਰ ਦਾਂਗੇ, ਸੋ ਇਹਦੇ ਚ ਰਿਐਲਿਟੀ ਬਹੁਤ ਘੱਟ ਲੱਗਦੀ ਹੈ ਕੁਲਵੀਰ ਜੀ, ਸਿਰਫ ਤੇ ਸਿਰਫ ਪੋਲੀਟੀਕਲੀ ਇਨਸਪਾਇਰਡ ਬਿਆਨ ਲੱਗਦਾ। ਬਿਲਕੁਲ ਭਾਵੇਂ ਮੈਂ ਇਹਦੇ 'ਚ ਇੱਕ ਗੱਲ ਐਡ ਆਨ ਕਰਨੀ ਚਾਹੂੰਗਾ। ਜੀ 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 ਕਿਸੇ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਸੇਫ ਗੇਮ ਖੇਡ ਰਿਹਾ। ਸੇਫ ਗੇਮ ਮੈਂ ਇਸ ਕਰਕੇ ਕਹੀ ਕਿ ਜਿਸ ਵੇਲੇ ਮੋਦੀ ਸਾਹਿਬ ਪੰਜਾਬ ਦੀਆਂ ਇਲੈਕਸ਼ਨਾਂ ਵੇਲੇ ਪੰਜਾਬ ਦੇ ਵਿੱਚ ਕੈਂਪੇਨਿੰਗ ਕਰਨਾ ਹੈ, ਉਹਨਾਂ ਨੇ SYL ਦਾ ਨਾਮ ਨਹੀਂ ਲਿਆ, ਕਿਤੇ ਵੀ ਨਹੀਂ ਲਿਆ। ਔਰ ਪੰਜਾਬ ਦੇ ਵਿੱਚ ਬੀਜੇਪੀ ਦੇ ਕਿਸੇ ਲੀਡਰ ਨੇ ਵੀ SYL ਨੂੰ ਲੈ ਕੇ ਕੋਈ ਵੱਡਾ ਬਿਆਨ ਨਹੀਂ ਦਿੱਤਾ। ਹਾਂ, ਚੁਣਾਵੀ ਰੈਲੀਆਂ ਦੇ ਵਿੱਚ ਜ਼ਰੂਰ ਗੱਲ ਕਰਦੇ ਰਹੇ ਨੇ ਕਿ ਠੀਕ ਹੋਣਾ ਚਾਹੀਦਾ, ਕੋਰਟ ਦੇ ਵਿੱਚ ਮੈਟਰ ਹੈ, ਅਸੀਂ ਕੁਝ ਨਹੀਂ ਕਹਾਂਗੇ। ਤਾਂ ਕਿਤੇ ਨਾ ਕਿਤੇ ਉਹ ਕਿਸੇ ਵੀ ਕਿਸਮ ਦੀ ਕੰਟਰੀਵਰਸੀ 'ਚ ਪੈਣ ਤੋਂ ਬਚਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਔਰ ਸੈਂਟਰ ਗਵਰਨਮੈਂਟ ਦੇ ਵਿੱਚ ਵੀ। ਜੀ ਇਹ ਤਾਂ ਸਮਾਂ ਦੱਸੇਗਾ ਜੀ ਕਿ ਅਭੈ ਚੌਟਾਲਾ ਪ੍ਰੋਸੈਸ ਦੌਰਾਨ ਜੇ ਬਚਦੀ ਵੀ ਰਹੀ ਹੈ ਸਰਕਾਰ ਤਾਂ ਉਹਦਾ ਬਚਣਾ ਹੈ ਜਾਂ ਬੀਜੇਪੀ ਦਾ ਬਚਣਾ ਕੋਈ ਬਹੁਤ ਹੈਰਾਨੀਜਨਕ ਗੱਲ ਨਹੀਂ ਹੈ, ਕੁਦਰਤੀ ਗੱਲ ਹੈ ਕਿ ਉਹਨਾਂ ਮੁੱਦਿਆਂ ਦੇ ਉੱਤੇ ਉਹਨਾਂ ਨੇ ਬਚਣਾ ਹੀ ਸੀ ਜਿਨ੍ਹਾਂ ਮੁੱਦਿਆਂ ਦੇ ਉੱਤੇ ਦੋਨਾਂ ਦਲਾਂ ਦੇ ਵਿੱਚ ਥੋੜੀ ਦੂਰੀ ਹੋ ਸਕਦੀ ਹੈ। ਹਰਿਆਣਾ ਤੇ ਪੰਜਾਬ ਦੇ ਵਿੱਚ ਵੱਖੋ ਵੱਖਰੀਆਂ ਸਰਕਾਰਾਂ ਹੋਣ ਕਰਕੇ। ਪਰ ਜਿਹੜੀ ਕਿਉਂਕਿ ਸਾਡੇ ਪ੍ਰੋਗਰਾਮ ਦਾ ਸਮਾਂ ਵੀ ਖਤਮ ਹੋਣ ਵਾਲਾ, ਮੈਂ ਬਹੁਤ ਸੰਖੇਪ ਆਪਣੀ ਗੱਲ ਕਰਾਂਗਾ। ਜੀ ਜੀ ਗੱਲ ਸਿਰਫ ਇੰਨੀ ਹੈ ਕਿ ਜੇ ਜਾਟ ਅੰਦੋਲਨ ਦੇ ਪਿਛਲੇ ਸਾਲ ਦੇ ਸਬਕ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਤਾਂ ਮੇਰਾ ਨਹੀਂ ਖਿਆਲ ਕਿ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਅਨੈਲੋ ਨੂੰ ਇੰਨਾ ਮੌਕਾ ਦੇਵੇਗੀ ਕਿ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਲਾਮਬੰਦੀ ਕਰ ਲੈਣ ਤੇ ਜਿਹੜੀ ਲਾਮਬੰਦੀ ਉਹਨਾਂ ਦੇ ਖਿਲਾਫ ਜਿਹੜੀ ਆ ਭਵਿੱਖ ਦੇ ਵਿੱਚ ਭੁਗਤ ਸਕੇ। ਅਮਨ ਕਾਨੂੰਨ ਦੀ ਗੱਲ ਨੂੰ ਉਹ ਇੱਕ ਵਾਰ ਫੇਰ ਦੁਬਾਰਾ ਫੇਲੀਅਰ ਦੇ ਤੌਰ ਤੇ ਪੇਸ਼ ਨਹੀਂ ਹੋਣ ਦੇਵੇਗੀ ਖੱਟੜ ਸਰਕਾਰ, ਕਿਉਂਕਿ ਅਮਨ ਕਾਨੂੰਨ ਦੇ ਸਵਾਲ ਦੇ ਉੱਤੇ ਜਿੰਨੀ ਵੱਡੀ ਬਦਨਾਮੀ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਹਰਿਆਣਾ ਸਰਕਾਰ ਦੀ ਜਾਟ ਅੰਦੋਲਨ ਦੇ ਦੌਰਾਨ ਹੋਈ ਹੈ, ਮੇਰਾ ਨਹੀਂ ਖਿਆਲ ਕਿ ਉਹ ਅਨੈਲੋ ਦੇ ਅੰਦੋਲਨ ਨੂੰ ਵੀ ਇਸ ਲੈਵਲ ਦੇ ਉੱਤੇ ਵਿੱਚ ਉਹਨਾਂ ਦੀ ਮੁੜ ਤੋਂ ਬਦਨਾਮੀ ਹੋਵੇ। ਸੇਫ ਗੇਮ ਦਾ ਹੀ ਸਵਾਲ ਨਹੀਂ ਹੈ, ਸਵਾਲ ਇਹ ਵੀ ਹੈ ਕਿ ਪੋਲੀਟੀਕਲ ਜ਼ਮੀਨ ਵੀ ਉਹਨਾਂ ਨੇ ਆਪਣੀ ਬਚਾ ਕੇ ਰੱਖਣੀ ਹੈ ਔਰ ਦੂਸਰੇ ਪਾਸੇ ਉਹਨਾਂ ਨੇ ਦੁਬਾਰਾ ਤੋਂ ਜਿਹੜੀ ਹੋਣ ਵਾਲੀ ਬਦਨਾਮੀ, ਖਾਸ ਕਰਕੇ ਇਸ ਨੁਕਤੇ ਤੋਂ, ਉਸ ਬਦਨਾਮੀ ਤੋਂ ਬਚ ਕੇ ਚੱਲਣਾ। ਜਾਟ ਅੰਦੋਲਨ ਬੇਸ਼ੱਕ ਪਿਛਲੇ ਸਾਲ ਵਰਗਾ ਹਿੰਸਕ ਨਹੀਂ ਹੋਇਆ, ਉਹਦੇ ਵਿੱਚ ਉਸ ਤਰ੍ਹਾਂ ਦੀ ਸੰਭਾਵਨਾ ਨਹੀਂ ਹੈ। ਔਰ ਇੱਕ ਗੱਲ ਜਿਹੜੀ ਮੈਂ ਆਖਰ ਦੇ ਵਿੱਚ ਇਹ ਕਹਿਣੀ ਚਾਹਾਂਗਾ ਕਿ ਜਿਵੇਂ ਭਾਰਤ ਤੇ ਪਾਕਿਸਤਾਨ ਦੋ ਜੋੜੇ ਮੁਲਕ ਨੇ, ਇੱਕੋ ਧਰਤੀ ਦੇ ਵਿੱਚੋਂ ਪੈਦਾ ਹੋਏ ਨੇ ਔਰ ਉਹਨਾਂ ਦੇ ਪੈਦਾ ਹੋਣ ਨੂੰ ਇਸ ਤਰੀਕੇ ਦੇ ਨਾਲ ਦੋਨਾਂ ਦੇਸ਼ਾਂ ਦੇ ਹੁਕਮਰਾਨਾਂ ਨੇ ਪੇਸ਼ ਕੀਤਾ ਕਿ ਆਮ ਲੋਕਾਂ ਦੇ ਅੰਦਰ ਜਿਹੜੀ ਨਫ਼ਰਤ ਦੀ ਇੱਕ ਦੀਵਾਰ ਹੈ ਉਹ ਲਗਾਤਾਰ ਖੜੀ ਰਹਿੰਦੀ ਹੈ ਔਰ ਉਹ ਦੀਵਾਰ ਉਸ ਕੰਡਿਆਲੀ ਤਾਰ ਨਾਲੋਂ ਕਿਤੇ ਜ਼ਿਆਦਾ ਚੁਭਣ ਵਾਲੀ ਹੈ ਜਿਹੜੀ ਕੰਡਿਆਲੀ ਤਾਰ ਅਸੀਂ ਬਾਰਡਰ ਦੇ ਉੱਤੇ ਵਿਛਾ ਰੱਖੀ ਹੈਗੀ ਅੱਤਵਾਦ ਨੂੰ ਰੋਕਣ ਦੇ ਲਈ। ਇਸੇ ਤਰ੍ਹਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਵੀ ਵੰਡ ਹੋਣ ਤੋਂ ਬਾਅਦ ਪਾਣੀਆਂ ਦੇ ਸਵਾਲ ਨੇ ਇੰਨੀ ਕਿ ਇੱਕ ਨਫ਼ਰਤ ਦੀ ਦੀਵਾਰ ਸਾਡੇ ਵਿਚਾਲੇ ਖੜੀ ਕੀਤੀ ਹੋਈ ਆ। ਉਹਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਦੋਨਾਂ ਪੰਜਾਬ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਭਾਵਨਾ ਲੋਕਾਂ ਦੇ ਅੰਦਰ ਹੈ, ਜਿਹੜੀ ਭਾਵਨਾ ਨੂੰ ਖਤਮ ਕੀਤੇ ਜਾਣ ਦਾ ਹੱਲ ਇੱਕੋ ਹੀ ਆ ਕਿ ਅਸੀਂ ਅਸੂਲ ਦੇ ਉੱਤੇ ਆਪਣੀ ਰਾਜਨੀਤੀ ਕਰੀਏ, ਅਸੂਲ ਦੇ ਉੱਤੇ ਪਾਣੀਆਂ ਦੀ ਜਿਹੜੀ ਰਾਖੀ ਆ ਉਸ ਨੂੰ ਲੈ ਕੇ ਆਈਏ ਔਰ ਇਹਦੇ 'ਚ ਵੱਡੀ ਜ਼ਿੰਮੇਵਾਰੀ ਪੰਜਾਬ ਦੀ ਆ ਕਿਉਂਕਿ ਬੇਸਿਕਲੀ ਪੰਜਾਬ ਨੇ ਹੀ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੈ। ਅਗਲੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਅਸੀਂ ਇਹ ਗੱਲ ਭੁੱਲੀਏ ਨਾ ਕਿ ਜਦੋਂ
ਜਾਟ ਅੰਦੋਲਨ ਚੱਲ ਰਿਹਾ ਸੀ ਉਹਦੇ ਵਿੱਚ ਵੀ ਐਂਟੀ ਪੰਜਾਬੀ ਭਾਵਨਾ ਜ਼ਰੂਰ ਸੀ, ਪਰ ਨਾਲ ਦੀ ਨਾਲ ਗੈਰ ਜਿਹੜੇ ਜਾਟ ਵੀ ਇੱਕ ਬਹੁਤ ਵੱਡੀ ਭਾਵਨਾ ਸੀ, ਉਹ ਵੀ ਸਾਨੂੰ ਉਦੋਂ ਨਜ਼ਰ ਆਈ ਕਿਉਂਕਿ ਉਹਦੀ ਮੂਲ ਸੁਰ ਜਾਟਵਾਦੀ ਸੀ। ਇਸ ਕਰਕੇ ਗੈਰ ਜਾਟ ਹਰਿਆਣਵੀ ਵੀ ਉਹਦਾ ਸ਼ਿਕਾਰ ਹੋਇਆ ਔਰ ਪੰਜਾਬੀਆਂ ਨੇ ਉਹਦਾ ਕੁਦਰਤੀ ਤੌਰ ਦੇ ਉੱਤੇ ਸ਼ਿਕਾਰ ਹੋਣਾ ਸੀ, ਜਿਨ੍ਹਾਂ ਦੇ ਨਾਲ ਉਹਨਾਂ ਦੀ ਦੋਹਰੀ ਇੱਕ ਤਰ੍ਹਾਂ ਨਾਲ ਦੁਸ਼ਮਣੀ ਬਣ ਜਾਂਦੀ ਸੀ ਜਾਟ ਅੰਦੋਲਨ ਦੀ, ਇੱਕ ਪੰਜਾਬੀ ਹੋਣ ਦੀ ਤੇ ਦੂਸਰੀ ਉਹਨਾਂ ਦੀ ਨੌਨ ਜਾਟ ਹੋਣ ਦੀ। ਇਹ ਕੁਦਰਤੀ ਗੱਲ ਸੀ ਔਰ ਇਹਨੂੰ ਦੁਬਾਰਾ ਨਾ ਇਹ ਸਾਡੇ ਸਾਹਮਣੇ ਆਵੇ, ਇਹਦੇ ਲਈ ਕੁਦਰਤੀ ਤੌਰ ਦੇ ਉੱਤੇ ਜ਼ਿੰਮੇਵਾਰੀ ਹਰਿਆਣਾ ਦੀ ਸਰਕਾਰ ਦੀ ਬਣਦੀ ਆ ਔਰ ਅਨੈਲੋ ਦੇ ਅੰਦੋਲਨ ਬਾਰੇ ਵੀ ਉਹਦੀ ਹੀ ਬੇਸਿਕਲੀ ਜ਼ਿੰਮੇਵਾਰੀ ਬਣੇਗੀ। ਔਰ ਉਹ ਤਾਂ ਉਹਦੇ ਲਈ ਜਾਟ ਅੰਦੋਲਨ ਨਾਲੋਂ ਜ਼ਿਆਦਾ ਪੋਲੀਟੀਕਲ ਸਵਾਲ ਆ, ਕਿਉਂਕਿ ਜਾਟ ਅੰਦੋਲਨ ਤਾਂ ਕਿਸੇ ਨਰੋੜ ਸਿਆਸੀ ਪਾਰਟੀ ਉੱਤੇ ਕੇਂਦਰਿਤ ਨਹੀਂ ਸੀ, ਵਿੰਗੇਟਡ ਢੰਗ ਨਾਲ ਸਪੋਰਟ ਹੀ ਸੀ। ਅਨੈਲੋ ਤਾਂ ਬਿਲਕੁਲ ਸਿੱਧਾ ਸਿਆਸੀ ਅੰਦੋਲਨ ਆ ਔਰ ਮੇਰੇ ਮੁਤਾਬਕ ਇਹ ਲੰਮੇ ਸਮੇਂ 'ਚ ਖੱਟੜ ਸਰਕਾਰ ਲਈ ਜ਼ਿਆਦਾ ਖਤਰਨਾਕ ਅੰਦੋਲਨ ਆ ਜੇ ਉਹ ਮਜ਼ਬੂਤੀ ਫੜਦਾ। ਇਸੇ ਕਰਕੇ ਉਹਨੂੰ ਰੋਕਿਆ ਜ਼ਰੂਰ ਜਾਏਗਾ। ਮੇਰੀ ਇਹ ਸਮਝਦਾਰੀ ਆ। ਬਾਕੀ ਆਪਾਂ 23 ਤਰੀਕ ਤੱਕ ਇੰਤਜ਼ਾਰ ਕਰਦੇ ਕੀ ਤਮਾਸ਼ੇ ਕਰਦੀ ਹੈ ਸਿਆਸਤ, ਜਿਵੇਂ ਅਕਸਰ ਕਰਦੀ ਸਾਡੇ ਮੁਲਕ ਦੀ ਸਿਆਸਤ। ਜੀ ਸਮਾਂ ਹੋ ਗਿਆ ਕਿ ਪ੍ਰੋਗਰਾਮ ਜਿਹੜਾ ਸਮਾਪਤੀ ਵੱਲ ਲੈ ਕੇ ਚੱਲੀਏ। ਚਲਦੇ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਕੋਈ ਵੀ ਸਰਕਾਰ ਜਿਹੜੀ ਹੈਗੀ ਆ ਇਹਨੂੰ, ਪੰਜਾਬ ਸਰਕਾਰ ਜੇ ਪਾਣੀਆਂ ਦੇ ਉੱਪਰ ਹੱਕ ਦੀ ਗੱਲ ਕਰਦੀ ਹੈ ਤੇ ਪੰਜਾਬ ਸਰਕਾਰ ਇਹਨੂੰ ਅਗਰ ਸਹੀ ਤਰੀਕੇ ਦੇ ਨਾਲ ਜੋ ਕਾਨੂੰਨੀ ਤੌਰ ਦੇ ਉੱਪਰ ਹੱਲ ਕਰਨਾ ਚਾਹਵੇ ਤਾਂ ਸ਼ਾਇਦ ਇਹਦਾ ਹੱਲ ਹੋ ਵੀ ਸਕਦਾ, ਪਰ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਜਿਹੜਾ ਹੈ ਇਹਨੂੰ ਸਹੀ ਤਰੀਕੇ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਾਂ ਕਾਨੂੰਨ ਦੇ ਮੁਤਾਬਕ ਇਹਦੇ ਉੱਪਰ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਊਗੀ, ਕਿਉਂਕਿ ਜਿਹੜਾ ਵੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਲੋਕ ਦਲ ਹੋਵੇ ਅਭੈ ਚੌਟਾਲਾ ਦਾ, ਚਾਹੇ ਬੀਜੇਪੀ ਹੋਵੇ, ਉਹ ਹਰਿਆਣਾ ਦੇ ਵਿੱਚ ਆਪਣਾ ਵੋਟ ਬੈਂਕ ਜਿਹੜਾ ਹੈ ਉਹਨੂੰ ਕਦੀ ਵੀ ਗਵਾਉਣਾ ਨਹੀਂ ਚਾਹੂਗੀ, ਕਿਉਂਕਿ ਜਦੋਂ ਅਸੀਂ ਕਾਨੂੰਨ ਦੇ ਉੱਪਰ ਗੱਲ ਕਰਾਂਗੇ ਤਾਂ ਹਰਿਆਣਾ ਦੇ ਹੱਕ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਨਹੀਂ ਰਹਿਣਗੇ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਜਿਹੜੀ ਕੇਂਦਰ ਸਰਕਾਰ ਆ ਜਾਂ ਹਰਿਆਣਾ ਦੀ ਸਰਕਾਰ ਆ ਉਹ ਕਾਨੂੰਨੀ ਤੌਰ ਦੇ ਉੱਪਰ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ। ਉਹ ਹਮੇਸ਼ਾ ਤੇ ਹੀ ਜਿਹੜਾ ਹੈ ਆਪਣਾ ਹੱਕ ਪਾਣੀਆਂ ਦੇ ਉੱਪਰ ਜਿਹੜਾ ਹੈ ਬੇਤੁਕੇ ਢੰਗ ਦੇ ਨਾਲ ਜਾਂ ਜਿਹੜੀਆਂ ਇਨਸਾਨੀ ਤੌਰ ਤੇ ਜਿਹੜੀਆਂ ਐਗਜ਼ਾਮਪਲ ਹੈਗੀਆਂ ਉਹਨਾਂ ਨੂੰ ਦੇ ਕੇ ਆਪਣਾ ਹੱਕ ਜਿਹੜਾ ਹੈ ਉਹ ਰੱਖਣ ਦੀ ਕੋਸ਼ਿਸ਼ ਕਰੂਗੀ। ਜਿਹੜੀ ਇਸ ਵੇਲੇ ਗੱਲ ਹੈ ਦੇਖਣ ਵਾਲੀ ਹੈ ਕਿ ਪੰਜਾਬ ਦੀ ਜਿਹੜੀ ਆਉਣ ਵਾਲੀ ਸਰਕਾਰ ਆ ਉਹਦੇ ਵਾਸਤੇ ਇਹ ਕਿੰਨਾ ਵੱਡਾ ਮੁੱਦਾ ਉੱਭਰ ਕੇ ਆਉਂਦਾ, ਕਿ ਉਹਨੂੰ ਕਿੰਨੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ SYL ਕਰਕੇ। ਇਹ ਇੱਕ ਜਿਹੜੀ ਹੈਗੀ ਹੈ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੀ ਆਉਣ ਵਾਲੀ ਸਰਕਾਰ ਵਾਸਤੇ, ਔਰ ਦੂਸਰਾ ਪੰਜਾਬ ਵਾਸਤੇ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੁਬਾਰਾ ਉਹੋ ਜਿਹੇ ਹਾਲਾਤਾਂ ਦੇ ਵਿੱਚ ਨਾ ਜਾਵੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਸ ਪਾਣੀ ਨੂੰ ਲੈ ਕੇ, ਇਸ SYL ਨੂੰ ਨਹਿਰ ਦੇ ਕੰਮ ਨੂੰ ਲੈ ਕੇ ਪੰਜਾਬ ਨੇ ਪਹਿਲਾਂ ਬਹੁਤ ਸਾਰਾ ਸੰਤਾਪ ਹੰਢਾਇਆ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸਤਦਾਨ ਪੰਜਾਬ ਨੂੰ ਤੇ ਪੰਜਾਬੀਆਂ ਦੇ ਜਿਹੜਾ ਸੁਭਾਅ ਆ ਤੇ ਜਿਹੜਾ ਪੰਜਾਬੀਆਂ ਦੇ ਇਮੋਸ਼ਨ ਹੈਗੇ, ਉਹਨਾਂ ਦੀਆਂ ਭਾਵਨਾਵਾਂ ਹੈਗੇ, ਉਹਨਾਂ ਦੇ ਨਾਲ ਕਿੰਨਾ ਕੁ ਖੇਲਣਾ ਚਾਹੁੰਦੇ ਨੇ। ਪਰ ਉਮੀਦ ਕਰਦੇ ਹਾਂ ਕਿ ਪੰਜਾਬੀ ਹੁਣ ਸਿਆਣੇ ਹੋ ਚੁੱਕੇ ਆ, ਜਾਂ ਜਿਹੜੀ ਵੀ ਸਰਕਾਰ ਪੰਜਾਬ ਦੇ ਵਿੱਚ ਆਏਗੀ ਉਹ ਸਿਆਣਪ ਦੇ ਤੌਰ ਦੇ ਉੱਪਰ ਇਸ ਮੁੱਦੇ ਨੂੰ ਲੈ ਕੇ ਅੱਗੇ ਚੱਲੇਗੀ ਤੇ ਪੰਜਾਬ ਨੂੰ ਜਿਹੜਾ ਹੈ ਦੁਬਾਰਾ ਕਿਸੇ ਡੂੰਘੇ ਸੰਤਾਪ ਵਿੱਚ ਜਾਣ ਤੋਂ ਰੋਕ ਲਵੇਗੀ। ਅਭੈ ਚੌਟਾਲਾ ਵਰਗੇ ਲੋਕਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਜਾਂ ਸਿਆਸੀ ਕੋਸ਼ਿਸ਼ਾਂ ਹੈਗੀਆਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਉਮੀਦ ਦੇ ਨਾਲ ਜੀ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਆਵਾਂਗੇ ਜੀ ਭਗਤ ਦੀਆਂ ਖਬਰਾਂ ਦਾ ਦੂਸਰਾ ਸੈਗਮੈਂਟ ਲੈ ਕੇ। ਸ਼ਬਦੀਪ ਜੀ, ਪ੍ਰਮੀਤ ਜੀ ਤੇ CP ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਇਸ ਸੈਗਮੈਂਟ ਵਿੱਚ ਮੇਰੇ ਨਾਲ ਜੁੜਨ ਵਾਸਤੇ, ਤੇ ਜਿਹੜੇ ਕਾਲਰਸ ਨੇ ਸਾਨੂੰ ਕਾਲਸ ਕਰਕੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ, ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।